ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਬੇਟਾ ਮੈਂ ਵਾਅਦਾ ਕੀਤਾ ਸੀ ਕਿ ਤੁਹਾਡੇ ਕਲਰਕ ਆਈਟੀ ਦੀ ਥਿਊਰੀ ਮੈਂ ਸਾਰੀ ਕਵਰ ਕਰਵਾਊਂਗਾ ਤੇ ਹੁਣ ਤੋਂ ਤੁਹਾਨੂੰ ਰਾਜੇ ਦਿਨ ਦੇ ਵਿੱਚ 2 ਜਾਂ 3 ਵੀਡੀਓਜ਼ ਮਿਲਿਆ ਕਰਨਗੀਆਂ ਤੇ ਆਪਾਂ 7-8 ਤਰੀਕ ਤੱਕ ਸਾਰੀ ਥਿਊਰੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਕਸਿਮਮ ਟੂ ਮੈਕਸਿਮਮ। ਕਿਉਂਕਿ ਜਿਨ੍ਹਾਂ ਨੇ ਪੇਡ ਨੋਟਸ ਲਏ ਆਪਣੇ ਜਿਹੜੇ 1500 ਪਲੱਸ ਐਮਸੀਕਿਊ ਵਾਲੇ ਹੈ ਉਹਦੇ ਵਿੱਚੋਂ ਕੁਝ ਟੌਪਿਕ ਹਾਈ ਲੈਵਲ ਦੇ ਆ ਉਹ ਤਾਂ ਹੀ ਸਮਝ ਆਉਣਗੇ ਜੇ ਆਪਾਂ ਥਿਊਰੀ ਪੜ੍ਹੀ ਹੋਊਗੀ। ਕਿਉਂਕਿ ਰਾਈਟ ਅਪਰੋਚ ਕੀ ਹੈ ਬੇਟੇ, ਥਿਊਰੀ ਪਲੱਸ ਐਮਸੀਕਿਊ ਕਰਨ ਦਾ ਹੀ ਰਾਈਟ ਅਪਰੋਚ ਹੈ। ਤੇ ਅੱਜ ਤੋਂ ਆਪਾਂ ਕਰਦੇ ਹਾਂ ਸਟਾਰਟ। ਕੱਲ ਵੀਡੀਓ ਨਾ ਆਉਣ ਦਾ ਕਾਰਨ ਇਹੀ ਹੈ, ਥੋੜੀ ਜਿਹੀ ਨਾ ਮੇਰੇ ਮਾਊਥ ਪ੍ਰੋਬਲਮ ਹੋ ਗਈ ਜਿਹਦੇ ਕਰਕੇ ਬੋਲਣਾ ਮੁਸ਼ਕਲ ਹੋ ਰਿਹਾ ਹੈ। ਅੱਜ ਵੀ ਬੜੀ ਮੁਸ਼ਕਲ ਨਾਲ ਬੋਲਿਆ ਜਾ ਰਿਹਾ, ਹੋ ਸਕਦਾ ਕੋਈ ਸਪੈਲਿੰਗ ਵਗੈਰਾ ਗਲਤ ਬੋਲੇ ਜਾਣ ਕਿਉਂਕਿ ਬਹੁਤ ਜ਼ਿਆਦਾ ਮਾਊਥ ਦੇ ਵਿੱਚ ਪ੍ਰੋਬਲਮ ਹੈ। ਤੇ ਮੈਂ ਇੱਕ ਵੀਡੀਓ ਲੇਟ ਨਾਈਟ ਆਊਗੀ ਰਾਜੇ ਤੇ ਇੱਕ ਮੈਂ ਹੁਣੇ ਪਾ ਰਿਹਾ ਤੁਹਾਨੂੰ ਵੀਡੀਓ। ਤੇ ਜਿਹੜੀ ਅੱਜ ਵੀਡੀਓ ਹੈ ਇਹ ਮੈਂ ਇੱਕ ਨਾ ਜਦੋਂ ਮੈਂ ਮਤਲਬ ਕਿ ਟੀਚ ਕਰਦਾ ਸੀ, ਐਂ ਕਹ ਲਓ ਜਵਾਨੀ ਮੌਕੇ ਚੜ੍ਹਦੀ ਜਵਾਨੀ ਮੌਕੇ ਇੱਕ ਬੁੱਕ ਲਿਖੀ ਸੀ ਆਪਣੀ ਸੀ ਤੇ ਡਾਟਾ ਸਟਰਕਚਰ ਦੀ। ਅੱਜ ਮੈਂ ਡਾਇਰੈਕਟ ਉਹਦੇ ਸਕਰੀਨਸ਼ਾਟ ਪਾ ਰਿਹਾ ਕਿਉਂਕਿ ਨਾ ਟਾਈਪਿੰਗ ਕਰਨ ਤੇ ਬਹੁਤ ਟਾਈਮ ਲੱਗਦਾ, ਇਸ ਕਰਕੇ ਹੁਣ ਟਾਈਮ ਘੱਟ ਹੈ। ਡਾਇਰੈਕਟ ਆਪਾਂ ਬੁੱਕ ਤੋਂ ਪੜ੍ਹਦੇ ਹਾਂ। ਬੁੱਕ ਦੀ ਵਰਡਿੰਗ ਵੀ ਬਿਲਕੁਲ ਸਿੰਪਲ ਹੈ ਕਿਉਂਕਿ ਤੁਹਾਨੂੰ ਪਤਾ ਮੈਂ ਵਰਡਿੰਗ ਸਾਰੀਆਂ ਆਪ ਲਿਖਦਾ ਤੇ ਤੁਹਾਨੂੰ ਉੱਥੋਂ ਵੀ ਬਹੁਤ ਈਜ਼ੀਲੀ ਸਮਝ ਆ ਜਾਊਗਾ। ਚਲੋ ਸਟਾਰਟ ਕਰਦੇ ਹਾਂ ਰਾਜੇ। ਅੱਜ ਸੀ ਫੰਕਸ਼ਨ ਨਹੀਂ, ਮਤਲਬ ਸੀ ਫੰਕਸ਼ਨ ਆਪਾਂ ਕਰ ਚੁੱਕੇ ਹਾਂ, ਇਹ ਲਿਖਣਾ ਭੁੱਲ ਗਿਆ ਮੈਂ। ਅੱਜ ਆਪਾਂ ਪੜਾਂਗੇ ਆਪਰੇਟਰ, ਸੀ ਦੇ ਆਪਰੇਟਰ ਪੜ੍ਹਨੇ ਨੇ ਸਾਰੇ ਆਪਾਂ। ਠੀਕ ਹੈ ਜੀ। ਇਸ ਤੋਂ ਪਹਿਲਾਂ ਦੇਖੋ ਆਪਰੇਟਰ ਕਰਨ ਤੋਂ ਪਹਿਲਾਂ ਛੋਟੇ ਛੋਟੇ 2-3 ਟੌਪਿਕ ਨੇ ਆਪਾਂ ਉਹ ਪੜ੍ਹਦੇ ਹਾਂ। ਇੱਕ ਕਈ ਵਾਰੀ ਪੁੱਛ ਲੈਂਦੇ ਆ ਨੋਟਸ ਦੇ ਵਿੱਚ ਆਊਗਾ, ਆਇਡੈਂਟੀਫਾਇਰ ਕਿਹਨੂੰ ਕਹਿੰਦੇ ਆ। ਹੁਣ ਦੇਖੋ ਰਾਜੇ ਆਇਡੈਂਟੀਟੀ ਆਪਾਂ ਕਹਿ ਦਿੰਦੇ ਆ, ਆਇਡੈਂਟੀ ਕਾਰਡ ਕਹਿ ਦਿੰਦੇ ਆ, ਆਈਡੀ ਕਾਰਡ ਕਹਿ ਦਿੰਦੇ ਆ। ਆਈਡੀ ਕਾਰਡ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਆ ਕਿ ਆਪਾਂ ਉਸ ਪਰਸਨ ਬਾਰੇ ਜਾਣ ਸਕੀਏ ਵੀ ਉਸ ਪਰਸਨ ਦਾ ਨਾਮ ਕੀ ਆ, ਫਾਦਰ ਨੇਮ ਕੀ ਆ, ਬੰਦਾ ਕਿੱਥੋਂ ਰਹਿੰਦਾ ਹੈ। ਜਾਂ ਜਿਵੇਂ ਡਰਾਈਵਿੰਗ ਲਾਇਸੈਂਸ ਹੁੰਦਾ ਹੈ, ਆਧਾਰ ਕਾਰਡ ਹੁੰਦਾ ਹੈ, ਉਹਨੂੰ ਜਿਵੇਂ ਆਇਡੈਂਟੀਟੀ ਵਾਸਤੇ ਯੂਜ਼ ਕਰਦੇ ਆ। ਹੁਣ ਸੀ ਲੈਂਗੁਏਜ ਦੇ ਵਿੱਚ ਆਇਡੈਂਟੀਫਾਇਰ ਕੀ ਹੁੰਦੇ ਆ ਰਾਜੇ, ਜਿਨ੍ਹਾਂ ਤੋਂ ਜਿਹਨੂੰ ਦੇਖ ਕੇ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਹੈ ਕੀ ਚੀਜ਼ ਹੈ। ਠੀਕ ਹੈ, ਇਹ ਕੀਵਰਡ ਹੈ ਜਾਂ ਮਤਲਬ ਕਿ ਜਾਂ ਕੁਝ ਇਹ ਫੰਕਸ਼ਨ ਹੈ ਜਾਂ ਕੋਈ ਵੇਰੀਏਬਲ ਦਾ ਨਾਮ ਹੈ, ਇਹ ਕੀ ਹੈ। ਇਹ ਸਾਰੇ ਕੀ ਹੁੰਦੇ ਨੇ ਰਾਜੇ, ਆਇਡੈਂਟੀਫਾਇਰ ਹੁੰਦੇ ਨੇ। ਠੀਕ ਹੈ। ਹੁਣ ਦੇਖੋ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਵੇਰੀਏਬਲ ਵੀ ਯੂਜ਼ ਕਰਾਂਗੇ, ਕਨਸਟੈਂਟ ਵੀ ਯੂਜ਼ ਕਰਾਂਗੇ, ਫੰਕਸ਼ਨ ਵੀ ਯੂਜ਼ ਕਰਾਂਗੇ, ਤਾਂ ਉਹਨੂੰ ਆਇਡੈਂਟੀਫਾਈ ਕਿਵੇਂ ਕਰੂਗਾ ਕੰਪਾਈਲਰ। ਉਹਦੇ ਵਾਸਤੇ ਰਾਜੇ ਆਇਡੈਂਟੀਫਾਇਰ ਯੂਜ਼ ਕੀਤੇ ਜਾਂਦੇ ਆ। ਤਾਂ ਇਹਦੇ ਕੁਝ ਰੂਲ ਹੁੰਦੇ ਆ, ਉਹ ਰੂਲ ਪੜ੍ਹਨੇ ਜ਼ਰੂਰੀ ਹੈ, ਤੁਹਾਨੂੰ ਰੂਲ ਪੁੱਛ ਸਕਦਾ ਐਗਜ਼ਾਮ ਦੇ ਵਿੱਚ। ਤਾਂ ਕਹਿੰਦਾ ਆਇਡੈਂਟੀਫਾਇਰ ਆਰ ਦਾ ਨੇਮ ਗਿਵਨ ਟੂ ਦਾ ਵੇਰੀਅਸ ਪ੍ਰੋਗਰਾਮ ਐਲੀਮੈਂਟਸ। ਪ੍ਰੋਗਰਾਮ ਐਲੀਮੈਂਟਸ ਜਿਵੇਂ ਮੰਨ ਲਓ ਕੋਈ ਵੇਰੀਏਬਲ ਹੋ ਗਿਆ, ਕੋਈ ਐਰੇ ਹੋ ਗਿਆ, ਕੋਈ ਫੰਕਸ਼ਨ ਹੋ ਗਿਆ, ਸਟਰਕਚਰ ਹੋ ਗਿਆ, ਯੂਨੀਅਨ ਹੋ ਗਿਆ, ਜਿਹਨੂੰ ਆਪਾਂ ਨਾਮ ਦੇਵਾਂਗੇ ਉਹਨੂੰ ਆਇਡੈਂਟੀਫਾਇਰ ਕਹਿ ਦਿੰਦੇ ਆ। ਹੁਣ ਰੂਲ ਕੀ ਹੈ ਰਾਜੇ ਆਇਡੈਂਟੀਫਾਇਰ ਦੇ, ਜਿਹੜਾ ਆਇਡੈਂਟੀਫਾਇਰ ਦਾ ਨੇਮ ਹੁੰਦਾ ਰਾਜੇ ਉਹ ਤਾਂ ਸੀਕੁਐਂਸ ਆਫ ਲੈਟਰ ਹੋ ਸਕਦਾ ਹੈ, ਡਿਜਿਟ ਹੋ ਸਕਦਾ ਹੈ, ਪਰ ਉਹ ਜਦੋਂ ਸਟਾਰਟ ਹੋਊਗਾ ਜਾਂ ਤਾਂ ਅਲਫਾਬੈਟ ਦੇ ਨਾਲ ਹੋਊਗਾ ਜਾਂ ਅੰਡਰਸਕੋਰ ਦੇ ਨਾਲ। ਠੀਕ ਹੈ। ਜਿਵੇਂ ਹੁਣ ਮੈਂ ਸਪੈਸ਼ਲ ਸਿੰਬਲ ਨਹੀਂ ਸਟਾਰਟ ਕਰ ਸਕਦਾ, ਮੈਂ ਐ ਨਹੀਂ ਕਰ ਸਕਦਾ ਕਿ ਮਲਟੀਪਲਾਈ। ਜੇ ਮੈਂ ਕੋਈ ਨਾਮ ਦੇਣਾ ਤਾਂ ਮੈਂ ਕੀ ਕਰਨਾ ਪਊਗਾ ਰਾਜੇ, ਮੈਂ ਬੁੱਕ ਲਿਖਣਾ ਤਾਂ ਮੈਂ ਲਿਖੂੰਗਾ ਬੁੱਕ। ਠੀਕ ਹੈ। ਜਾਂ ਮੈਂ ਅੰਡਰਸਕੋਰ ਐ ਲਿਖ ਸਕਦਾ ਬੁੱਕ, ਇਹ ਵੀ ਠੀਕ ਹੈ। ਬਟ ਮੈਂ ਕੀ ਹੈ, ਜੇ ਮੈਂ ਕੋਈ ਇੱਥੇ ਸਪੈਸ਼ਲ ਵਰਡ ਨਹੀਂ ਲਿਖ ਸਕਦਾ, ਕੀਵਰਡ ਨਹੀਂ ਲਿਖ ਸਕਦਾ। ਅਗਲਾ ਕੀ ਕਹਿੰਦਾ ਹੈ, ਕਹਿੰਦਾ ਦਾ ਲੈਂਥ ਆਫ ਆਇਡੈਂਟੀਫਾਇਰ ਸ਼ੁੱਡ ਬੀ ਲੈਸ ਦੈਨ 32 ਕਰੈਕਟਰ। 32 ਕਰੈਕਟਰ ਮੈਕਸਿਮਮ ਆਪਾਂ 32 ਤੋਂ ਘੱਟ ਕਰੈਕਟਰ ਦੇਣੇ ਆ, 32 ਤੋਂ ਵੱਧ ਦਵਾਂਗੇ ਤਾਂ ਆਇਡੈਂਟੀਫਾਇਰ ਕੀ ਹੋ ਜਾਊਗਾ, ਇਨਵੈਲਿਡ ਹੋ ਜਾਊਗਾ। ਇਸ ਤੋਂ ਇਲਾਵਾ ਜਿਹੜੇ ਸੀ ਦੇ ਕੀਵਰਡਸ ਹੁੰਦੇ ਆ, ਕੀਵਰਡਸ ਕੀ ਹੁੰਦੇ ਰਾਜੇ, ਰਿਜ਼ਰਵ ਵਰਡ ਹੁੰਦੇ ਆ। ਜਿਵੇਂ ਹੁਣ ਇੰਗਲਿਸ਼ ਦੇ ਰਿਜ਼ਰਵ ਵਰਡ ਕਿਹੜੇ ਆ, ਏ ਬੀ ਸੀ ਡੀ ਅਪ ਟੂ ਲੈ ਕੇ ਜ਼ੈਡ ਤੱਕ। ਪੰਜਾਬੀ ਦੇ ਕੀ ਆ, ਊੜਾ ਆੜਾ ਈੜੀ, ਇਹ ਸਾਰੇ ਰਿਜ਼ਰਵ ਵਰਡ ਨੇ। ਉਵੇਂ ਰਾਜੇ ਜਿਹੜੇ ਕੀਵਰਡ ਹੁੰਦੇ ਆ ਉਹਨੂੰ ਆਪਾਂ ਕੀ ਕਰ ਸਕਦੇ ਆ, ਐਜ਼ ਆਇਡੈਂਟੀਫਾਇਰ ਯੂਜ਼ ਨਹੀਂ ਕਰ ਸਕਦੇ, ਨਹੀਂ ਤਾਂ ਕੰਪਾਈਲਰ ਕਨਫਿਊਜ਼ ਹੋ ਜਾਊਗਾ ਵੀ ਕੀਵਰਡ ਕਿਹੜਾ ਤੇ ਆਇਡੈਂਟੀਫਾਇਰ ਕਿਹੜਾ ਹੈ। ਇਸ ਤੋਂ ਇਲਾਵਾ ਕਹਿੰਦਾ ਜਿਹੜਾ ਆਇਡੈਂਟੀਫਾਇਰ ਹੈਗਾ ਰਾਜੇ ਸ਼ੁੱਡ ਨਾਟ ਕੰਟੇਨ ਵਾਈਟ ਔਰ ਬਲੈਂਕ ਸਪੇਸ। ਹੁਣ ਮੰਨ ਲਓ ਮੈਂ ਲਿਖਣਾ ਇੱਥੇ ਫਸਟ ਨੇਮ, ਤਾਂ ਮੈਂ ਇਦਾਂ ਨਹੀਂ ਲਿਖ ਸਕਦਾ ਫਸਟ ਬਲੈਂਕ ਪਾ ਕੇ ਨੇਮ, ਤਾਂ ਇਹ ਇਸकी ਇਨਵੈਲਿਡ ਹੋ ਜਾਊਗਾ। ਇਹਨੂੰ ਪਾਉਣ ਵਾਸਤੇ ਕੀ ਕਰਨਾ ਪਊਗਾ, ਅੰਡਰਸਕੋਰ ਪਾਉਣਾ ਪਊਗਾ। ਤਾਂ ਮੈਂ ਵਾਈਟ ਬਲੈਂਕ ਨਹੀਂ ਪਾ ਸਕਦਾ। ਇਸ ਤੋਂ ਇਲਾਵਾ ਕਹਿੰਦਾ ਅਪਰ ਕੇਸ ਤੇ ਲੋਅਰ ਕੇਸ ਲੈਟਰ ਕੈਨ ਬੀ ਯੂਜ਼ਡ ਇਨ ਆਇਡੈਂਟੀਫਾਇਰ ਨੇਮ ਬਟ ਸੀ ਲੈਂਗੁਏਜ ਇਜ਼ ਅ ਕੇਸ ਸੈਂਸਿਟਿਵ। ਤੁਹਾਨੂੰ ਪਤਾ ਰਾਜੇ ਜਿਹੜੀ ਸੀ ਲੈਂਗੁਏਜ ਆ ਕੇਸ ਸੈਂਸਿਟਿਵ ਹੈ। ਜੇ ਮੈਂ ਇੱਕ ਨਾਮ ਲਿਖਦਾ ਜਿਵੇਂ ਮੰਨ ਲਓ ਸਮ, ਐਸ ਵੱਡਾ, ਇੱਕ ਮੈਂ ਸਮਾਲ ਐਸ ਪਾਉਣਾ, ਇੱਕ ਮੈਂ ਸਾਰੇ ਅਪਰ ਕੇਸ ਦੇ ਵਿੱਚ ਪਾਉਣਾ, ਇਹ ਤਿੰਨੇ ਕੀ ਆ ਸੀ ਵਾਸਤੇ। ਇਨਸਾਨ ਵਾਸਤੇ ਮਤਲਬ ਸੇਮ ਹੈ। ਹੁਣ ਜੇ ਤੁਸੀਂ ਪੜੋਗੇ ਇੱਥੇ ਵੀ ਸਮ ਹੈ, ਇੱਥੇ ਵੀ ਸਮ ਹੈ, ਇੱਥੇ ਵੀ ਸਮ ਹੈ, ਬਟ ਜਿਹੜਾ ਸੀ ਦਾ ਕੰਪਾਈਲਰ ਪੜੂਗਾ ਉਹਦੇ ਵਾਸਤੇ ਐਸ ਵੱਡੇ ਵਾਲਾ ਸਮ ਵੱਖਰਾ ਹੈ, ਛੋਟੇ ਸਮਾਲ ਲੈਟਰ ਵੱਖਰੇ ਨੇ, ਇਹ ਵੱਖਰਾ ਹੈ। ਉਹ ਇਹਨੂੰ ਕੀ ਪ੍ਰਟੈਂਡ ਕਰੂਗਾ ਕਿ ਇਹ ਤਿੰਨਾਂ ਨੂੰ ਅਲੱਗ-ਅਲੱਗ ਆਇਡੈਂਟੀਫਾਇਰ ਪ੍ਰਟੈਂਡ ਕਰੂਗਾ। ਸਮਝ ਗਏ ਮੇਰੀ ਗੱਲ। ਉਹਦੇ ਵਾਸਤੇ ਕੇਸ ਸੈਂਸਿਟਿਵ ਕੀ ਹੈ, ਮਾਇਨੇ ਰੱਖਦੀ ਹੈ, ਆਪਣੇ ਵਾਸਤੇ ਨਹੀਂ ਹੈ। ਠੀਕ ਹੈ ਜੀ, ਇਨਸਾਨ ਵਾਸਤੇ ਨਹੀਂ ਹੈ। ਇਸ ਤੋਂ ਇਲਾਵਾ ਕਹਿੰਦਾ ਜੀ ਨੋ ਐਨੀ ਸਪੈਸ਼ਲ ਸਿੰਬਲ ਕੈਨ ਬੀ ਯੂਜ਼ਡ ਇਨ ਦਾ ਆਇਡੈਂਟੀਫਾਇਰ ਅਦਰ ਦੈਨ ਅੰਡਰਸਕੋਰ। ਸਿਰਫ ਅੰਡਰਸਕੋਰ ਨੂੰ ਆਪਾਂ ਐਜ਼ ਏ
ਆਇਡੈਂਟੀਫਾਇਰ ਯੂਜ਼ ਕਰ ਸਕਦੇ ਆ, ਬਾਕੀ ਉਹ ਕਿਸੇ ਵੀ ਸਪੈਸ਼ਲ ਸਿੰਬਲ ਨੂੰ ਯੂਜ਼ ਨਹੀਂ ਕਰ ਸਕਦੇ। ਪੇਪਰ 'ਚ ਪੁੱਛਿਆ ਜਾ ਸਕਦਾ ਵੀ ਕਿਹੜਾ ਸਪੈਸ਼ਲ ਸਿੰਬਲ ਹੈ ਜਿਹੜਾ ਯੂਜ਼ ਹੁੰਦਾ ਐਜ਼ ਏ ਆਇਡੈਂਟੀਫਾਇਰ, ਤਾਂ ਅੰਡਰਸਕੋਰ ਹੁੰਦਾ ਬੇਟਾ ਆਹ ਵਾਲਾ, ਇੱਕ ਹੁੰਦਾ ਹਾਈਫਨ, ਇਹ ਹਾਈਫਨ ਹੁੰਦਾ ਥੱਲੇ ਜਿਹੜਾ ਪੈਂਦਾ ਉਹਨੂੰ ਕਹਿ ਦਿੰਦੇ ਅੰਡਰਸਕੋਰ। ਤਾਂ ਯਾਦ ਰੱਖ ਲਿਓ, ਇਹ ਰੂਲ ਨੇ ਯਾਦ ਰੱਖਣੇ ਆ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹੁਣ ਤੁਹਾਨੂੰ ਮੈਂ ਕੁਝ ਇਨਵੈਲਿਡ ਦੱਸਦਾ ਵੀ ਇਨਵੈਲਿਡ ਕਿਹੜੇ ਕਿਹੜੇ ਆ। ਹੁਣ ਦੇਖੋ ਜੋ 5 ਹੈ, ਤੁਹਾਨੂੰ ਮੈਂ ਦੱਸਿਆ ਸੀ ਕਿ ਅਲਫਾਬੈਟ ਤੋਂ ਜਾਂ ਫਿਰ ਅੰਡਰਸਕੋਰ ਤੋਂ ਸ਼ੁਰੂ ਹੋਊਗਾ, ਤਾਂ ਇਹ ਕੀ ਹੋ ਗਿਆ ਡਿਜਿਟ ਹੋ ਗਿਆ, ਤਾਂ ਡਿਜਿਟ ਤੋਂ ਨਹੀਂ ਹੈਗਾ ਤਾਂ ਇਹ ਕੀ ਹੋ ਗਿਆ ਇਨਵੈਲਿਡ ਹੋ ਗਿਆ। ਸਪੈਸ਼ਲ ਸਿੰਬਲ ਇਹਨੇ ਕੀ ਕੀਤਾ ਪਰਸੈਂਟੇਜ, ਤਾਂ ਸਪੈਸ਼ਲ ਸਿੰਬਲ ਯੂਜ਼ ਹੋ ਰਿਹਾ ਲੇਕਿਨ ਸਿਰਫ ਆਪਾਂ ਅੰਡਰਸਕੋਰ ਕਰ ਸਕਦੇ ਆ, ਇਹ ਵੀ ਇਨਵੈਲਿਡ ਹੋ ਗਿਆ। ਇੰਟ ਕੀ ਹੈ ਰਾਜ, ਇੱਕ ਤਰ੍ਹਾਂ ਦਾ ਕੀਵਰਡ ਹੈ, ਕੀਵਰਡ ਨੂੰ ਵੀ ਮੈਂ ਐਜ਼ ਆਇਡੈਂਟੀਫਾਇਰ ਯੂਜ਼ ਨਹੀਂ ਕਰ ਸਕਦਾ। ਠੀਕ ਹੈ ਜੀ, ਕਲੀਅਰ ਹੈ। ਜੇ ਕੋਈ ਆਪਾਂ ਲੌਂਗ ਪਾਉਣਾ ਮਤਲਬ ਕਿ ਲੌਂਗ ਆਇਡੈਂਟੀਫਾਇਰ ਪਾਉਣਾ ਜਿਵੇਂ ਮੋਬਾਈਲ ਨੰਬਰ, ਤਾਂ ਆਪਾਂ ਨੂੰ ਇਦਾਂ ਪਾ ਸਕਦੇ ਆ MOB_ ਨੰਬਰ ਜਾਂ ਆਏ ਮੋਬਾਈਲ ਅੰਡਰਸਕੋਰ ਨੰਬਰ ਜਾਂ ਮੋਬਾਈਲ ਅੰਡਰਸਕੋਰ ਪੂਰਾ ਨੰਬਰ ਵੀ ਪਾ ਸਕਦੇ ਆ। ਕਲੀਅਰ ਹੈ ਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਛਾ, ਇੱਕ ਮੇਰੇ ਦਿਮਾਗ 'ਚ ਹੋਰ ਆ ਗਿਆ, ਇੱਕ ਪੁੱਛ ਲੈਂਦੇ ਆ ਟੋਕਨ ਕਿਹਨੂੰ ਕਹਿੰਦੇ ਆ। ਸੀ ਦੇ ਵਿੱਚ ਰਾਜੇ ਟੋਕਨ ਕਹਿੰਦੇ ਆ ਸਮੋਲੈਸਟ ਪਾਰਟ ਆਫ ਦਾ ਪ੍ਰੋਗਰਾਮ, ਜਿਹੜੇ ਛੋਟੇ ਛੋਟੇ ਪਾਰਟ ਹੁੰਦੇ ਆ ਪ੍ਰੋਗਰਾਮ ਦੇ। ਜਿਵੇਂ ਮੰਨ ਲਓ ਪ੍ਰੋਗਰਾਮ ਦੀਆਂ ਕੀ ਲਿਖੀਆਂ 10 ਲਾਈਨਾਂ ਲਿਖੀਆਂ, ਉਹਦੇ ਵਿੱਚ ਮੈਂ ਵੇਰੀਏਬਲ ਲੈ ਰਿਹਾ, ਇੱਕ ਮੈਂ ਮਤਲਬ ਕਿ ਫੰਕਸ਼ਨ ਲੈ ਰਿਹਾ, ਮਤਲਬ ਜਿਹੜੇ ਛੋਟੇ ਛੋਟੇ ਪਾਰਟ ਹੈਗੇ ਨਾ ਸਾਰੇ ਪਾਰਟਸ ਨੂੰ ਮਿਲਾ ਕੇ ਇੱਕ ਪ੍ਰੋਗਰਾਮ ਬਣਦਾ। ਜਿਹੜੇ ਛੋਟੇ ਛੋਟੇ ਪਾਰਟ ਹੈਗੇ ਰਾਜੇ ਨੂੰ ਕੀ ਕਹਿ ਦਿੰਦੇ ਆ ਟੋਕਨ ਕਹਿ ਦਿੰਦੇ ਆ। ਇਹ ਵੀ ਕੁਐਸਚਨ ਬਹੁਤ ਆਉਂਦਾ ਹੁੰਦਾ, ਇਹਨੂੰ ਵੀ ਇੱਕ ਵਾਰੀ ਯਾਦ ਰੱਖ ਲਿਓ ਦਿਮਾਗ ਦੇ ਵਿੱਚ। ਅੱਗੇ ਪੁੱਛ ਲੈਂਦੇ ਰਾਜੇ ਕੀਵਰਡਸ ਕੀ ਹੁੰਦੇ ਆ। ਤੁਹਾਨੂੰ ਮੈਂ ਦੱਸ ਕੇ ਹਟਿਆ, ਜਿਹੜੇ ਰਿਜ਼ਰਵ ਵਰਡ ਹੁੰਦੇ ਆ ਉਹਨੂੰ ਕੀਵਰਡ ਕਹਿ ਦਿੰਦੇ। ਜਿਵੇਂ ਪੰਜਾਬੀ ਦੇ ਵਿੱਚ ਕੀ ਅੱਜ ਕੱਲ 41 ਅੱਖਰ ਨੇ, ਸੀ ਦੇ ਵਿੱਚ ਕਿੰਨੇ ਨੇ 26 ਨੇ, ਏ ਤੋਂ ਲੈ ਕੇ ਜ਼ੈਡ ਤੱਕ। ਉਵੇਂ ਰਾਜੇ ਯਾਦ ਰੱਖਣਾ ਜਿਹੜਾ ਕੀਵਰਡ ਸੀ ਦੇ ਵਿੱਚ ਕਿੰਨੇ ਨੇ 32 ਨੇ, ਯਾਦ ਰੱਖਣੇ ਸੀ ਦੇ ਵਿੱਚ ਕਿੰਨੇ ਨੇ ਟੋਟਲ 32 ਕੀਵਰਡਸ ਨੇ। ਪੁੱਛਿਆ ਜਾਊਗਾ, ਕਹਿੰਦਾ ਸਰਟਨ ਵਰਡਸ ਆਰ ਰਿਜ਼ਰਵਡ ਫॉर ਦਾ ਡੂਇੰਗ ਸਪੈਸ਼ਲ ਟਾਸਕ ਜਾਂ ਸਪੈਸਿਫਿਕ ਟਾਸਕ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਕੀਵਰਡਸ ਕਹਿ ਦਿੰਦੇ ਆ। ਜਿਵੇਂ ਰਾਜੇ ਤੁਸੀਂ ਇੰਟੀਜਰ ਵਾਸਤੇ ਕੀ ਯੂਜ਼ ਕਰਦੇ ਹੋ ਇੰਟ ਕਰਦੇ ਹੋ, ਕਰੈਕਟਰ ਵਾਸਤੇ CHAR ਕਰਦੇ ਹੋ, ਠੀਕ ਹੈ, ਵਾਈਲ ਲੂਪ ਵਾਸਤੇ ਵਾਈਲ ਕਰਦੇ ਹੋ, ਠੀਕ ਹੈ, ਇਫ ਵਾਸਤੇ ਇਫ ਕਰਦੇ ਹੋ। ਤਾਂ ਇਹ ਸਾਰੇ ਰਿਜ਼ਰਵ ਵਰਡ ਨੇ ਰਾਜੇ, ਇਹਨੂੰ ਆਪਾਂ ਕੀ ਹੈ ਕੰਪਾਈਲਰ ਨੂੰ ਪਤਾ ਲੱਗ ਜੂਗਾ ਵੀ ਇਹ ਰਿਜ਼ਰਵ ਵਰਡ ਨੇ, ਅਦਰਵਾਈਜ਼ ਆਪਾਂ ਇਹਨੂੰ ਚੇਂਜ ਨਹੀਂ ਕਰ ਸਕਦੇ। ਹੁਣ ਜੇ ਮੰਨ ਲਓ ਊਰਾ ਹੈ, ਊਰਾ ਆਪਾਂ ਇੱਥੇ ਵੀ ਆਏ ਪਾਉਣੇ ਆ, ਪਾਕਿਸਤਾਨ ਦੇ ਵਿੱਚ ਵੀ ਆਏ ਆ, ਕੈਨੇਡਾ ਦੇ ਵਿੱਚ ਵੀ ਆਏ ਆ, ਆਏ ਤਾਂ ਨਹੀਂ ਪਾ ਸਕਦੇ। ਇਹ ਤਾਂ ਆਪਾਂ ਤਾਂ ਪਾਉਂਦੇ ਜੇ ਆਪਾਂ ਛੋਟੇ ਹੁੰਦੇ ਸੀ, ਆਪਣੇ ਕੁੱਟ ਬਹੁਤ ਪੈਂਦੀ ਸੀ ਮਾਸਟਰਾਂ ਤੋਂ। ਅਸੀਂ ਤਾਂ ਭਾਈ ਸਰਕਾਰੀ ਸਕੂਲ 'ਚ ਪੜ੍ਹੇ ਆ, ਤੁਸੀਂ ਪਤਾ ਨਹੀਂ ਪੜ੍ਹੇ ਕਿ ਨਹੀਂ ਪੜ੍ਹੇ, ਸਾਡੇ ਤਾਂ ਬਹੁਤ ਕੁੱਟ ਪੈਂਦੀ ਸੀਗੀ ਜਦੋਂ ਅਸੀਂ ਗਲਤ ਪਾ ਦਿੰਦੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਰਿਜ਼ਰਵ ਵਰਡ ਹੈ, ਮਤਲਬ ਇਹ ਜਿਹੜਾ ਹੈਗਾ ਅਮਰੀਕਾ 'ਚ ਵੀ ਇਹ ਇਦਾਂ ਪੈਂਦਾ, ਇੰਡੀਆ 'ਚ ਵੀ ਪੈਂਦਾ, ਕੋਈ ਇਹ ਇਦਾਂ ਨਹੀਂ ਨਾ ਪਾ ਸਕਦਾ, ਇਹ ਨਹੀਂ ਹੈਗਾਗਾ। ਤਾਂ ਇਹ ਰਿਜ਼ਰਵ ਵਰਡ ਹੁੰਦੇ ਨੇ। ਓਕੇ ਹੈ ਜੀ, ਅੱਜ ਦਾ ਜਿਹੜਾ ਮੇਨ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਰਾਜੇ ਆਪਰੇਟਰ ਹੈ। ਇੱਥੋਂ ਤੁਹਾਨੂੰ 4 ਤੋਂ 5 ਕੁਐਸਚਨ ਆ ਸਕਦੇ ਆ, ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਅੱਜ ਤੋਂ ਪਹਿਲਾਂ ਤੁਸੀਂ ਆਪਰੇਟਰ ਇਦਾਂ ਕਦੇ ਨਹੀਂ ਪੜ੍ਹੇ ਹੋਣਗੇ। ਆਪਾਂ ਐਂ ਸੋਚ ਲੈਂਦੇ ਆ ਵੀ ਇਹ ਤਾਂ ਸਾਨੂੰ ਆਉਂਦਾ ਹੀ ਆਪਰੇਟਰ, ਬਟ ਇਹਦੇ ਵਿੱਚ ਜਿਵੇਂ ਸ਼ਿਫਟ ਆਪਰੇਟਰ ਹੈਗਾ, ਇਸ ਤੋਂ ਇਲਾਵਾ ਆਪਰੇਟਰ ਦੀ ਪ੍ਰੈਸੀਡੈਂਸ ਹੈਗੀ ਆ, ਉਹ ਆਪਾਂ ਕਦੇ ਨਹੀਂ ਪੜ੍ਹਦੇ ਜਦੋਂ ਆਪਾਂ BCA ਕੀਤੀ ਆ ਜਾਂ ਫਿਰ MCA ਕੀਤੀ ਆ, BTech ਕੀਤੀ ਆ। ਤਾਂ ਕਿਰਪਾ ਕਰਕੇ ਜਰੂਰ ਦੇਖ ਲਿਓ। ਦੇਖੋ ਅੱਧੇ ਘੰਟੇ ਦੀ ਵੀਡੀਓ ਹੁੰਦੀ ਹੈ, ਬਟ ਇੰਨੀ ਗਾਰੰਟੀ ਆ ਵੀ ਇਹ ਵੀਡੀਓ ਤੋਂ ਤੁਹਾਨੂੰ ਜ਼ਰੂਰ ਕੁਝ ਸਿੱਖਣ ਨੂੰ ਮਿਲੂਗਾ ਤੇ ਤੁਹਾਨੂੰ ਐਗਜ਼ਾਮ ਦੇ ਵਿੱਚ ਜਾ ਕੇ ਉਹ ਹੈਲਪਫੁਲ ਹੋਊਗਾ। ਠੀਕ ਹੈ ਜੀ, ਤੇ ਨਾਲੇ ਬਾਈ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਬੱਚੇ। ਓਕੇ ਆ ਜੀ, ਚਲੋ ਪੜ੍ਹਦੇ ਹਾਂ। ਹੁਣ ਆਪਰੇਟਰ ਕੀ ਚੀਜ਼ ਹੁੰਦੀ ਹੈ ਰਾਜੇ, ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਜੀ ਆਪਰੇਟਰ ਹੁੰਦਾ, ਇੱਕ ਹੁੰਦੇ ਜੀ ਓਪਰੈਂਡਸ। ਓਪਰੈਂਡਸ ਕੀ ਹੁੰਦੇ ਤੁਹਾਨੂੰ ਮੈਂ ਦੱਸਦਾ। ਜਿਵੇਂ ਮੰਨ ਲਓ ਮੈਂ ਇੱਥੇ ਲਿਖ ਦਵਾਂ 5 ਤੇ 7, ਇਹ ਕੀ ਹੋ ਗਏ ਤੁਹਾਡੇ ਓਪਰੈਂਡਸ ਹੋ ਗਏ। ਹੁਣ ਇਹਨਾਂ ਦੇ ਉੱਪਰ ਇਹਨੂੰ ਮੈਂ ਮੈਨੂਪਲੇਟ ਕਰਨਾ ਜਾਂ ਇਹਦੀ ਮੈਂ ਕੋਈ ਰਿਜ਼ਲਟ ਲੈ ਕੇ ਆਉਣਾ ਹੈ, ਤਾਂ ਇਹਦੇ ਵਿੱਚ ਕਾਰ ਕੀ ਆਊਗਾ ਰਾਜੇ, ਆਪਰੇਟਰ ਆਊਗਾ। ਆਪਰੇਟਰ ਕੀ ਹੋ ਸਕਦਾ, ਉਹ ਪਲੱਸ ਵੀ ਹੋ ਸਕਦਾ, ਮਾਈਨਸ ਵੀ, ਮਲਟੀਪਲਾਈ ਵੀ, ਲੈਸ ਦੈਨ ਵੀ, ਗ੍ਰੇਟਰ ਦੈਨ ਵੀ। ਤਾਂ ਇਹ ਕੀ ਹੁੰਦਾ ਰਾਜੇ, ਆਪਰੇਟਰ ਹੁੰਦਾ ਜਿਹੜਾ ਇਹਨਾਂ ਦੋਵਾਂ ਦੇ ਉੱਪਰ ਕੀ ਕਰਦਾ, ਆਪਰੇਟ ਕਰਦਾ, ਆਪਰੇਸ਼ਨ ਕਰਦਾ। ਤਾਂ 5 + 7 ਕਿੰਨਾ ਹੋ ਗਿਆ 12। ਤਾਂ ਕਹਿਣ ਦਾ ਮਤਲਬ ਇਹਦੀ ਵਜ੍ਹਾ ਦੇ ਨਾਲ ਕੀ ਹੋਇਆ, ਆਪਾਂ ਨੂੰ ਰਿਜ਼ਲਟ ਮਿਲਿਆ 12। ਕਲੀਅਰ ਹੈ ਜੀ। ਕਹਿੰਦਾ ਆਪਰੇਟਰ ਇਜ਼ ਅ ਸਿੰਬਲ ਦੈਟ ਟੈਲ ਦਾ ਕੰਪਿਊਟਰ ਟੂ ਪਰਫਾਰਮ ਮੈਥਮੈਟੀਕਲ ਤੇ ਲੌਜੀਕਲ ਮੈਨੂਪੂਲੇਸ਼ਨ। ਮੈਥਮੈਟੀਕਲ ਕੰਮ ਵੀ ਹੋ ਸਕਦਾ, ਲੌਜੀਕਲ ਵੀ ਹੋ ਸਕਦਾ ਹੈ। ਹੁਣ ਲੌਜੀਕਲ ਕੀ ਹੁੰਦਾ, ਮੈਥਮੈਟੀਕਲ ਕੀ ਹੁੰਦਾ, ਮੈਂ ਅੱਗੇ ਜਾ ਕੇ ਦੱਸਦਾ। ਇਸ ਤੋਂ ਇਲਾਵਾ ਰਾਜੇ ਜਿਹੜਾ ਜਿਵੇਂ ਹੁਣ ਮੰਨ ਲਓ ਮੈਂ ਐਗਜ਼ਾਮਪਲ ਲੈ ਲਵਾਂ A + B। ਹੁਣ ਇਹਦੇ ਵਿੱਚ ਜਿਹੜਾ A + B ਹੈ ਕੀ ਰਾਜੇ ਆਪਣੇ ਕੀ ਨੇ, ਓਪਰੈਂਡਸ ਨੇ, ਤੇ ਜਿਹੜਾ ਪਲੱਸ ਹੈਗਾ ਰਾਜੇ ਉਹ ਕੀ ਆਪਣਾ ਇੱਕ ਤਰ੍ਹਾਂ ਦਾ ਆਪਰੇਟਰ ਹੈ। ਠੀਕ ਹੈ ਜੀ, ਕਲੀਅਰ ਹੈ। A ਤੇ B ਕੀ ਹੋ ਗਏ, ਆਪਣੇ ਓਪਰੈਂਡਸ ਹੋ ਗਏ, ਇਹ ਯਾਦ ਰੱਖਣੇ ਨੇ ਤੁਸੀਂ। ਹੁਣ ਜਿਹੜੇ ਆਪਰੇਟਰ ਹੁੰਦੇ ਰਾਜੇ 3 ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਜੀ ਯੂਨਰੀ ਆਪਰੇਟਰ, ਯੂਨਰੀ ਆਪਰੇਟਰ, ਇੱਕ ਹੁੰਦਾ ਜੀ ਬਾਈਨਰੀ ਤੇ ਇੱਕ ਹੁੰਦਾ ਟੈਨਰੀ। ਠੀਕ ਹੈ, ਟੈਨਰੀ ਮੈਂ ਇੱਥੇ ਲਿਖਿਆ ਨਹੀਂ ਹੋਇਆਗਾ, ਉਸ ਟਾਈਮ ਤੇ ਮੈਂ ਬਿਲਕੁਲ ਸਿੰਪਲ ਬੁੱਕ ਲਿਖੀ ਸੀ, ਇਹ BA ਵਾਲਿਆਂ ਵਾਸਤੇ, ਤੇ ਵਧੀਆ ਬੁੱਕ ਚੱਲੀ ਸੀ ਆਪਣੀ, ਕਿਉਂਕਿ ਆਪਣੀ ਲੈਂਗੁਏਜ ਹੈਗੀ ਦੇਸੀ, ਸਿੰਪਲ ਤੇ ਟਿਕਾਊ। ਯੂਨਰੀ ਆਪਰੇਟਰ ਉਹ ਆਪਰੇਟਰ ਹੁੰਦੇ ਜਿਹੜੇ ਸਿਰਫ ਇੱਕ ਆਪਰੈਂਡ ਤੇ ਕੰਮ ਕਰਦੇ ਆ। ਆਪਰੈਂਡਸ ਇੱਕ ਆਪਰੈਂਡ ਦਾ ਮਤਲਬ ਸਮਝ ਗਏ। ਇੱਕ ਮਿੰਟ ਮੈਨੂੰ ਅਰੇਂਜ ਕਰ ਲਾਂ ਥੋੜਾ ਜਿਹਾ। ਮੰਨ ਲਓ ਹੁਣ ਆ ਕੀ ਕੀਤਾ, ਮੈਂ A + B ਲਿਖਿਆ, ਇੱਥੇ ਮੇਰੇ ਕੋਲ ਕਿੰਨੇ ਆਪਰੈਂਡਸ ਨੇ, 2 ਆਪਰੈਂਡਸ ਨੇ।
जिथे दो ऑपरेंड्स यूज हो रहे राजे उन्होंने कह देंगे बाइनरी ऑपरेटर। जिथे एक यूज होगा, जे मैं लिख देवां ए प्लस प्लस, ये प्रोग्रामिंग यूज होंगे है, ठीक है, इनू कह देंगे यूनरी ऑपरेटर। जिथे 3 यूज होंगे है, जिवें मान लो मैं कह देवां ए ग्रेटर दैन बी, फिर इसे लिख देवां सी, इनू कह देंगे टैनरी ऑपरेटर। जिथे एक ऑपरेटर ऑपरेंड्स यूज होगा दैट इज कॉल्ड यूनरी, जिथे दो यूज होणगे उन्होंने कह देंगे बाइनरी, 3 होणगे उन्होंने टैनरी, ठीक है, याद रख लियो। तो पढ़ लियो राजे, तुसीं ये स्क्रीनशॉट लै लियो। कहंदा एन ऑपरेटर विच ऑपरेट्स ओनली वन ऑपरेंड इज कॉल्ड यूनरी ऑपरेटर, ते एन ऑपरेटर विच ऑपरेट ओनली टू ऑपरेंड्स दैट इज कॉल्ड बाइनरी ऑपरेटर। टैनरी तुहानूं मैं दस दित्ता 3 ते हुंदा है। ओके है जी, अगे चलदे आपां। हुण की है राजे, अपने कोले वक्री वक्री कैटेगरीज दे विच ऑपरेटर हैगे आ, जिवें अर्थमैटिक ऑपरेटर है, रिलेशनल है, लॉजिकल है, असाइनमेंट है, कंडीशनल है, बिटवाइज है, इंक्रीमेंट ते स्पैशल ऑपरेटर। ये सारे पढ़ने ने, इहदे विचों ये नहीं सोचना भी आ छड्ड दईए ते आ पढ़ लईए। अच्छा जी, अर्थमैटिक ऑपरेटर आपां नूं सारिआं नूं पता, जिहदे विच आपां की मैथेमैटिकल काम करदे आ। जिवें प्लस कादे वास्ते वरतिया जांदा, जोड़न वास्ते, एडिशन वास्ते, सबट्रैक्शन वास्ते माइनस है, मल्टीप्लाई वास्ते यूज हुंदा है, डिवीजन वास्ते हुंदा, मॉडुलस वास्ते। आ ऑपरेटर बहुत कन्फ्यूजन क्रिएट करदा स्टूडेंट दे विच, इहनूं जरूर समझ के जाइओ। मान लो मैं ए प्लस बी करदा, ए दी वैल्यू मैं 7 लै ली, बी दी 2 लै ली, ए प्लस बी की हो गया 7 प्लस 2 कितना रिजल्ट आ गया 9, माइनस करूंगा 7 माइनस 2 कितना आ गया 5, मल्टीप्लाई कर दूंगा 7 इंटू 2 कितना आ गया 14। ये तो सौखा ही है, 7 डिवाइड बाय 2 कर दूंगा कितना आंसर आ गया 3। पर जो मॉडुलस की हुंदा राजे, मॉडुलस ऑपरेटर वो ऑपरेटर हुंदा जो रिमाइंडर जो बचदा वो अपने कोले आंसर हुंदा। जिवें मैं लिख देवां 7 मॉडुलस 2, तो मैं की करूंगा 7 नूं डिवाइड करूंगा 2 ते, 2 3 तक 6 हो गया, एक ही बच गया मेरे को 1 रिमाइंडर बच गया, जो रिमाइंडर बच गया राजे वही आंसर है। हुण जिवें मैं कह देवां 4 मॉडुलस 2, इसदा आंसर की आ जाऊगा 0, क्योंकि 2 4 की हो गया 2 दूनी 4, ते इत्थे की आ गया 0। हुण तुसीं मैनूं आंसर करना है, मैं तुहानूं मैं एक क्वेश्चन दे रहा, तुसीं मैनूं आंसर करना है 13 मॉडुलस 2, इसदा आंसर तुसीं करना मैनूं कमेंट बॉक्स दे विच कितना आंसर आऊगा मॉडुलस ऑपरेटर दा, ठीक है जी। ये सारे तुहाडे अर्थमैटिक ऑपरेटर है जिहड़े कि सी दे विच मैथेमैटिकल कैलकुलेशन करते हैं। अगे गल करते हैं जी रिलेशनल ऑपरेटर राजे, जिहड़े नाम तो ही क्लीयर है, रिलेशन दसणगे। हुण मान लो मैं दो बच्चों के विचकार, जिवें मान लो दो ऑपरेंड्स लै लवां ए ते बी, इहदे विचकार रिलेशन लभना है कि ए इक्वल टू हो सकते हैं, ए ग्रेटर भी हो सकता है, ए लैस भी हो सकता है, ए नॉट इक्वल टू भी हो सकता है। कहने का मतलब जिहड़े दो रिलेशन, दो ऑपरेंड्स के विचकार रिलेशन दसणगे दैट इज कॉल्ड रिलेशनल ऑपरेटर। तो लिखा हुआ राजे, कहता रिलेशनल ऑपरेटर्स आर यूज्ड टू चेक द रिलेशन बिटवीन द टू ऑपरेंड्स। सिर्फ दो ऑपरेंड्स ते काम करनगे, ठीक है जी, 3 वास्ते वखरे हुंदे आ। कहता इन अदर वर्ड आप कह सकते हैं भी जो दो वैल्यू नूं कंपैरिजन करने वास्ते वरते जाते हैं, आप कंपेयर भी कर सकते हैं। तो हुण देखो जी किहड़े किहड़े हुंदे आ, ये तुहानूं सारिआं नूं पता है किहड़ा हुंदा जी, लैस दैन दा सिंबल हुंदा है, ए लैस दैन इक्वल टू। हुण दो चीज़ां आपां इकट्ठियां करनियां, हुण लैस दैन और इक्वल टू। हुण मैं कह देवां 10 लैस दैन इक्वल टू 10, तो यदि वैल्यू की आऊगी ट्रू आऊगी। क्यों आऊगी? क्योंकि देखो पहली कंडीशन की है लैस दैन 10, लैस दैन 10 हैगा नहीं हैगा, पर 10 इक्वल टू 10 हैगा, सही है, क्योंकि 10 इक्वल टू 10 तो हैगा ना। एक कंडीशन ट्रू हो रही है तो मतलब कि आंसर की आऊगा मेरे को ट्रू आऊगा। तो की है जी, आ लैस दैन दा ऑपरेटर है, ये लैस दैन इक्वल टू दा, ये ग्रेटर दैन दा, ये ग्रेटर दैन इक्वल टू, ये इक्वल टू। याद रखियो राजे, बहुत पुछदे हुंदे जे आपां देसी भाषा च गल करिए भी ए इक्वल टू बी तो अपने वास्ते ठीक है, पर जे आपां सी दे विच गल करिए तो गलत है, क्योंकि इत्थे जिहड़ा इक्वल टू ऑपरेटर है वो 2 बार यूज हुंदा है, इनू वैलिड मानदा, इनू इनवैलिड मानदा है। तो जे मैं 10 इक्वल टू 10 करना होवे सी लैंगुएज दे विच तो मैनूं 2 बारी पाउणा पऊगा, ये याद रख लियो। अगला हैगा जी नॉट इक्वल टू, ये सारे ऑपरेटर है। हुण मैं वैल्यू लै ली राजे, ए दी 7 लै ली, बी दी लै ली 2। हुण मैं कहता इत्थे 7 लैस दैन 2, 7 लैस दैन 2 हैगा नहीं हैगा तो फॉल्स है, तो वैल्यू की आ जाऊगी मेरे को आंसर की आ जाऊगा 0 आ जाऊगा। हुण मैं कह देवां 7 लैस दैन इक्वल टू 2, तो 7 ना तो लैस है ना इक्वल है, इहदी वैल्यू की आ जाऊगी 0 आ जाऊगी। जे मैं कह देवां 7 ग्रेटर दैन 2, ठीक है, 7 ग्रेटर दैन 2, तो 7 2 तो ग्रेटर है राजे, इत्थे गलत लिखा होया, 7 2 तो ग्रेटर है तो वैल्यू की आ जाऊगी ट्रू आ जाऊगी, जां फिर की आ जाऊगी 1 आ जाऊगी। अगे मैं लिख देवां 7 ग्रेटर दैन और इक्वल टू 2, 7 ग्रेटर तो हैगा लेकिन इक्वल टू नहीं हैगा, एक कंडीशन ट्रू हो रही है तो आंसर की आ जाऊगा मेरा ट्रू आ जाऊगा। अगे मैं कह देवां 7 इक्वल टू 2, तो 7 2 के बराबर नहीं हैगा तो वैल्यू की आ जाऊगी 0। जे मैं कह देवां 7 नॉट इक्वल टू 2, तो ठीक है जी नॉट इक्वल टू है, तो वैल्यू की आ जाऊगी मेरे को ट्रू आ जाऊगी। तो कहने का भाव तुसीं इस तरह की कर सकते हो, रिलेशन लभ सकते हो। अगे चलते हैं जी आपां, अगले ऑपरेटर है लॉजिकल ऑपरेटर।
ਹੁਣ ਲੌਜੀਕਲ ਆਪਰੇਟਰ ਦੇਖੋ ਨਾਮ ਤੋਂ ਕਲੀਅਰ ਹੈ, ਜਦੋਂ ਦੇਖੋ ਪ੍ਰੋਗਰਾਮ ਬਣਦੇ ਆ, ਤੁਸੀਂ ਸੌਫਟਵੇਅਰ ਚਲਾਉਣੇ ਹੋ, ਜਿਵੇਂ ਮੰਨ ਲਓ WhatsApp ਚਲਾਉਣੇ ਹੋ, ਤੁਸੀਂ ਸਟੇਟਸ ਲਾਉਣੇ ਹੋ, ਉਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਤਾਂ ਹੋਊਗਾ ਨਾ। ਸੌਫਟਵੇਅਰ ਬਣਾਉਣ ਵਾਸਤੇ ਕੀ ਯੂਜ਼ ਹੁੰਦੇ ਆ, ਆਪਣੇ ਪ੍ਰੋਗਰਾਮ ਯੂਜ਼ ਹੁੰਦੇ ਆ, ਤਾਂ ਪ੍ਰੋਗਰਾਮ ਦੇ ਵਿੱਚ ਕੀ ਹੋਊਗਾ ਰਾਜੇ, ਲੌਜਿਕ ਹੋਊਗਾ। ਤਾਂ ਲੌਜੀਕਲ ਆਪਰੇਟਰ ਕਾਹਦੇ ਵਾਸਤੇ ਯੂਜ਼ ਹੁੰਦੇ ਰਾਜੇ, ਜਦੋਂ ਆਪਾਂ ਟੈਸਟ ਕਰਦੇ ਆ, ਇੱਕ ਤੋਂ ਵੱਧ ਕੰਡੀਸ਼ਨ ਟੈਸਟ ਕਰਦੇ ਆ। ਹੁਣ ਜਿਵੇਂ ਮੈਂ ਕਰਕੇ ਹਟਿਆ ਨਾ 7 ਲੈਸ ਦੈਨ ਇਕੁਅਲ ਟੂ 2, ਇੱਥੇ ਕੀ ਹੈ, ਇੱਕ ਕੰਡੀਸ਼ਨ, ਫਸਟ ਕੰਡੀਸ਼ਨ ਇਹ ਹੈ, ਸੈਕੰਡ ਕੰਡੀਸ਼ਨ ਮੇਰੇ ਕੋਲੇ ਆ ਗਈ। ਜਦੋਂ ਇੱਕ ਤੋਂ ਵੱਧ ਕੰਡੀਸ਼ਨ ਯੂਜ਼ ਹੁੰਦੀ ਹੈ ਉਦੋਂ ਕੀ ਯੂਜ਼ ਹੁੰਦੇ, ਆਪਣੇ ਕੋਲੇ ਲੌਜੀਕਲ ਆਪਰੇਟਰ ਯੂਜ਼ ਹੁੰਦੇ ਆ। ਤਾਂ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਲੌਜੀਕਲ ਆਪਰੇਟਰ ਆ ਰਾਜੇ। ਇਹਨੂੰ ਕਹਿ ਦਿੰਦੇ ਆ ਲੌਜੀਕਲ ਐਂਡ, ਵੈਸੇ ਤੁਹਾਡੇ ਵਾਸਤੇ ਐਮਪਰਸੈਂਟ ਦਾ ਸਾਈਨ ਹੈ, ਪਰ ਇਹ ਡਬਲ ਐਮਪਰਸੈਂਟ ਹੈ। ਡਬਲ ਐਮਪਰਸੈਂਟ ਦਾ ਮਤਲਬ ਕੀ ਹੋ ਗਿਆ, ਲੌਜੀਕਲ ਐਂਡ। ਇਹ ਵਾਲਾ ਜਿਹੜਾ ਹੈਗਾ ਜੀ ਇਹਨੂੰ ਕਹਿ ਦਿੰਦੇ ਆ ਲੌਜੀਕਲ ਔਰ, ਤੇ ਇਹ ਹੈਗਾ ਜੀ ਲੌਜੀਕਲ ਨੋਟ। ਇਹਦੇ ਸਿੰਬਲ ਵੀ ਯਾਦ ਰੱਖਣੇ ਨੇ, ਕਈ ਵਾਰ ਸਿੰਬਲ ਪੁੱਛ ਲੈਂਦਾ ਹੈ। ਹੁਣ ਮੰਨ ਲਓ ਮੈਂ ਦੋ ਕੰਡੀਸ਼ਨਾਂ ਚੈੱਕ ਕਰਨੀਆਂ ਨੇ, 7 ਲੈਸ ਦੈਨ ਇਕੁਅਲ ਟੂ 2 ਐਂਡ 7 ਗ੍ਰੇਟਰ ਦੈਨ 5। ਤੇ ਦੋਨੇ ਕੰਡੀਸ਼ਨ ਫਾਲਸ ਨੇ, ਨਾ ਤਾਂ 2 ਤੋਂ ਲੈਸ ਹੈ ਨਾ, ਠੀਕ ਹੈ ਜੀ, ਸੌਰੀ ਇਹਨਾਂ ਨੇ ਗਲਤ ਲਿਖਿਆ ਹੋਇਆ, ਟਰੂ ਹੈ ਇੱਥੇ, ਹਾਂ ਸੌਰੀ ਫਾਲਸ ਹੀ ਆਊਗਾ, ਮੇਰਾ ਵੀ ਦਿਮਾਗ ਥੋੜਾ ਜਿਹਾ ਪਲੀਜ਼। ਦੇਖੋ ਇੱਕ ਐਂਡ ਹੈ ਨਾ, ਐਂਡ ਦਾ ਮਤਲਬ ਕੀ ਹੁੰਦਾ ਹੈ, ਜਾਂ ਇਹ ਵੀ ਤੇ ਆ ਵੀ, ਜਾਂ ਮਤਲਬ ਕਿ ਔਰ ਨਹੀਂ ਹੈਗਾ, ਇਹ ਵੀ ਤੇ ਆ ਵੀ, ਅਤੇ ਐਂਡ ਦਾ ਮਤਲਬ ਹੁੰਦਾ ਅਤੇ, ਮਤਲਬ ਆ ਵੀ ਚੀਜ਼ ਠੀਕ ਹੋਵੇ, ਆ ਵੀ ਚੀਜ਼ ਠੀਕ ਹੋਵੇ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਤੁਹਾਨੂੰ ਮੈਂ ਦੁਬਾਰਾ ਦੱਸਦਾ, ਇੱਕ ਮਿੰਟ ਪਲੀਜ਼, ਇੱਕ ਮਿੰਟ ਬਸ। ਇਹ ਆ ਦੇਖੋ, ਇਹਦੇ ਵਿੱਚ ਪਹਿਲੀ ਕੰਡੀਸ਼ਨ ਕਿਹੜੀ ਆ, ਆਹ ਹੈ, ਸੈਕੰਡ ਕੰਡੀਸ਼ਨ ਆਹ ਹੈ। ਦੇਖੋ ਪਹਿਲੀ ਕੰਡੀਸ਼ਨ ਕੀ ਹੈ, 7 ਲੈਸ ਦੈਨ ਇਕੁਅਲ ਟੂ 2, ਇਹਦਾ ਫਾਲਸ ਹੋ ਗਈ, ਪਰ ਕਹਿੰਦਾ 7 ਗ੍ਰੇਟਰ ਦੈਨ 5 ਇਹ ਠੀਕ ਹੈ। ਬਟ ਐਂਡ ਦੇ ਕੇਸ ਦੇ ਵਿੱਚ ਦੋਨੇ ਟਰੂ ਹੋਣੀਆਂ ਚਾਹੀਦੀਆਂ, ਤਾਂ ਵੈਲਿਊ ਟਰੂ ਆਊਗੀ। ਜੇ ਇੱਕ ਵੀ ਫਾਲਸ ਆ ਗਈ ਤਾਂ ਕੀ ਹੋ ਜਾਊਗਾ, ਆਂਸਰ 0 ਆਊਗਾ। ਦੇਖੋ ਆਹ ਫਾਲਸ ਹੋ ਰਹੀ ਹੈ, ਇਸ ਕਰਕੇ ਆਂਸਰ ਕੀ ਆ ਗਿਆ, 0 ਆ ਗਿਆ। ਹੁਣ ਲੌਜੀਕਲ ਔਰ ਦਾ ਮਤਲਬ ਕੀ ਹੈ, ਦੋਨਾਂ ਦੇ ਵਿੱਚੋਂ ਇੱਕ ਆ ਜਾਂ ਆ, ਜੇ ਦੋਵਾਂ ਚ ਇੱਕ ਵੀ ਠੀਕ ਹੋਗੀ ਤਾਂ ਆਂਸਰ ਠੀਕ ਆਊਗਾ। ਤਾਂ ਦੇਖੋ 7 ਲੈਸ ਦੈਨ 2 ਇਹ ਫਾਲਸ ਹੈ, ਬਟ 7 ਗ੍ਰੇਟਰ ਦੈਨ 5 ਇਹ ਠੀਕ ਹੈ, ਤਾਂ ਆਂਸਰ ਕੀ ਆ ਗਿਆ ਮੇਰੇ ਕੋਲ, ਟਰੂ ਆ ਗਿਆ। ਅਗਲਾ ਆ ਗਿਆ ਜੀ ਨੋਟ। ਨੋਟ ਦਾ ਮਤਲਬ ਹੁੰਦਾ ਕਿ 7 ਲੈਸ ਦੈਨ 2 ਨਹੀਂ ਹੈਗਾਗਾ, 7 ਲੈਸ ਦੈਨ 2 ਨਹੀਂ ਹੈਗਾ। ਆ ਕੀ ਹੋ ਗਿਆ, 7 ਲੈਸ ਦੈਨ 2 ਹੈਗਾ, ਬਟ ਜੇ ਮੈਂ ਇਹਦੇ ਅੱਗੇ ਨੋਟ ਪਾਤਾ ਤਾਂ ਮਤਲਬ ਕੀ ਹੈ, ਨਹੀਂ ਹੈਗਾ। ਤਾਂ 7 2 ਤੋਂ ਲੈਸ ਨਹੀਂ ਹੈਗਾ, ਤਾਂ ਮਤਲਬ ਕੀ ਬਿਲਕੁਲ ਠੀਕ ਹੈ, ਤਾਂ ਆਂਸਰ ਕੀ ਆਊਗਾ ਮੇਰੇ ਕੋਲੇ, ਟਰੂ ਆ ਜਾਊਗਾ। ਪਰ ਇਹਦੇ ਵਾਸਤੇ ਰਾਜੇ ਇੱਕ ਨਾ ਬੂਲੀਅਨ ਅਲਜਬਰਾ ਯੂਜ਼ ਹੁੰਦਾ ਹੈ। ਬੂਲੀਅਨ ਅਲਜਬਰਾ ਤੁਹਾਨੂੰ ਮੈਂ ਦੱਸੂਗਾ ਕੀ ਹੁੰਦਾ ਹੈ ਜਦੋਂ ਮੈਂ ਡਿਜੀਟਲ ਸਰਕਟ ਕਰਾਉਂਗਾ। ਬੂਲੀਅਨ ਅਲਜਬਰੇ ਦੇ ਵਿੱਚ ਕੀ ਆਪਣੀਆਂ ਟਰੂ ਤੇ ਫਾਲਸ ਵਾਸਤੇ ਇੱਕ ਟੇਬਲ ਬਣਦਾ ਹੈ, ਐਂਡ ਦਾ, ਔਰ ਦਾ ਤੇ ਨੋਟ ਦਾ। ਤੁਹਾਨੂੰ ਮੈਂ ਦੱਸਦਾ, ਇਹ ਤੋਂ ਹੀ ਦੇਖੋ ਗੇਟ ਬਣਦੇ ਆ। ਅੱਗੇ ਜਾ ਕੇ ਮੈਂ ਯੂਨੀਵਰਸਲ ਗੇਟ ਕਰਾਉਂਗਾ, ਐਂਡ, ਔਰ, ਨੋਟ, ਨੈਂਡ, ਨੌਰ ਸਾਰੇ ਕਰਾਉਂਗਾ। ਵੈਸੇ ਮੈਂ ਕਰਾਏ ਹੋਏ ਆ ਚੈਨਲ ਤੇ, ਜੇ ਤੁਸੀਂ ਜ਼ਿਆਦਾ ਕਾਹਲੀ ਹੈਗੀ ਤੁਸੀਂ ਉਹ ਦੇਖ ਸਕਦੇ ਹੋ, ਮੈਂ ਉਹ ਵੀਡੀਓ ਪਲੇਲਿਸਟ ਦੇ ਵਿੱਚ ਐਡ ਕਰ ਦੂੰਗਾ। ਹੁਣ ਦੇਖੋ ਰਾਜੇ ਲੌਜੀਕਲ ਐਂਡ। ਹੁਣ ਐਂਡ ਦਾ ਮਤਲਬ ਕੀ ਹੈ, ਤੁਹਾਨੂੰ ਮੈਂ ਦੱਸਿਆ ਇਹ ਵੀ ਤੇ ਇਹ ਵੀ। ਐਂਡ ਦਾ ਮਤਲਬ ਹੁੰਦਾ ਰਾਜੇ ਮਲਟੀਪਲਾਈ ਦਾ ਸਿੰਬਲ ਹੈ। ਐਂਡ ਨੂੰ ਹਮੇਸ਼ਾ ਯਾਦ ਰੱਖਣਾ, ਐਂਡ ਵਾਸਤੇ ਕਿਹੜਾ ਯੂਜ਼ ਹੁੰਦਾ, ਮਲਟੀਪਲਾਈ ਦਾ ਸਿੰਬਲ ਯੂਜ਼ ਹੁੰਦਾ ਹੈ। ਹੁਣ ਦੇਖੋ ਰਾਜੇ ਆਪਾਂ ਜਿਵੇਂ ਮੰਨ ਲਓ a ਤੇ b ਦੀ ਵੈਲਿਊ ਲੈ ਲਈਏ, ਮੈਂ ਤੁਹਾਨੂੰ ਇੱਥੇ ਸਮਝਾ ਦਿੰਦਾ। ਮੰਨ ਲਓ ਮੈਂ ਦੋਨਾਂ ਦੀ ਵੈਲਿਊ 1 ਲੈ ਲਈ, ਜਾਂ ਇੱਕ ਦੀ ਵੈਲਿਊ 1 ਲੈ ਲਈ, ਇੱਕ ਦੀ 0 ਲੈ ਲਈ, a ਦੀ 0 ਲੈ ਲਈ, ਇਹਦੀ 1 ਲੈ ਲਈ, ਦੋਨਾਂ ਦੀ 0 0 ਲੈ ਲਈ। ਹੁਣ ਇੱਥੇ ਯਾਦ ਰੱਖਣਾ ਇੱਥੇ ਮਲਟੀਪਲਾਈ ਦਾ ਸਿੰਬਲ ਹੈ, ਐਂਡ ਨੂੰ ਕੀ ਮੰਨ ਕੇ ਚੱਲਦੇ ਆਪਾਂ, ਮਲਟੀਪਲਾਈ। 1 into 1 ਕੀ ਆਊਗਾ, ਆਂਸਰ 1 ਆਊਗਾ। 1 into 0 ਕਰਾਂਗੇ ਆਂਸਰ ਕੀ ਆਊਗਾ, 0। 0 into 1 ਕਰਾਂਗੇ ਆਂਸਰ ਕੀ ਆਊਗਾ, 0। ਤੇ 0 ਨੂੰ 0 ਨਾਲ ਕਰਾਂਗੇ ਤਾਂ ਆਂਸਰ 0 ਆਊਗਾ। ਤਾਂ ਕਹਿਣ ਦਾ ਮਤਲਬ ਐਂਡ ਦੇ ਵਿੱਚ ਟਰੂ ਕਦੋਂ ਹੋਊਗਾ, ਜਦੋਂ ਦੋਨੇ ਵੈਲਿਊ ਕੀ ਹੋਣਗੀਆਂ, ਹਾਈ ਹੋਣਗੀਆਂ। 1 ਨੂੰ ਕੀ ਕਹਿ ਦਿੰਦੇ ਆਪਾਂ, ਹਾਈ, ਤੇ 0 ਨੂੰ ਕੀ ਕਹਿ ਦਿੰਦੇ ਆਪਾਂ, ਲੋ ਵੈਲਿਊ ਕਹਿ ਦਿੰਦੇ ਬਾਈਨਰੀ ਦੇ ਵਿੱਚ। ਤਾਂ ਇੱਥੇ ਵੀ ਸੇਮ ਹੈ, ਕਹਿੰਦਾ ਦੋਨੇ ਵੈਲਿਊ ਟਰੂ ਹੈ, ਮਤਲਬ ਦੋਨੇ ਕੀ ਨੇ, 1 1 ਨੇ, ਤਾਂ ਆਂਸਰ ਕੀ ਆਊਗਾ ਮੇਰੇ ਕੋਲੇ, 1 ਆਊਗਾ। ਜੇ ਇੱਕ ਵੈਲਿਊ 1 ਹੈ, ਇੱਕ 0, ਆਂਸਰ ਕੀ ਆਊਗਾ ਮੇਰੇ ਕੋਲੇ, ਫਾਲਸ ਆਊਗਾ। ਜੇ ਇੱਕ ਫਾਲਸ ਹੈ, ਇੱਕ ਟਰੂ ਹੈ, ਵੈਲਿਊ ਮੇਰੇ ਕੋਲ ਕੀ ਆਊਗੀ, ਫਾਲਸ ਆਊਗੀ। ਜੇ ਦੋਨੇ 0 0 ਅੱਗੇ ਆਂਸਰ ਆਊਗਾ ਮੇਰੇ ਕੋਲੇ 0 ਆਊਗਾ। ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਊਗਾ। ਅੱਗੇ ਆ ਗਿਆ ਜੀ ਲੌਜੀਕਲ ਔਰ। ਔਰ ਦਾ ਮਤਲਬ ਹੈਗਾ ਰਾਜੇ ਇੱਥੇ ਪਲੱਸ ਸਿੰਬਲ। ਯਾਦ ਰੱਖਿਓ ਤੇ ਕਿਹੜਾ ਸਿੰਬਲ ਯੂਜ਼ ਹੋ ਰਿਹਾ, ਪਲੱਸ ਯੂਜ਼ ਹੋ ਰਿਹਾ। ਹੁਣ ਮੈਂ ਕਹਿ ਦਵਾਂ ਟਰੂ ਪਲੱਸ ਟਰੂ, 1 plus 1। ਹੁਣ ਬਾਈਨਰੀ ਦੇ ਵਿੱਚ 1 plus 1 ਦਾ ਮਤਲਬ 1 ਨਹੀਂ ਹੁੰਦਾ, ਠੀਕ ਹੈ, 1 0 ਹੁੰਦਾ ਵੈਸੇ। ਤੁਸੀਂ ਹਜੇ ਫਿਲਹਾਲ ਦੀ ਘੜੀ ਯਾਦ ਰੱਖ ਲਿਓ, 1 plus 1 ਕੀ ਆਂਸਰ ਆ ਗਿਆ, 1 ਆ ਗਿਆ। ਹੁਣ ਇੱਥੇ ਵੀ 1 ਹੈ, ਟਰੂ ਹੈ ਤੇ ਫਾਲਸ ਹੈ। ਜਿਵੇਂ 1 plus 0 ਕਰਾਂ ਆਂਸਰ ਕੀ ਆਉਂਦਾ, 1 ਹੀ ਆਉਂਦਾ, ਤਾਂ ਆਂਸਰ ਕੀ ਆ ਗਿਆ ਮੇਰਾ, 1 ਆ ਗਿਆ। 0 plus 1 ਕਰਾਂਗਾ ਤਾਂ ਵੀ ਆਂਸਰ ਕੀ ਆਊਗਾ, 1 ਆਊਗਾ। ਜੇ ਮੈਂ 0 plus 0 ਕਰੂੰਗਾ ਤਾਂ ਆਂਸਰ 0 ਆਊਗਾ। ਤਾਂ ਔਰ ਬਿਲਕੁਲ ਆਪੋਜ਼ਿਟ ਹੈ ਐਂਡ ਦੇ, ਜਦੋਂ ਦੋਨੇ ਵੈਲਿਊ ਕੀ ਹੋਣਗੀਆਂ, 0 ਹੋਣਗੀਆਂ ਤਾਂ ਆਂਸਰ ਕੀ ਆਊਗਾ, 0 ਆਊਗਾ। ਠੀਕ ਹੈ, ਤਾਂ ਉਹਦੇ ਵਿੱਚ ਕੀ ਸੀਗਾ, ਜੇ ਦੋਨੇ ਵੈਲਿਊ 1 ਸੀਗਾ ਤਾਂ ਆਂਸਰ ਕੀ ਆਊਗਾ, 1 ਆਊਗਾ। ਤਾਂ ਇੱਕ ਦੂਜੇ ਦੇ ਆਪੋਜ਼ਿਟ ਕੰਮ ਕਰਦੇ ਆ। ਲੌਜੀਕਲ ਨੋਟ ਹੁੰਦਾ ਰਾਜੇ, ਲੌਜੀਕਲ ਨੋਟ ਨੂੰ ਯੂਜ਼ ਕਰਦੇ ਆ ਐਜ਼ ਅ ਬਾਰ ਸਿੰਬਲ। ਬਾਰ ਸਿੰਬਲ ਸਮਝਦੇ ਹੋ, ਜੇ ਮੈਂ ਕਹਦਾ 1 ਦਾ ਬਾਰ ਕੀ ਹੋਊਗਾ, 0, 0 ਦਾ ਬਾਰ ਕੀ ਹੋਊਗਾ, 1 ਹੋਊਗਾ। ਜਿਹਨੂੰ ਆਪਾਂ ਕਹਿ ਦਿੰਦੇ ਆ ਇਨਵੇਟਰ ਗੇਟ ਕਹਿ ਦਿੰਦੇ ਆ, ਅੱਗੇ ਜਾ ਕੇ ਮੈਂ ਕਰਾਉਂਗਾ। ਜਿਹਨੂੰ ਨੋਟ ਗੇਟ ਵੀ ਕਹਿ ਦਿੰਦੇ ਆ, ਇਨਵੇਟਰ ਗੇਟ ਵੀ ਕਹਿ ਦਿੰਦੇ ਆ। ਜੇ ਕੋਈ ਵੈਲਿਊ ਟਰੂ ਹੈ ਉਹਦਾ ਆਂਸਰ ਫਾਲਸ ਆ ਜਾਊਗਾ, ਜੇ ਕੋਈ ਫਾਲਸ ਉਹਦੀ ਵੈਲਿਊ ਕੀ ਆ ਜਾਊਗੀ, ਟਰੂ। ਜੇ ਕੋਈ 0 ਹੈ ਉਹਦੀ ਵੈਲਿਊ ਕਿੰਨੇ ਆ ਜਾਊਗੀ, 1 1 ਦੀ ਵੈਲਿਊ ਕਿੰਨੇ ਆ ਜਾਊਗੀ, 0।
ਅੱਗੇ ਜਾ ਕੇ ਕਰਾਉਂਗਾ। ਠੀਕ ਹੈ ਜੀ, ਕਲੀਅਰ ਹੈ। ਹੁਣ ਅੱਗੇ ਕਰਦੇ ਹਾਂ ਰਾਜੇ ਅਸਾਈਨਮੈਂਟ ਆਪਰੇਟਰ। ਅਸਾਈਨਮੈਂਟ ਆਪਰੇਟਰ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਰਾਜੇ ਕੋਈ ਵੈਲਿਊ ਅਸਾਈਨ ਕਰਨ ਵਾਸਤੇ। ਕੋਈ ਵੈਲਿਊ ਆਪਾਂ ਸਟੋਰ ਕਰਦੇ ਨਾ ਵੇਰੀਏਬਲ ਦੇ ਵਿੱਚ। ਹੁਣ ਜਿਵੇਂ ਮੈਂ ਕਹਿੰਦਾ ਵਾਂ a is equal to 5 ਤਾਂ a ਨੂੰ ਆਪਾਂ ਕੀ ਵੈਲਿਊ ਦੇ ਰਹੇ ਹਾਂ 5 ਵੈਲਿਊ ਦੇ ਰਹੇ ਹਾਂ। ਆ ਅਸਾਈਨਮੈਂਟ ਆਪਰੇਟਰ ਯੂਜ਼ ਹੋ ਰਿਹਾ। ਠੀਕ ਹੈ ਜੀ, ਤਾਂ ਕਲੀਅਰ ਹੈ। ਅਸਾਈਨਮੈਂਟ ਆਪਰੇਟਰ ਵੱਖਰੇ ਵੱਖਰੇ ਢੰਗ ਨਾਲ ਯੂਜ਼ ਹੁੰਦਾ। ਇਸ ਤੋਂ ਇਲਾਵਾ ਜੇ ਮੰਨ ਲਓ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਕੋਈ ਐਡੀਸ਼ਨ ਕਰਨੀ ਹੈ, ਮੈਂ ਐਡੀਸ਼ਨ ਵੀ ਕਰ ਸਕਦਾ। ਹੁਣ ਦੇਖੋ ਅਸਾਈਨਮੈਂਟ ਆਪਰੇਟਰ ਕਿਹੜੇ ਕਿਹੜੇ ਹੁੰਦੇ ਆ। ਪਹਿਲਾ ਆਪਰੇਟਰ ਹੁੰਦਾ ਰਾਜੇ ਪਲੱਸ ਇਕੁਅਲ ਟੂ। ਹੁਣ ਪਲੱਸ ਇਕੁਅਲ ਟੂ ਦਾ ਮਤਲਬ ਕੀ ਹੈ ਕਿ ਮੈਂ ਇੱਥੇ ਮੰਨ ਕੇ ਚੱਲਦਾ ਵੀ ਆ ਦੇਖੋ ਮੈਂ ਮੰਨ ਲਿਆ ਕਿ x ਦੀ ਵੈਲਿਊ 10 ਹੈ। ਮੈਂ ਮੰਨ ਲਿਆ x ਦੀ ਵੈਲਿਊ 10 ਹੈ। ਜਦੋਂ ਮੈਂ ਕਰੂੰਗਾ x ਪਲੱਸ ਇਕੁਅਲ ਟੂ 5, ਇਹਦਾ ਮਤਲਬ ਕੀ ਹੈ ਕਿ x ਪਲੱਸ ਦੇ ਵਿੱਚ ਕਿੰਨੀ ਵੈਲਿਊ ਪਲੱਸ ਹੋ ਰਹੀ ਹੈ 5। ਤਾਂ ਇਹਦਾ ਆਨਸਰ ਕੀ ਆਊਗਾ ਮੇਰੇ ਕੋਲੇ 15 ਆਊਗਾ, ਕਿਉਂਕਿ x ਦੀ ਵੈਲਿਊ ਆਲਰੇਡੀ ਕਿੰਨੀ ਹੈ 10 ਤੇ ਇਹਦੇ ਵਿੱਚ ਪਲੱਸ ਇਕੁਅਲ ਟੂ ਕਿੰਨਾ ਹੋ ਰਿਹਾ 5। ਇਹ ਪਲੱਸ ਇਕੁਅਲ ਟੂ ਕੀ ਹੈ ਅਸਾਈਨਮੈਂਟ ਆਪਰੇਟਰ ਹੈ ਕਿ ਇਹਦੇ ਵਿੱਚ 5 ਕੀ ਹੋ ਰਿਹਾ ਪਲੱਸ ਹੋ ਰਿਹਾ, ਤੇ ਮੇਰੇ ਕੋਲ ਆਨਸਰ ਕੀ ਆ ਜਾਊਗਾ 15 ਆ ਜਾਊਗਾ। ਜੇ ਮੈਂ ਮਾਈਨਸ ਇਕੁਅਲ ਟੂ ਕਰੂੰਗਾ ਤਾਂ x ਦੇ ਵਿੱਚ 10 ਵੈਲਿਊ ਹੈ, ਜੇ ਮੈਂ 5 ਮਾਈਨਸ ਕਰ ਦੂੰਗਾ ਕਿੰਨਾ ਆਨਸਰ ਆ ਜਾਊਗਾ 5 ਆ ਜਾਊਗਾ। ਜੇ ਮੈਂ ਮਲਟੀਪਲਾਈ ਕਰ ਦੂੰਗਾ ਤਾਂ 5 ਨਾਲ ਗੁਣਾ ਹੋ ਜੂਗੀ 50 ਆ ਜਾਊਗਾ। ਜੇ ਮੈਂ ਡਿਵਾਈਡ ਕਰ ਦੂੰਗਾ ਕਿੰਨਾ ਆਨਸਰ ਆ ਜਾਊਗਾ 2 ਆ ਜਾਊਗਾ। ਹੁਣ ਜੇ ਮੈਂ ਮੋਡੂਲਸ ਕਰੂੰਗਾ, ਹੁਣ ਤੁਸੀਂ 10 ਨੂੰ 5 ਨਾਲ ਮੋਡੂਲਸ ਕਰਿਓ, 10 ਨੂੰ ਜਦੋਂ 5 ਨਾਲ ਮੋਡੂਲਸ ਕਰੋਗੇ ਤਾਂ ਕਿੰਨਾ ਆਨਸਰ ਆਊਗਾ 5 ਦੂਣੀ 10 ਪੂਰਾ ਚਲਾ ਗਿਆ, ਰਿਮਾਈਂਡਰ ਕੀ ਆ ਜਾਊਗਾ 0। ਤਾਂ ਆਨਸਰ ਕੀ ਆ ਗਿਆ ਮੇਰਾ 0। ਤਾਂ ਇਹ ਸਾਰੇ ਕੀ ਹੁੰਦੇ ਰਾਜੇ ਅਸਾਈਨਮੈਂਟ ਆਪਰੇਟਰ ਹੁੰਦੇ ਆ। ਬੇਸਿਕਲੀ ਅਸਾਈਨਮੈਂਟ ਆਪਰੇਟਰ ਕੀ ਕਰਦੇ ਆ ਅਪਡੇਟ ਵਾਸਤੇ ਵੀ ਵਰਤੇ ਜਾਂਦੇ ਆ। ਕੋਈ ਵੈਲਿਊ ਅਪਡੇਟ ਕਰਨੀ ਹੋਵੇ, ਕੋਈ ਵੈਲਿਊ ਅਸਾਈਨ ਕਰਨੀ ਹੋਵੇ, ਉਹਦੇ ਵਾਸਤੇ ਵਰਤੇ ਜਾਂਦੇ ਆ। ਅੱਗੇ ਗੱਲ ਕਰਦੇ ਆ ਮੋਸਟ ਇੰਪੋਰਟੈਂਟ ਆਪਰੇਟਰ ਹੈ ਜੀ ਕੰਡੀਸ਼ਨਲ ਆਪਰੇਟਰ, ਜਿਹਨੂੰ ਆਪਾਂ ਟੈਨਰਰੀ ਆਪਰੇਟਰ ਵੀ ਕਹਿ ਦਿੰਦੇ ਆ, ਕਿਉਂਕਿ ਇਹ 3 ਬ੍ਰਾਂਡ ਦੇ ਉੱਪਰ ਕੰਮ ਕਰਦਾ ਹੈ। ਇਹਦਾ ਹਮੇਸ਼ਾ ਸਿੰਟੈਕਸ ਪੁੱਛਿਆ ਜਾਊਗਾ ਤੁਹਾਨੂੰ, ਬਹੁਤ ਵਾਰੀ ਕੁਐਸਚਨ ਆਉਂਦਾ ਸਿੰਟੈਕਸ ਕੀ ਹੈ ਰਾਜੇ ਕੰਡੀਸ਼ਨ, ਉਸ ਤੋਂ ਬਾਅਦ ਕੁਐਸਚਨ ਮਾਰਕ, ਫਿਰ ਆਪਰੈਂਡ 1, ਫਿਰ ਸਿੰਗਲ ਕੋਲਨ, ਫਿਰ ਆਪਰੈਂਡ 2। ਇਹਦਾ ਮਤਲਬ ਕੀ ਹੈ ਕਿ ਮੰਨ ਲਓ ਮੈਂ ਕੋਈ ਵੈਲਿਊ ਬਿਗ ਫਾਈਂਡ ਆਊਟ ਕਰਨੀ ਹੈ, ਮੈਂ ਕਹਿ ਦਵਾਂ a greater than b, ਇਹ ਮੇਰੀ ਕੰਡੀਸ਼ਨ ਹੈ, ਇਹ ਮੇਰਾ ਕੁਐਸਚਨ ਮਾਰਕ ਹੈ a ਕੋਲਨ b। ਇਹਦਾ ਮਤਲਬ ਕੀ ਹੈ ਕਿ a greater than b, ਜੇ ਤਾਂ a b ਤੋਂ ਗ੍ਰੇਟਰ ਹੈ ਤਾਂ ਮੇਰਾ ਆਨਸਰ ਕੀ ਆ ਜਾਊਗਾ a, ਅਦਰਵਾਈਜ਼ ਆਨਸਰ ਕੀ ਆ ਜਾਊਗਾ b। ਹੁਣ ਮੰਨ ਲਓ ਮੈਂ ਕਹਿ ਦਵਾਂ 7 greater than 5, ਇੱਥੇ ਮੈਂ ਲਿਖ ਦਵਾਂ 7 ਤੇ ਇੱਥੇ ਲਿਖ ਦਵਾਂ 5। 7 5 ਤੋਂ ਗ੍ਰੇਟਰ ਹੈ, ਜੇ ਤਾਂ ਵੈਲਿਊ ਟਰੂ ਹੋਈ ਤਾਂ ਕੀ ਹੋਊਗਾ ਰਾਜੇ ਪਹਿਲਾ ਆਪਰੈਂਡ ਆਨਸਰ ਆ ਜਾਊਗਾ, ਮੇਰਾ ਆਨਸਰ ਕੀ ਆ ਜਾਊਗਾ 7। ਜੇ ਮੈਂ ਕਹਿ ਦਵਾਂ 5 greater than 5 ਲੈਸ ਦੈਨ 7 ਤੇ ਇੱਥੇ ਮੈਂ ਲਿਖ ਦਵਾਂ 5 ਤੇ 7। ਹੁਣ 5 ਲੈਸ ਦੈਨ 7 ਹੈਗਾ ਤਾਂ ਟਰੂ ਹੈ ਤਾਂ 5 ਆਨਸਰ ਆ ਗਿਆ। ਜੇ ਮੈਂ ਇੱਥੇ ਲਿਖ ਦਵਾਂ 8 greater than 7 ਤਾਂ ਆਨਸਰ ਕੀ ਆ ਜਾਊਗਾ ਇੱਥੇ 8 ਆ ਜਾਊਗਾ, ਅਦਰਵਾਈਜ਼ ਆਨਸਰ ਕੀ ਆ ਜਾਊਗਾ ਪਿੱਛੇ ਵਾਲਾ ਆ ਜਾਊਗਾ ਜੇ ਕੰਡੀਸ਼ਨ ਫਾਲਸ ਹੁੰਦੀ ਹੈ। ਹੁਣ ਜੇ ਮੈਂ ਕਹਿ ਦਵਾਂ ਚਲੋ ਐਂ ਕਹਿ ਦਿੰਦਾ 8 ਇਕੁਅਲ ਟੂ 7, ਇੱਥੇ ਲਿਖ ਦਵਾਂ 8 ਤੇ 7। ਹੁਣ ਦੱਸੋ ਆਨਸਰ ਕੀ ਆਊਗਾ, ਹੁਣ ਆਨਸਰ ਆਊਗਾ ਜੀ 7। ਉਹਦਾ ਕਾਰਨ ਕੀ ਆ 8 7 ਤੋਂ ਬਰਾਬਰ ਹੈ ਨਹੀਂ ਹੈ, ਇੱਥੇ ਕੀ ਹੋਗੀ ਰਾਜੇ ਫਾਲਸ ਹੋ ਗਈ ਕੰਡੀਸ਼ਨ। ਜਦੋਂ ਫਾਲਸ ਆਊਗੀ ਤਾਂ ਆ ਆਨਸਰ ਆਊਗਾ, ਜੋ ਟਰੂ ਹੋਇਆ ਤਾਂ ਅੱਗੇ ਵਾਲਾ ਆਨਸਰ ਆਊਗਾ। ਠੀਕ ਹੈ ਜੀ, ਇਹਨੂੰ ਕਹਿ ਦਿੰਦੇ ਆ ਕੰਡੀਸ਼ਨਲ ਆਪਰੇਟਰ ਕਹਿ ਦਿੰਦੇ ਆ, ਯਾਦ ਰੱਖ ਲਿਓ ਸਿੰਟੈਕਸ ਵੀ ਤੇ ਐਗਜ਼ਾਮਪਲ ਵੀ। ਅੱਗੇ ਆ ਗਿਆ ਜੀ ਮੋਸਟ ਇੰਪੋਰਟੈਂਟ ਆ ਗਿਆ ਜੀ ਬਿਟ ਵਾਈਜ਼ ਆਪਰੇਟਰ, ਜਿਹੜੇ ਆਪਾਂ ਅਕਸਰ BCA ਦੇ ਵਿੱਚ ਪੜ੍ਹਾਏ ਨਹੀਂ ਜਾਂਦੇ ਕਿ ਟੀਚਰ ਵੀ ਨਹੀਂ ਪੜਾਉਂਦੇਗੇ ਤੇ ਬੱਚੇ ਦਾ ਚਲੋ ਪੜ੍ਹਨਾ ਹੀ ਕੀ ਹੈ। ਠੀਕ ਹੈ, ਮਾਸ਼ਾਅੱਲਾ ਟੀਚਰ ਵੀ ਇਹੋ ਜਿਹੇ ਹੁੰਦੇ BCA ਦੇ ਵਿੱਚ। ਕਹਿੰਦਾ ਜੀ ਬਿਟ ਵਾਈਜ਼ ਆਪਰੇਟਰ ਆਰ ਯੂਜ਼ਡ ਟੂ ਮੈਨੂਪੂਲੇਟ ਡਾਟਾ ਐਟ ਦਾ ਬਾਈਨਰੀ ਡਿਜਿਟ ਲੈਵਲ। ਬੇਸਿਕਲੀ ਰਾਜੇ ਜਦੋਂ ਕੰਪਿਊਟਰ ਕੰਮ ਕਰਦਾ, ਤੁਹਾਨੂੰ ਪਤਾ ਕਿੱਥੇ ਕੰਮ ਕਰਦਾ ਕੰਪਿਊਟਰ, ਬਾਈਨਰੀ ਡਿਜਿਟ ਦੇ ਉੱਪਰ ਕੰਮ ਕਰਦਾ। ਆਪਾਂ ਕੁਝ ਵੀ ਜਦੋਂ ਕੰਪਿਊਟਰ ਦੇ ਵਿੱਚ ਇਨਪੁਟ ਦਿੰਨੇ ਆ ਉਹ ਕਨਵਰਟ ਹੋ ਕੇ ਕੀ ਹੋ ਜਾਂਦੀ ਹੈ ਬਾਈਨਰੀ ਦੇ ਵਿੱਚ ਹੋ ਜਾਂਦੀ, 0 ਤੇ 1 ਦੀ ਫਾਰਮ ਦੇ ਵਿੱਚ। ਤਾਂ ਇੰਟਰਨਲ ਜਿਹੜਾ ਕੰਮ ਹੁੰਦਾ ਰਾਜੇ ਸਾਰਾ ਕਿੱਥੇ ਹੁੰਦਾ 0 ਤੇ 1 ਦੇ ਵਿੱਚ ਹੁੰਦਾ। ਤਾਂ ਕੰਪਿਊਟਰ ਕਿਹੜੇ ਕਿਹੜੇ ਯੂਜ਼ ਕਰਦਾ ਰਾਜੇ ਬਿਟ ਵਾਈਜ਼ ਐਂਡ, ਦੇਖੋ ਯਾਦ ਰੱਖਿਓ ਡਬਲ ਲਿਖੋਗੇ ਤਾਂ ਉਹ ਲੌਜੀਕਲ ਆਪਰੇਟਰ ਹੋ ਜਾਊਗਾ, ਇਹ ਸਿੰਗਲ ਐਮਪਰਸੈਂਟ ਹੈ। ਠੀਕ ਹੈ, ਡਬਲ ਲਿਖ ਦੋਗੇ ਤਾਂ ਲੌਜੀਕਲ ਔਰ ਹੋ ਜਾਊਗਾ, ਸਿੰਗਲ ਔਰ ਹੈ। ਠੀਕ ਹੈ, ਇਹਨੂੰ ਕਹਿ ਦਿੰਦੇ ਆ ਜੀ ਐਗਜ਼ਨੋਰ ਕਹਿ ਦਿੰਦੇ ਆ, ਜਾਂ ਫਿਰ ਆਪਾਂ ਇਹਨੂੰ ਕਹਿ ਦਿੰਦੇ ਆ ਪਾਵਰ। ਜਦੋਂ ਮੈਂ ਕਰਾਉਂਗਾ ਤੁਹਾਨੂੰ ਗੇਟ ਕਰਾਉਂਗਾ ਐਗਜ਼ੋਰ ਗੇਟ ਕਰਾਉਂਗਾ ਜਾਂ ਐਕਸਕਲੂਸਿਵ ਔਰ ਕਹਿ ਦਿੰਦੇ ਆ। ਇਹ ਹੁੰਦਾ ਜੀ ਤੁਹਾਡਾ ਲੈਫਟ ਸ਼ਿਫਟ ਆਪਰੇਟਰ, ਇਹ ਹੁੰਦਾ ਜੀ ਰਾਈਟ ਸ਼ਿਫਟ ਆਪਰੇਟਰ, ਤੇ ਇਹ ਹੁੰਦਾ ਜੀ ਤੁਹਾਡਾ ਕੰਪਲੀਮੈਂਟ ਆਪਰੇਟਰ। ਇਹ ਸਾਰੇ ਆਪਰੇਟਰ ਕੌਣ ਯੂਜ਼ ਕਰਦਾ ਹੈ ਕੰਪਿਊਟਰ ਯੂਜ਼ ਕਰਦਾ। ਹੁਣ ਪੇਪਰ ਦੇ ਵਿੱਚ ਨਾ ਆ ਲੈਫਟ ਸ਼ਿਫਟ ਤੇ ਰਾਈਟ ਸ਼ਿਫਟ ਬਹੁਤ ਪੁੱਛੇ ਜਾਂਦੇ ਜਿਹੜੇ ਕਿ ਅਕਸਰ ਆਪਾਂ ਨੂੰ ਨਹੀਂ ਆਉਂਦੇਗੇ, ਬਾਕੀ ਆਪਾਂ ਸਾਰਿਆਂ ਦੀ ਚਰਚਾ ਕਰਾਂਗੇ, ਕਰ ਲੈਣੇ ਆ ਛੋਟੇ ਛੋਟੇ ਆਪਰੇਟਰ ਨੇ। ਹੁਣ ਬਿਟ ਵਾਈਜ਼ ਐਂਡ ਆਪਰੇਟਰ, ਐਂਡ ਤੁਹਾਨੂੰ ਮੈਂ ਦੱਸਿਆ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ ਮਲਟੀਪਲਾਈ ਕਰਨ ਵਾਸਤੇ। ਇਹ ਕੀ ਕਰਦਾ ਜੀ ਇਹ ਬਾਈਨਰੀ ਡਿਜਿਟ ਨੂੰ ਕੀ ਕਰਦਾ ਮਲਟੀਪਲਾਈ ਕਰਦਾ। ਤਾਂ ਰਾਜੇ ਤੁਹਾਨੂੰ ਮੈਂ ਬਾਈਨਰੀ ਅਰਥਮੈਟਿਕ ਵੀ ਕਰਾਇਆ ਹੋਇਆ ਹੈ ਕਿ ਬਾਈਨਰੀ ਪਲੱਸ ਕਿਵੇਂ ਕਰਦੇ ਆ, ਮਾਈਨਸ ਕਿਵੇਂ ਕਰਦੇ ਆ, ਮਲਟੀਪਲਾਈ ਕਿਵੇਂ ਕਰਦੇ। ਬਾਈਨਰੀ ਦੇ ਵਿੱਚ 1 into 1 ਦਾ ਮਤਲਬ 1 ਹੁੰਦਾ ਹੈ, 1 into 0 ਦਾ ਮਤਲਬ ਕੀ ਹੁੰਦਾ 0 ਹੁੰਦਾ ਹੈ, ਤੇ 0 into 0 ਦਾ ਮਤਲਬ ਕੀ ਹੁੰਦਾ 0 ਹੁੰਦਾ ਹੈ। ਕਹਿਣ ਦਾ ਮਤਲਬ ਕਿ ਮੇਰੇ ਕੋਲ ਇੱਕ ਵੈਲਿਊ ਸੀਗੀ 11, ਇੱਕ ਸੀਗੀ 5, ਪਰ ਇਹਨੂੰ ਮੈਂ ਕਨਵਰਟ ਕਰੂੰਗਾ 11 ਨੂੰ ਬਾਈਨਰੀ ਚ ਤਾਂ ਆ ਗਈ ਵੈਲਿਊ ਮੇਰੇ ਕੋਲੇ, ਮੈਂ ਕਨਵਰਜ਼ਨ ਵੀ ਕਰਾਈ ਹੋਈ ਹੈ। 5 ਨੂੰ ਕਨਵਰਟ ਕਰਾਂਗੇ ਆ ਗਈ। ਤਾਂ ਜਦੋਂ ਮੈਂ ਬਿਟ ਵਾਈਜ਼ ਐਂਡ ਕਰੂੰਗਾ ਤਾਂ ਬਿਟ ਵਾਈਜ਼ ਐਂਡ ਮੈਂ ਕਿਵੇਂ ਕੀਤਾ a ਐਮਪਰਸੈਂਟ b, ਐਮਪਰਸੈਂਟ ਮਤਲਬ ਕੀ ਹੈ ਬਿਟ ਵਾਈਜ਼ ਐਂਡ। ਤਾਂ 1 into 1 ਕੀ ਆ ਗਿਆ 1, ਬਾਕੀ ਸਾਰੇ 1 into 0 0, 0 into 1 0, ਬਾਕੀ ਸਾਰੇ 0 ਆ ਗਏ, ਮੇਰੇ ਕੋਲ ਆ ਕੀ ਆ ਗਿਆ ਆਨਸਰ ਆ ਗਿਆ।
ਤੇ ਇਹ ਸਾਰੇ ਕੀ ਨੇ ਰਾਜੇ ਬਿਟਵਾਈਜ਼ ਐਂਡ ਨੇ। ਹੁਣ ਬਿਟਵਾਈਜ਼ ਔਰ ਦਾ ਮਤਲਬ ਕੀ ਹੈ ਪਲੱਸ ਕਰਨਾ। ਹੁਣ ਮੈਂ a ਦੀ ਵੈਲਿਊ 11 ਲੈ ਲਈ ਉਹਨੂੰ ਕਨਵਰਟ ਕਰ ਲਿਆ ਬਾਈਨਰੀ ਚ, b ਦੀ 5 ਲੈ ਲਈ ਉਹਨੂੰ ਕਨਵਰਟ ਕਰ ਲਿਆ ਤੇ ਇਹਨੂੰ ਮੈਂ ਕੀ ਕਰ ਦੂੰਗਾ ਜੀ ਐਡੀਸ਼ਨ ਹੋ ਜਾਊਗੀ। ਆ ਕੀ ਹੋ ਗਿਆ ਮੇਰਾ ਬਿਟਵਾਈਜ਼ ਔਰ ਹੋ ਗਿਆ। ਤਾਂ ਆ ਮੇਰੇ ਕੋਲ ਕੀ ਆ ਜਾਊਗਾ ਆਨਸਰ ਆ ਜਾਊਗਾ। ਠੀਕ ਹੈ ਜੀ, ਇਹ ਮੈਂ ਕਰਵਾਇਆ ਹੋਇਆ ਰਾਜੇ ਕਿਵੇਂ ਕਰਦੇ ਆ। ਜੇ ਨਹੀਂ ਪਤਾ ਲੱਗ ਰਿਹਾ ਤਾਂ ਮੈਂ ਦੁਬਾਰਾ ਕੋਈ ਗੱਲ ਨਹੀਂ ਰਿਪੀਟ ਕਰਾ ਲੂੰਗਾ ਜੇ ਟਾਈਮ ਹੋਇਆ, ਅਦਰਵਾਈਜ਼ ਮੈਂ ਵੀਡੀਓ ਕੀ ਕਰ ਦੂੰਗਾ ਪਲੇਲਿਸਟ ਦੇ ਵਿੱਚ ਐਡ ਕਰ ਦੂੰਗਾ। ਅੱਗੇ ਲਾਸਟ ਹੈਗਾ ਜੀ ਤੁਹਾਡਾ ਬਿਟਵਾਈਜ਼ ਐਗਜ਼ੋਰ, ਜਿਹਨੂੰ ਆਪਾਂ ਬਿਟਵਾਈਜ਼ ਐਕਸਕਲੂਸਿਵ ਔਰ ਵੀ ਕਹਿ ਦਿੰਦੇ ਆ। ਇਹਦੇ ਵਿੱਚ ਕੀ ਕਰਦਾ ਰਾਜੇ, ਜਿਵੇਂ ਮੰਨ ਲਓ ਆਪਰੈਂਟਸ ਨੂੰ ਚੇਂਜ ਕਰ ਦਿੰਦਾ, ਬਸ ਆਪਰੈਂਟਸ ਨੂੰ ਕੀ ਕਰ ਦਿੰਦਾ ਰਾਜੇ ਚੇਂਜ ਕਰ ਦਿੰਦਾ। ਦੇਖੋ ਲਿਖਿਆ ਹੋਇਆ ਕਹਿੰਦਾ ਐਗਜ਼ੋਰ ਆਪਰੇਟਰ ਪਰਫਾਰਮ ਐਗਜ਼ੋਰ ਆਪਰੇਸ਼ਨ ਔਨ ਦਾ ਬਿਟਸ ਆਫ ਦਾ ਆਪਰੈਂਟਸ, ਇਟ ਇਜ਼ ਅ ਬਾਈਨਰੀ ਆਪਰੇਟਰ ਸੋ ਇਟ ਰਿਕੁਆਇਰ ਟੂ ਆਪਰੈਂਟਸ ਇਨ ਦਾ ਬਾਈਨਰੀ ਡਿਜਿਟ, the result of OR operation is 1 if only one of the bit is 1। ਠੀਕ ਹੈ ਜੀ, ਇਹਦਾ ਰਿਜ਼ਲਟ 1 ਉਦੋਂ ਆਊਗਾ ਜਦੋਂ ਕੀ ਹੈ ਦੋਵਾਂ ਦੇ ਵਿਚਕਾਰ ਕੀ ਹੈ ਇੱਕ ਬਿਟ ਕੀ ਹੋਊਗੀ ਰਾਜੇ 1 ਹੋਊਗੀ। ਹੁਣ ਦੇਖੋ ਇਹ ਗੇਟ ਦੇ ਵਿੱਚ ਸਮਝ ਆਊਗਾ, ਮੈਂ ਗੇਟਸ ਵਾਲੀ ਵੀਡੀਓ ਚ ਕਰਾਇਆ ਹੋਇਆ, ਅਦਰਵਾਈਜ਼ ਸਮਝ ਨਹੀਂ ਆਊਗਾ। ਆ ਦੇਖੋ ਦੋਨਾਂ ਬਿਟ ਕੀ ਹੋ ਗਈਆਂ 1 1 ਹੋ ਗਈਆਂ ਤਾਂ 0 ਆਊਗਾ। ਜੇ ਇੱਕ ਬਿਟ ਕੀ ਆ 1 ਹੈ ਤਾਂ ਇਹਦਾ ਵੈਲਿਊ ਕੀ ਆ ਗਈ 1, ਇੱਕ ਬਿਟ 1 ਹੈ ਤਾਂ 1 1, ਬਾਕੀ ਸਾਰੀਆਂ 0 ਆ। ਕਹਿਣ ਦਾ ਮਤਲਬ ਕਿ 1 1 ਆਊਗਾ ਤਾਂ 0, ਜੇ 0 1 ਆਊਗਾ ਤਾਂ 1 1 0 ਆਊਗਾ ਤਾਂ 1 0 0 ਆਊਗਾ ਤਾਂ 1। ਇਹਦਾ ਕੀ ਹੁੰਦਾ ਟਰੂਥ ਟੇਬਲ ਹੁੰਦਾ ਗੇਟ ਦਾ। ਕੋਈ ਗੱਲ ਨਹੀਂ ਆਪਾਂ ਕਰਵਾ ਦਾਂਗੇ, ਫਿਲਹਾਲ ਦੀ ਘੜੀ ਬਾਅਦ ਤੁਸੀਂ ਸਮਝੋ ਵੀ ਬਿਟਵਾਈਜ਼ ਕੀ ਹੁੰਦਾ, ਐਗਜ਼ੋਰ ਵੀ ਕੀ ਹੁੰਦਾ, ਇੱਕ ਆਪਰੇਟਰ ਹੁੰਦਾ। ਹੁਣ ਸਭ ਤੋਂ ਮੋਸਟ ਇੰਪੋਰਟੈਂਟ ਹੁੰਦਾ ਰਾਜੇ ਲੈਫਟ ਸ਼ਿਫਟ ਆਪਰੇਟਰ ਤੇ ਰਾਈਟ ਸ਼ਿਫਟ। ਹੁਣ ਲੈਫਟ ਸ਼ਿਫਟ ਤੇ ਰਾਈਟ ਸ਼ਿਫਟ ਆਪਰੇਟਰ ਕਾਦੇ ਵਾਸਤੇ ਵਰਤੇ ਜਾਂਦੇ ਆ? ਇਹ ਬੇਸਿਕਲੀ ਦੇਖੋ ਸ਼ਿਫਟ ਦਾ ਮਤਲਬ ਕੀ ਹੁੰਦਾ ਕਿ ਆਪਾਂ ਕੋਈ ਚੀਜ਼ ਸ਼ਿਫਟ ਕਰ ਰਹੇ ਹਾਂ। ਮੰਨ ਲਓ ਕਿ ਆਪਾਂ ਕਹਿੰਦੇ ਨਾ ਆਪਾਂ ਘਰ ਸ਼ਿਫਟ ਕੀਤਾ, ਮੰਨ ਲਓ ਇਸ ਘਰ ਤੋਂ ਆਪਾਂ ਇਸ ਘਰ ਦੇ ਵਿੱਚ ਚਲੇ ਗਏ, ਉਵੇਂ ਰਾਜੇ ਜਿਹੜੀਆਂ ਬਿਟਸ ਹੁੰਦੀਆਂ ਨੇ ਉਹਨੂੰ ਰਾਈਟ ਸਾਈਡ ਤੇ ਲੈਫਟ ਸਾਈਡ ਆਪਾਂ ਅਗਰ ਸ਼ਿਫਟ ਕਰਨਾ ਹੋਵੇ ਤਾਂ ਆਪਾਂ ਆਪਰੇਟਰ ਯੂਜ਼ ਕਰਦੇ ਹਾਂ, ਬਿਟਵਾਈਜ਼ ਸ਼ਿਫਟ ਆਪਰੇਟਰ ਯੂਜ਼ ਕਰਦੇ ਹਾਂ। ਹੁਣ ਲੈਫਟ ਸ਼ਿਫਟ ਆਪਰੇਟਰ ਦਾ ਨਾਮ ਹੀ ਕਲੀਅਰ ਹੈ ਰਾਜੇ, ਲੈਫਟ ਸ਼ਿਫਟ ਆਪਰੇਟਰ ਦਾ ਸਿੰਬਲ ਯਾਦ ਰੱਖਣਾ ਤੇ ਰਾਜੇ ਇਹ ਕੀ ਕਰਦਾ, ਕਹਿੰਦਾ ਸ਼ਿਫਟ ਆਲ ਦਾ ਬਿਟਸ ਟੂ ਦਾ ਲੈਫਟ ਸਾਈਡ। ਇਹ ਲੈਫਟ ਸਾਈਡ ਨੂੰ ਕੀ ਕਰ ਦੂਗਾ, ਜਿਹੜੀਆਂ ਬਿਟਸ ਹੋਣਗੀਆਂ ਉਹਨੂੰ ਕੀ ਕਰ ਦੂਗਾ ਸ਼ਿਫਟ ਕਰ ਦੂਗਾ। ਲੈਫਟ ਸਾਈਡ ਕਿਹੜੀ ਹੁੰਦੀ ਆ ਲੈਫਟ ਸਾਈਡ ਹੁੰਦੀ ਆ, ਰਾਈਟ ਸਾਈਡ ਹੁੰਦੀ ਹੈ, ਤਾਂ ਲੈਫਟ ਸਾਈਡ ਨੂੰ ਕੀ ਕਰ ਦੂਗਾ ਬਿਟਸ ਨੂੰ ਸ਼ਿਫਟ ਕਰ ਦੂਗਾ। ਇੱਕ ਟਾਈਮ ਤੇ ਕਿੰਨੀਆਂ ਬਿਟ ਕਰਦਾ ਇਹ 2 ਬਿਟ ਕਰਦਾ, ਇੱਕ ਟਾਈਮ ਤੇ ਕਿੰਨੀਆਂ ਕਰਦਾ 2 ਬਿਟ ਕਰਦਾ। ਇਹ ਸੇਮ ਕੰਮ ਕਰਦਾ ਜੇ ਆਪਾਂ ਕੋਈ ਚੀਜ਼ ਨੂੰ 2 ਨਾਲ ਮਲਟੀਪਲਾਈ ਕਰੀਏ ਨਾ, ਜੇ ਮੈਂ ਕਹਿੰਦਾ 5 ਨੂੰ ਮੈਂ 2 ਨਾਲ ਮਲਟੀਪਲਾਈ ਕਰਕੇ ਕਿੰਨਾ ਆਨਸਰ ਆਉਂਦਾ ਮੇਰਾ 10। ਸੇਮ ਕੰਮ ਕਰਦਾ ਜੋ ਆਪਾਂ ਇਨਸਾਨ ਮਲਟੀਪਲਾਈ ਕਰਨ ਦਾ ਕੰਮ ਕਰਦੇ ਆ, ਸੇਮ ਕੰਮ ਕੌਣ ਕਰੂਗਾ ਲੈਫਟ ਸ਼ਿਫਟ ਆਪਰੇਟਰ। ਇਹ ਯਾਦ ਰੱਖਣਾ ਇਹ ਕਾਹਦਾ ਕੰਮ ਕਰਦਾ ਮਲਟੀਪਲਾਈ ਦਾ। ਠੀਕ ਹੈ, ਜਿਵੇਂ ਆਪਾਂ ਕੀ ਕਰਦੇ ਆ ਕਹਿੰਦਾ ਐਕਚੁਅਲੀ ਇਟ ਮੇਕ ਦਾ ਸੇਮ ਇਫੈਕਟ ਐਜ਼ ਮਲਟੀਪਲਾਈ ਇਟਸ ਅਪਰੈਂਟਸ ਬਾਈ 2। ਜਿਵੇਂ ਆਪਾਂ 2 ਨਾਲ ਕੋਈ ਚੀਜ਼ ਮਲਟੀਪਲਾਈ ਕਰਦੇ ਆ ਉਹ ਸ਼ਿਫਟ ਦੇ ਨਾਲ ਹੀ ਕੰਮ ਹੋ ਜਾਂਦਾ ਹੈ, ਕਿਉਂਕਿ ਕੰਪਿਊਟਰ ਕਦੇ ਵੀ ਮਲਟੀਪਲਾਈ ਨਹੀਂ ਕਰਦਾ, ਉਹ ਸ਼ਿਫਟ ਦੇ ਨਾਲ ਹੀ ਕੰਮ ਕਰਦਾ। ਇਹਦਾ ਜਿਹੜਾ ਸਿੰਟੈਕਸ ਕੀ ਹੈਗਾ ਰਾਜੇ ਆਪਰੈਂਟਸ ਤੇ ਨਾਲ ਸ਼ਿਫਟ ਪਾ ਕੇ ਕਿੰਨੇ ਬਿਟ ਆਪਾਂ ਕੀ ਕਰਨੀਆਂ ਸ਼ਿਫਟ ਕਰਾਉਣੀਆਂ ਨੇ। ਠੀਕ ਹੈ ਜੀ, n ਕੀ ਹੈ ਰਾਜੇ ਇੰਟੀਜਰ ਵੈਲਿਊ, ਹਮੇਸ਼ਾ ਕੀ ਕਰੂਗਾ ਇੰਟੀਜਰ ਤੇ ਕੰਮ ਕਰੂਗਾ, ਕਦੇ ਵੀ ਫਲੋਟ ਤੇ ਕੰਮ ਨਹੀਂ ਕਰਦਾਗਾ, ਇੰਟੀਜਰ ਤੇ ਕੰਮ ਕਰਦਾ। ਕਹਿੰਦਾ ਜੇ ਮੈਂ ਵੈਲਿਊ ਲੈ ਲਈ a11, ਐਂ ਕਹ ਲਓ ਮੈਂ n ਦੀ ਵੈਲਿਊ ਕੀ ਲੈ ਲਈ 11 ਲੈ ਲਈ, ਤੇ ਮੈਂ ਕੀ ਕਰਨੀਆਂ ਨੇ 2 ਸ਼ਿਫਟ ਕਰਨੀਆਂ ਨੇ, 2 ਕੀ ਕਰਨੀਆਂ ਨੇ ਸ਼ਿਫਟ ਕਰਨੀਆਂ ਨੇ। ਠੀਕ ਹੈ, ਜਿਵੇਂ ਮੈਂ ਕਹਤਾ ਜੀ x ਦੇ ਵਿੱਚ ਕੀ ਵੈਲਿਊ ਆ ਜਾਵੇ ਸ਼ਿਫਟ ਹੋਣ ਤੋਂ ਬਾਅਦ ਵਾਲੀ ਵੈਲਿਊ ਆ ਜਾਵੇ। ਇਹਦਾ ਮਤਲਬ ਕੀ ਹੈ ਕਿ a ਦੀ ਅਗਰ ਮੈਂ ਵੈਲਿਊ ਕੀ ਲੈ ਲਈ 11 ਤਾਂ 11 ਨੂੰ ਅਗਰ 2 ਨਾਲ ਮਲਟੀਪਲਾਈ ਕਰੂੰਗਾ 22 ਦਾ ਆਨਸਰ ਕੀ ਕਰੂਗਾ ਇਹ ਬਾਈਨਰੀ ਚ ਕੱਢੂਗਾ। ਤਾਂ ਹੁਣ ਦੇਖਦੇ ਹਾਂ ਆਪਾਂ ਜੀ ਅੱਗੇ ਤੁਹਾਨੂੰ ਮੈਂ ਸਮਝਾਉਣਾ ਹੈ। ਹੁਣ ਕੀ ਰਾਜੇ ਜਿਹੜਾ 11 ਹੈਗਾ 11 ਦਾ ਜਿਹੜਾ ਬਾਈਨਰੀ ਬਣਦਾ ਉਹ ਇਹ ਬਣਦਾ 11100000। ਹੁਣ ਲੈਫਟ ਸ਼ਿਫਟ ਦਾ ਮਤਲਬ ਕੀ ਹੈ ਰਾਜੇ 2 ਸ਼ਿਫਟ ਕੀ ਕਰੂਗਾ ਇਹ ਲੈਫਟ ਸਾਈਡ ਨੂੰ ਮੂਵ ਕਰ ਦੂਗਾ। ਜਿਹੜੀਆਂ ਆ ਦੋ ਹੈਗੀਆਂ ਬਿਟਸ ਨੇ ਇਹਨਾਂ ਨੂੰ ਕੀ ਕਰ ਦੂਗਾ ਮੂਵ ਕਰ ਦੂਗਾ। ਹੁਣ ਜੇ ਮੰਨ ਲਓ ਮੈਂ 2 ਇਹ ਕੱਢ ਦਵਾਂ ਤਾਂ ਕੀ ਆ ਜਾਊਗਾ ਮੇਰੇ ਕੋਲੇ, ਜਿਵੇਂ ਮੈਂ ਆ 2 ਕੱਢ ਦਵਾਂ ਲੈਫਟ ਵਾਲੀਆਂ 2 ਕੱਢ ਦਵਾਂ ਤਾਂ ਮੇਰੇ ਕੋਲ ਕੀ ਆ ਜਾਊਗਾ 001011। ਪਰ ਜਿਹੜੀ ਸਪੇਸ ਬਚ ਗਈ ਪਿੱਛੇ 2 ਬਿਟ ਦੀ ਉਹਦੇ ਉੱਤੇ ਕੀ ਕਰ ਦੂਗਾ ਐਡ ਕਰ ਦੂਗਾ 0 ਐਡ ਕਰ ਦੂਗਾ। ਤਾਂ 0 ਐਡ ਕਰਨ ਤੋਂ ਬਾਅਦ ਮੇਰੇ ਕੋਲ ਆਨਸਰ ਕੀ ਆ ਜਾਊਗਾ ਦੇਖੋ 00101100। ਨਹੀਂ ਸਮਝ ਆਇਆ ਤਾਂ ਵੀਡੀਓ ਰਿਪੀਟ ਕਰ ਲਿਓ ਬੇਟਾ। ओरिजिनल ਦੇ ਵਿੱਚ ਵੈਲਿਊ ਕੀ ਸੀਗੀ ਮੇਰੇ ਕੋਲੇ 11 ਦੀ ਵੈਲਿਊ, ਕਿਉਂਕਿ ਮੈਂ a ਦੀ ਵੈਲਿਊ ਕਿੰਨੀ ਲਈ ਆ 11 ਲਈ ਆ। 11 ਦਾ ਜਿਹੜਾ ਹੈਗਾ ਦੇਖੋ 00001011। ਤਾਂ ਲਾਸਟ ਵਾਲੀਆਂ ਜਿਹੜੇ 2 ਬਿਟ ਹੈਗੀਆਂ ਇਹ ਅੱਗੇ ਵਾਲੀਆਂ ਬਿਟ ਨੂੰ ਕੀ ਕਰ ਦੂਗਾ ਰਿਮੂਵ ਕਰ ਦੂਗਾ ਸ਼ਿਫਟ ਕਰ ਦੂਗਾ। ਤਾਂ ਕੀ ਬਚ ਗਈਆਂ 2 2 4 2 6 8 ਸੀਗੀਆਂ, ਜਿਹੜੇ ਪਿੱਛੇ ਬਚ ਗਈਆਂ ਉਹਦੇ ਵਿੱਚ ਕੀ ਕਰ ਦੂਗਾ 0 ਐਡ ਕਰ ਦੂਗਾ ਤਾਂ ਇਹ ਮੇਰਾ ਆਨਸਰ ਆ ਜਾਊਗਾ। ਇਹਨੂੰ ਕਹਿ ਦਿੰਦੇ ਆ ਲੈਫਟ ਸ਼ਿਫਟ ਆਪਰੇਟਰ। ਹੁਣ ਬਿਟ ਵਾਈਜ਼ ਰਾਈਟ ਸ਼ਿਫਟ ਰਾਜੇ, ਰਾਈਟ ਸ਼ਿਫਟ ਦਾ ਮਤਲਬ ਕੀ ਹੈ ਕਿ ਰਾਈਟ ਸਾਈਡ ਨੂੰ 2 ਬਿਟ ਕੀ ਕਰ ਦੂਗਾ ਸ਼ਿਫਟ ਕਰ ਦੂਗਾ। ਤਾਂ ਇਹ ਕੀ ਕਰਦਾ ਸੇਮ ਕੰਮ ਕਰਦਾ ਜੋ ਆਪਾਂ ਡਿਵਾਈਡ ਕਰਦੇ ਆ, ਉਹ ਮਲਟੀਪਲਾਈ ਦਾ ਕੰਮ ਕਰਦਾ ਸੀ, ਇਹ ਕਾਹਦਾ ਕੰਮ ਕਰਦਾ ਡਿਵਾਈਡਿੰਗ ਦਾ ਕੰਮ ਕਰਦਾ। ਤਾਂ ਸੇਮ ਰਾਜੇ ਜਿਵੇਂ ਮੰਨ ਲਓ ਮੈਂ a ਦਾ ਕੋਈ ਬਾਈਨਰੀ ਲੈ ਲਿਆ, a ਦਾ ਬਾਈਨਰੀ ਕੀ ਬਣਦਾ a ਦੀ ਵੈਲਿਊ ਮੈਂ 11 ਲੈ ਲਈ, 11 ਦਾ ਬਾਈਨਰੀ ਕੀ ਬਣਦਾ 00001011। ਹੁਣ ਮੈਂ ਰਾਈਟ ਸਾਈਡ ਨੂੰ ਸ਼ਿਫਟ ਕਰਨਾ ਤਾਂ ਰਾਈਟ ਸਾਈਡ ਵਾਲੀਆਂ 2 ਬਿਟ ਕੀ ਕਰਦਾ ਰਿਮੂਵ ਕਰ ਦੋ, ਤੇ ਜਿਹੜੀ ਸਪੇਸ ਬਚ ਗਈ ਹੈ ਰਾਜੇ ਉੱਥੇ ਕੀ ਐਡ ਹੋ ਜੂਗੀ ਇਸ ਸਾਈਡ ਕੀ ਐਡ ਹੋ ਜਾਣਗੀਆਂ 0 ਐਡ ਹੋ ਜਾਣਗੀਆਂ। ਹੁਣ ਕੀ ਆ ਗਈਆਂ 2 2 4 2 6 0 ਹੋ ਗਈਆਂ, ਪਹਿਲਾਂ ਕਿੰਨੀਆਂ ਸੀਗੀਆਂ 4 0 ਤੇ ਰਾਈਟ ਸਾਈਡ ਨੂੰ ਕੀ ਹੋ ਗਿਆ ਸ਼ਿਫਟ ਹੋ ਗਿਆ। ਕਲੀਅਰ ਹੈ ਜੀ ਬਿਟ ਵਾਈਜ਼ ਰਾਈਟ ਸ਼ਿਫਟ ਬਿਟ ਵਾਈਜ਼ ਲੈਫਟ ਸ਼ਿਫਟ।
ਅਗਲਾ ਗੱਲ ਕਰਦੇ ਆ ਜੀ ਰਾਜੇ ਇਨਕਰੀਮੈਂਟ ਤੇ ਡਿਕਰੀਮੈਂਟ ਆਪਰੇਟਰ ਮੋਸਟ ਇੰਪੋਰਟੈਂਟ ਹੈ। ਇਹ ਹੈਗੇ ਜੀ ਤੁਹਾਡੇ ਯੂਨਰੀ ਆਪਰੇਟਰ। ਇਹ ਸਿੰਗਲ ਪ੍ਰਿੰਟ ਦੇ ਉੱਪਰ ਕੰਮ ਕਰਦੇ ਆ, ਇਹਨੂੰ ਯੂਨਰੀ ਆਪਰੇਟਰ ਕਹਿ ਦਿੰਦੇ ਆ। ਇਹ ਬੇਸਿਕਲੀ ਆਪਾਂ ਵਰਤਦੇ ਆ ਲੂਪ ਦੇ ਵਿੱਚ ਵੀ ਵਰਤਦੇ ਆ ਤੇ ਸੀ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਵਰਤਦੇ ਆ। ਹੁਣ ਤੁਹਾਨੂੰ ਮੈਂ ਇੱਕ ਵਾਰੀ ਗੱਲ ਦੱਸਦਾ, ਮੈਂ ਕਹਿ ਦਵਾਂ x ਦੀ ਵੈਲਿਊ ਮੈਂ ਲੈ ਲਈ 5 ਤੇ ਮੈਂ x ਦੀ ਵੈਲਿਊ ਲਿਖ ਲਈ x x + 1। ਇੱਥੇ x ਦੀ ਵੈਲਿਊ ਕਿੰਨੀ ਆਊਗੀ ਤੁਸੀਂ ਸੋਚ ਕੇ ਦੱਸੋ। ਮੰਨ ਲਓ x ਦੀ ਵੈਲਿਊ ਕਿੰਨੀ ਹੈ 5 ਹੈ, ਇੱਥੇ ਕੀ ਕਰ ਲਿਆ ਮੈਂ 5 + 1 ਕੀ ਕਰ ਲਿਆ 6। ਐਂ ਕਰ ਲਓ, ਇੱਥੇ ਐਂ ਕਰ ਲਓ y ਲੈ ਲਓ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ ਮੈਨੂੰ ਪਤਾ ਹੈ। ਮੈਂ ਥੋੜਾ ਜਿਹਾ ਰੇਜ਼ ਕਰ ਦਵਾਂ 1 ਮਿੰਟ, ਠੀਕ ਹੈ। ਜੇ ਵੀਡੀਓ ਤੇਜ਼ ਲੱਗੀ ਹੈ ਭਾਈ ਸਲੋ ਕਰ ਲਿਓ ਕਿਉਂਕਿ YouTube ਤੇ ਸਲੋ ਦੀ ਆਪਸ਼ਨ ਵੀ ਆਉਂਦੀ ਹੈ ਕਿਉਂਕਿ ਟਾਈਮ ਘੱਟ ਹੈ, ਥੋੜਾ ਜਿਹਾ ਤੇਜ਼ ਹੀ ਚੱਲਣਾ ਪਊਗਾ ਆਪਾਂ ਨੂੰ। ਹੁਣ ਦੇਖੋ ਮੈਂ ਇੱਥੇ ਲੈ ਲਵਾਂ z ਲੈ ਲਵਾਂ ਤਾਂ ਮੈਂ ਕੀ ਲੈ ਲਿਆ x ਦੀ ਵੈਲਿਊ 5 ਲੈ ਲਈ, z ਕੀ ਕਰ ਲਿਆ ਮੈਂ x + 1 ਤਾਂ z ਦੇ ਵਿੱਚ ਵੈਲਿਊ ਕਿੰਨੀ ਆ ਜਾਊਗੀ, ਆਨਸਰ ਕੀ ਆ ਜਾਊਗਾ ਮੇਰਾ 6 ਆ ਜਾਊਗਾ, ਠੀਕ ਹੈ ਜੀ। ਤਾਂ ਹੁਣ ਜਿਹੜਾ ਆਪਣੇ ਕੋਲੇ ਇਨਕਰੀਮੈਂਟ ਆਪਰੇਟਰ ਹੁੰਦਾ ਹੈ ਉਹ ਐ ਹੁੰਦਾ ਹੈ ਡਬਲ ਪਲੱਸ। ਇਹ ਡਬਲ ਪਲੱਸ ਦਾ ਮਤਲਬ ਕੀ ਹੈ ਕਿ ਕੋਈ ਚੀਜ਼ ਦੇ ਵਿੱਚ ਆਪਾਂ +1 ਕਰ ਰਹੇ ਹਾਂ। ਬਸ ਦਿਮਾਗ 'ਚ ਕੀ ਬਿਠਾਉਣਾ ਹੈ ਕਿ ਕਿਸੇ ਚੀਜ਼ ਦੇ ਵਿੱਚ ਆਪਾਂ ਕਿੰਨਾ ਕਰ ਰਹੇ ਹਾਂ +1 ਕਰ ਰਹੇ ਹਾਂ। ਜਿੰਨੀ ਵਾਰੀ ਆਪਾਂ ਡਬਲ ਪਲੱਸ ਕਰਾਂਗੇ ਉਹ ਪਲੱਸ ਹੁੰਦਾ ਜਾਊਗਾ, ਹਰ ਵਾਰੀ ਕਿੰਨਾ ਪਲੱਸ ਹੋਊਗਾ, ਇੱਕ ਹੀ ਪਲੱਸ ਹੋਊਗਾ। ਤਾਂ ਰਾਜੇ ਕਹਿੰਦਾ ਜਿਹੜਾ ਇਨਕਰੀਮੈਂਟ ਆਪਰੇਟਰ ਕਹਿੰਦਾ ਕਾਹਦੇ ਵਾਸਤੇ ਯੂਜ਼ ਕਰਦੇ ਆ, ਕਹਿੰਦਾ ਯੂਜ਼ ਟੂ ਇਨਕਰੀਜ਼ ਦਾ ਵੈਲਿਊ ਆਫ ਆਪਰੈਂਟਸ ਬਾਈ 1। ਇੱਕ ਵਾਰੀ ਪਲੱਸ ਕਰ ਸਕਦੇ ਆ। ਤੇ ਜਿਹੜਾ ਡਿਕਰੀਮੈਂਟ ਹੋਊਗਾ ਰਾਜੇ ਉਹ ਕਾਹਦੇ ਵਾਸਤੇ ਵਰਤਿਆ ਜਾਂਦਾ, ਉਹ ਮਾਈਨਸ ਵਾਸਤੇ ਵਰਤਿਆ ਜਾਂਦਾ ਹੈ। ਹੁਣ ਇਸ ਦੇ ਆਪੋਜ਼ਿਟ ਮੈਂ ਅਗਰ ਲਿਖ ਦਵਾਂ x - 1 ਤਾਂ x ਦੇ ਵਿੱਚ z ਦੇ ਵਿੱਚ ਕਿੰਨੀ ਵੈਲਿਊ ਆ ਜਾਊਗੀ 4 ਆ ਜਾਊਗੀ। ਉਹਦਾ ਆਪਰੈਂਟ ਕਿਹੜਾ ਹੈਗਾ ਮਾਈਨਸ, ਹਰ ਵਾਰੀ ਕਿੰਨੀ ਵੈਲਿਊ ਮਾਈਨਸ ਕਰੂਗਾ -1 ਕਰੂਗਾ। ਪਰ ਇਹਦੇ ਅੱਗੇ ਵੀ ਕੀ ਹੈ ਰਾਜੇ, ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਪ੍ਰੀ ਫਿਕਸ, ਇੱਕ ਹੁੰਦਾ ਜੀ ਪੋਸਟ ਫਿਕਸ। ਹੁਣ ਪ੍ਰੀ ਫਿਕਸ ਕੀ ਹੁੰਦਾ, ਪੋਸਟ ਫਿਕਸ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ। ਹੁਣ ਸੀ ਦੇ ਵਿੱਚ ਕੀ ਹੁੰਦਾ ਰਾਜੇ, ਦੋ ਤਰ੍ਹਾਂ ਆਪਾਂ ਕਰ ਸਕਦੇ ਜੇ ਮੰਨ ਲਓ ਮੈਂ x ਦੀ ਵੈਲਿਊ ਲੈ ਲਈ 5, ਠੀਕ ਹੈ ਜੀ। ਮੈਂ ਹੁਣ y ਦੇ ਵਿੱਚ ਕੀ ਕਰਤਾ, ਮੈਂ ਜੇ ਪਾ ਦੇਵਾਂ x ਅੱਗੇ ਲਿਖ ਦੇਵਾਂ ਪਲੱਸ ਇਹਨੂੰ, ਇੱਕ ਮਿੰਟ ਤੁਹਾਨੂੰ ਮੈਂ ਇੱਥੇ ਦੱਸਦਾ x ਇਹ ਦੋ ਤਰ੍ਹਾਂ ਦੇ ਹੁੰਦੇ ਆ ਦੇਖੋ ਕੋਈ ਚੀਜ਼ ਪਹਿਲਾਂ ਆ ਰਹੀ ਹੈ ਉਹਨੂੰ ਕਹਿ ਦਿੰਦੇ ਆ ਜੀ ਪ੍ਰੀ ਫਿਕਸ। ਪ੍ਰੀ ਦਾ ਮਤਲਬ ਕੀ ਹੁੰਦਾ ਪਹਿਲਾਂ, ਕੋਈ ਚੀਜ਼ ਪਿੱਛੇ ਆ ਰਹੀ ਉਹਨੂੰ ਕਹਿ ਦਿੰਦੇ ਆ ਜੀ ਪੋਸਟ, ਠੀਕ ਹੈ। ਜੋ ਕੋਈ ਚੀਜ਼ ਪਿੱਛੇ ਆ ਰਹੀ ਉਹਨੂੰ ਕਹਿ ਦਿੰਦੇ ਪੋਸਟ। ਪ੍ਰੀ ਤੇ ਪੋਸਟ ਦੇ ਵਿੱਚ ਫਰਕ ਕੀ ਹੈ ਰਾਜੇ, ਇਹ ਵੈਲਿਊ ਪਹਿਲਾਂ ਪਲੱਸ ਕਰੂਗਾ ਫਿਰ ਕੀ ਆਊਗਾ ਆਨਸਰ ਆਊਗਾ ਆਪਣੇ ਕੋਲੇ। ਇਹ ਪਹਿਲਾਂ ਆਨਸਰ ਡਿਸਪਲੇ ਕਰੂਗਾ ਉਸ ਤੋਂ ਬਾਅਦ ਵੈਲਿਊ ਐਡ ਹੋਊਗੀ। ਹੁਣ ਤੁਸੀਂ ਸਮਝੋਗੇ ਸਰ ਸਾਨੂੰ ਸਮਝ ਨਹੀਂ ਆਈ ਕਿਵੇਂ ਕਰ ਰਹੇ ਆ, ਤੁਹਾਨੂੰ ਮੈਂ ਦੱਸਦਾ। ਦੇਖੋ ਪਹਿਲਾਂ ਆਪਾਂ ਪ੍ਰੀ ਦੀ ਗੱਲ ਕਰਦੇ ਹਾਂ। ਪ੍ਰੀ ਦੇ ਵਿੱਚ ਕੀ ਹੈ, ਕਹਿੰਦਾ x ਦੀ ਵੈਲਿਊ 5 ਹੈ। ਮੈਂ ਇੱਕ ਸਟੇਟਮੈਂਟ ਲਿਖੀ ਕਿਉਂਕਿ ਤੁਹਾਨੂੰ ਦੱਸਿਆ ਕੰਪਾਈਲਰ ਜਿਹੜਾ ਕੰਮ ਕਰਦਾ ਲਾਈਨ ਬਾਈ ਲਾਈਨ ਕਰਦਾ। ਪਹਿਲੀ ਲਾਈਨ ਤੇ ਮੈਨੂੰ ਕੀ ਮਿਲ ਗਿਆ, x ਦੀ ਵੈਲਿਊ 5 ਮਿਲ ਗਈ। ਦੂਜੀ ਲਾਈਨ ਤੇ ਮੈਨੂੰ ਕੀ ਮਿਲ ਗਿਆ, ਕਹਿੰਦਾ y ਦੇ ਵਿੱਚ ਕੀ ਆ ਗਿਆ x। ਤਾਂ ਥਰਡ ਦੇ ਵਿੱਚ ਕੀ ਆ ਗਿਆ, ਮੈਂ y ਨੂੰ ਡਿਸਪਲੇ ਕਰਾ ਰਿਹਾ ਤਾਂ x ਦੀ ਵੈਲਿਊ ਕੀ ਹੋ ਗਈ ਪਲੱਸ ਹੋ ਗਈ। ਪਹਿਲਾਂ 5 ਸੀਗੀ, ਪ੍ਰੀ ਫਿਕਸ ਦਾ ਮਤਲਬ ਕੀ ਹੈ ਕਿ ਪਹਿਲਾਂ ਪਲੱਸ ਹੋ ਜੂਗੀ, 5 ਦੇ ਵਿੱਚ ਇੱਕ ਜੋੜ ਕੇ ਕੀ ਆ ਜੂਗੀ x ਦੇ ਵਿੱਚ 6 ਵੈਲਿਊ ਆ ਜੂਗੀ। ਤਾਂ ਮੇਰਾ ਆਨਸਰ ਕੀ ਆ ਗਿਆ 6 ਆ ਗਿਆ। ਸਮਝ ਗਏ ਗੱਲ ਮੇਰੀ। ਹੁਣ ਮੈਂ ਅੱਗੇ ਤੁਹਾਨੂੰ ਦੱਸਦਾ ਪੋਸਟ ਫਿਕਸ। ਪੋਸਟ ਫਿਕਸ ਦਾ ਮਤਲਬ ਕੀ ਹੈ ਕਿ ਪਹਿਲੀ ਲਾਈਨ ਦੇ ਵਿੱਚ ਕੀ x ਦੀ ਵੈਲਿਊ ਮੈਨੂੰ 5 ਮਿਲ ਗਈ, ਦੂਜੀ ਲਾਈਨ ਦੇ ਵਿੱਚ ਕੀ ਮਿਲ ਗਿਆ ਮੈਨੂੰ y x++, ਪਰ ਮੇਰੇ ਕੋਲ ਆਨਸਰ ਕੀ ਆ ਗਿਆ 5। ਉਹ 5 ਆਨਸਰ ਤਾਂ ਆ ਰਿਹਾ ਕਿ ਹਜੇ ਪਲੱਸ ਨਹੀਂ ਹੋਈ ਕਿਉਂਕਿ ਪਲੱਸ ਕੀ ਹੋਊਗੀ ਬਾਅਦ ਚ ਹੋਊਗੀ, ਪਲੱਸ ਕੀ ਹੋਊਗੀ ਬਾਅਦ ਚ ਹੋਊਗੀ ਕਿਉਂਕਿ ਇਹ ਕੀ ਹੈ ਇੱਕ ਪੋਸਟ ਫਿਕਸ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ। ਉਵੇਂ ਰਾਜੇ ਆਪਣਾ ਪ੍ਰੀ ਡਿਕਰੀਮੈਂਟ ਹੁੰਦਾ। ਪ੍ਰੀ ਡਿਕਰੀਮੈਂਟ ਦਾ ਮਤਲਬ ਕੀ ਹੈ ਕਿ x ਦੇ ਵਿੱਚ ਵੈਲਿਊ ਕਿੰਨੀ ਹੈ 5 ਹੈ ਤਾਂ ਇੱਥੇ z ਦੇ ਵਿੱਚ ਕੀ ਆ ਜਾਊਗਾ, ਪਹਿਲਾਂ ਹੀ ਮਾਈਨਸ ਹੋ ਗਿਆ ਤਾਂ ਇੱਕ ਮਾਈਨਸ ਕਰਾਂਗੇ 5 ਦੇ ਵਿੱਚ ਆਨਸਰ ਕੀ ਆ ਜਾਊਗਾ 4। ਤੇ ਪੋਸਟ ਫਿਕਸ ਦੇ ਵਿੱਚ ਕੀ ਆਊਗਾ ਬਾਅਦ ਚ ਮਾਈਨਸ ਹੋਊਗਾ ਤੇ ਜੇ ਮੈਂ 5 ਵੈਲਿਊ ਲੈ ਰਿਹਾ ਤਾਂ ਉਹਦਾ ਆਨਸਰ 5 ਹੀ ਆਊਗਾ, ਉਹ ਬਾਅਦ ਚ ਡਿਸਪਲੇ ਹੋਊਗੀ। ਹੁਣ ਇਹ ਜ਼ਿਆਦਾ ਕਲੀਅਰ ਆਪਾਂ ਨੂੰ ਤਾਂ ਨਹੀਂ ਹੋ ਰਿਹਾ ਜਦੋਂ ਆਪਾਂ ਪ੍ਰੋਗਰਾਮ ਕਰਾਂਗੇ ਜਾਂ ਆਪਾਂ ਫੋਰ ਲੂਪ ਕਰਾਂਗੇ, ਵਾਈਲ ਲੂਪ ਕਰਾਂਗੇ, ਉਦੋਂ ਤੁਹਾਨੂੰ ਸਮਝਾ ਦੂੰਗਾ, ਉਦੋਂ ਤੁਹਾਨੂੰ ਜ਼ਿਆਦਾ ਸਮਝ ਆ ਜਾਊਗਾ, ਉਦੋਂ ਮੈਂ ਪ੍ਰੋਗਰਾਮ ਕਰਾ ਦੂੰਗਾ। ਠੀਕ ਹੈ ਜੀ, ਵੈਸੇ ਯਾਦ ਰੱਖ ਲਿਓ ਦੋ ਤਰ੍ਹਾਂ ਦੇ ਹੁੰਦੇ ਆ ਪ੍ਰੀ ਫਿਕਸ ਤੇ ਪੋਸਟ ਫਿਕਸ, ਇਨਕਰੀਮੈਂਟ ਵੀ ਹੁੰਦਾ ਡਿਕਰੀਮੈਂਟ ਵੀ ਹੁੰਦਾ। ਠੀਕ ਹੈ, ਬਸ ਆ ਯਾਦ ਰੱਖਣਾ ਇਹਦਾ ਮਤਲਬ ਹੁੰਦਾ +1, ਇਹਦਾ ਮਤਲਬ ਹੁੰਦਾ ਜੀ -1। ਠੀਕ ਹੈ, ਇਹ ਪਹਿਲਾਂ ਵੀ ਹੋ ਸਕਦਾ ਬਾਅਦ ਚ ਵੀ ਹੋ ਸਕਦਾ। ਪਹਿਲਾਂ ਨੂੰ ਕੀ ਕਹਿੰਦੇ ਆ ਪ੍ਰੀ ਫਿਕਸ, ਬਾਅਦ ਵਾਲੇ ਨੂੰ ਕੀ ਕਹਿੰਦੇ ਆ ਪੋਸਟ ਫਿਕਸ। ਹੁਣ ਕੁਝ ਸਪੈਸ਼ਲ ਆਪਰੇਟਰ ਵੀ ਹੁੰਦੇ ਆ। ਪਹਿਲਾ ਹੁੰਦਾ ਰਾਜੇ ਸਾਈਜ਼ ਆਫ ਆਪਰੇਟਰ, ਅਗਲਾ ਹੁੰਦਾ ਜੀ ਕੋਮਾ ਆਪਰੇਟਰ। ਸਾਈਜ਼ ਆਫ ਆਪਰੇਟਰ ਬੇਟਾ ਹਮੇਸ਼ਾ ਐਂ ਲਿਖਣਾ, ਬੱਚੇ ਕਈ ਵਾਰੀ ਨਾ ਕੀ ਕਰਦੇ ਆ ਸਾਈਜ਼ ਪਾ ਕੇ ਆਫ ਦੇ ਵਿੱਚ ਸਪੇਸ ਪਾ ਦਿੰਦੇ ਆ, ਸਪੇਸ ਨਹੀਂ ਹੈਗੀ ਗੀ, ਸਾਈਜ਼ ਤੇ ਆਫ ਇਕੱਠਾ ਹੈ। ਸਾਈਜ਼ ਆਫ ਆਪਰੇਟਰ ਦੇਖੋ ਨਾਮ ਤੋਂ ਕਲੀਅਰ ਹੈ, ਜਦੋਂ ਆਪਾਂ ਕਿਸੇ ਦਾ ਸਾਈਜ਼ ਪਤਾ ਕਰਨਾ ਹੋਵੇ ਵੀ ਉਹ ਕਿੰਨੇ ਬਾਈਟ ਮੈਮਰੀ ਲੈ ਰਿਹਾ। ਹੁਣ ਜਿਵੇਂ ਮੈਂ ਕਹਿ ਦਵਾਂ x = 5, x ਕੀ ਹੈ ਇੱਕ ਇੰਟੀਜਰ ਵੈਲਿਊ ਹੈ ਤਾਂ ਇਹ ਕਿੰਨੇ ਬਾਈਟ ਲੈ ਰਿਹਾ 2 ਬਾਈਟ ਮੈਮਰੀ ਲੈ ਰਿਹਾ। ਤੁਹਾਨੂੰ ਮੈਂ ਕਰਾਇਆ ਹੋਇਆ ਕਿ ਡਾਟਾ ਟਾਈਪ ਦੇ ਵਿੱਚ ਕਰਾਇਆ ਸੀ ਜਿਹੜਾ ਇੰਟੀਜਰ ਹੈ 2 ਬਾਈਟ ਮੈਮਰੀ ਲੈਂਦਾ ਹੈ। ਹੁਣ ਜੇ ਮੈਂ ਕੱਢਣਾ ਹੋਵੇ ਤਾਂ ਮੈਂ ਕੀ ਕਰੂੰਗਾ ਰਾਜੇ ਸਾਈਜ਼ ਆਫ 5 ਤਾਂ ਮੇਰੇ ਕੋਲ ਆਨਸਰ ਕੀ ਆ ਜਾਊਗਾ 2 ਬਾਈਟ। ਕਹਿਣ ਦਾ ਮਤਲਬ ਕਿ ਸਾਈਜ਼ ਆਫ ਆਪਰੇਟਰ ਕੀ ਕਰਦਾ, ਮੈਮਰੀ ਪਤਾ ਕਰਦਾ ਵੀ ਕਿੰਨੇ ਮੈਮਰੀ ਉਹ ਕੀ ਹੈ ਲੈ ਰਿਹਾ। ਜਿਵੇਂ ਪਹਿਲੀ ਸਟੇਟਮੈਂਟ ਲਿਖੀ ਹੈ x = ਸਾਈਜ਼ ਆਫ 20 ਤਾਂ ਇਹਦਾ ਆਨਸਰ ਕੀ ਆ ਜਾਊਗਾ 2 ਬਾਈਟ ਮੈਮਰੀ। ਜੇ ਮੈਂ ਸਾਈਜ਼ ਆਫ ਇੰਟ ਲਿਖ ਦੂੰਗਾ ਤਾਂ ਵੀ ਇਹਦਾ ਆਨਸਰ ਕੀ ਆ ਜਾਊਗਾ 2 ਬਾਈਟ। ਜੇ ਮੈਂ ਸਾਈਜ਼ ਆਫ 3.14 ਕਰੂੰਗਾ, 3.14 ਕੀ ਹੈ ਰਾਜੇ ਇੱਕ ਫਲੋਟ ਵੈਲਿਊ ਹੈ ਤਾਂ ਇਹਦਾ ਆਨਸਰ ਕੀ ਆ ਜਾਊਗਾ 4 ਬਾਈਟ, ਕਿਉਂਕਿ ਜਿਹੜਾ ਫਲੋਟ ਹੈ
4 ਬਾਈਟਸ ਮੈਮਰੀ ਲੈਂਦਾ ਹੈ। ਤਾਂ ਸਮਝ ਗਏ ਜੀ, ਸਾਈਜ਼ ਆਪਰੇਟਰ ਕਾਹਦੇ ਵਾਸਤੇ ਵਰਤਿਆ ਜਾਂਦਾ, ਮੈਮਰੀ ਪਤਾ ਕਰਨ ਵਾਸਤੇ। ਲਾਸਟ ਹੈਗਾ ਜੀ ਕੋਮਾ ਆਪਰੇਟਰ। ਕੋਮਾ ਆਪਰੇਟਰ ਆਪਾਂ ਮੈਚ ਵੀ ਯੂਜ਼ ਕਰਦੇ, ਜੇ ਮੈਂ ਕਹਿ ਦਵਾਂ ਵੀ x ਦੀ ਵੈਲਿਊ ਕਿੰਨੀ ਹੈ ਜੀ 5 ਹੈ, ਜਾਂ ਇਹ ਕਹਿ ਦਵਾਂ ਸੌਰੀ ਇੰਟੀਜ਼ਰ ਲੈ ਰਿਹਾ ਮੈਂ int x, y, ਤਾਂ ਕਹਿਣ ਦਾ ਮਤਲਬ ਕਿ ਮੈਂ ਦੋ ਇੰਟੀਜ਼ਰ ਲੈ ਰਿਹਾ x ਤੇ y, ਇਹਨੂੰ ਮੈਂ ਐਂ ਵੀ ਲਿਖ ਸਕਦਾ ਇੰਟੀਜ਼ਰ x ਇੰਟੀਜ਼ਰ y, ਕਿ ਮੈਂ ਦੋ ਲਾਈਨਾਂ ਦੇ ਵਿੱਚ ਵੀ ਲਿਖ ਸਕਦਾ। ਮੈਂ ਕੋਡਿੰਗ ਨੂੰ ਘਟਾਉਣ ਦੀ ਬਜਾਏ ਕੀ ਲਿਖਤਾ, ਇੱਕ ਲਾਈਨ ਦੇ ਵਿੱਚ ਲਿਖਤਾ, ਦੋਵਾਂ ਦਾ ਮੀਨਿੰਗ ਸੇਮ ਹੈ, ਅਲੱਗ-ਅਲੱਗ ਲਾਈਨ ਦੇ ਵਿੱਚ ਕੀ ਲਿਖਿਆ ਮੈਂ ਇੰਟੀਜ਼ਰ x ਇੰਟੀਜ਼ਰ y, ਕਿ x ਵੀ ਇੰਟੀਜ਼ਰ ਹੈ y ਵੀ ਇੰਟੀਜ਼ਰ ਹੈ। ਮੈਂ ਸਿੰਗਲ ਲਾਈਨ 'ਚ ਲਿਖਤਾ ਇੰਟੀਜ਼ਰ x, y। ਸੈਮੀਕੋਲਨ ਦਾ ਮਤਲਬ ਹੁੰਦਾ ਐਂਡ ਆਫ ਲਾਈਨ, ਬਟ ਜਿਹੜਾ ਕੋਮਾ ਹੁੰਦਾ, ਕੋਮਾ ਕਾਹਦੇ ਵਾਸਤੇ ਵਰਤਿਆ ਜਾਂਦਾ ਹੈ, ਕਿਸੇ ਕੰਬੀਨੇਸ਼ਨ ਵਾਸਤੇ ਵਰਤਿਆ ਜਾਂਦਾ ਹੈ। ਤਾਂ ਕਹਿੰਦਾ ਜੀ ਕੋਮਾ ਆਪਰੇਟਰ ਇਜ਼ ਯੂਜ਼ਡ ਟੂ ਕੰਬਾਈਨ ਦ ਰਿਲੇਟਡ ਐਕਸਪ੍ਰੈਸ਼ਨ ਟੁਗੇਦਰ। ਹੁਣ ਜਿਵੇਂ ਆਏ ਨਹੀਂ ਲਿਖ ਸਕਦੇ ਕਿ ਇੰਟੀਜ਼ਰ x ਫਲੋਟ y ਨਾ, ਸੇਮ ਚੀਜ਼ ਲਿਖਣੀ ਪਊਗੀ। ਜੇ ਇੰਟੀਜ਼ਰ x ਲੈ ਰਹੇ ਆ ਤਾਂ y ਵੀ ਕੀ ਹੋਊਗਾ, ਇੰਟੀਜ਼ਰ ਹੀ ਹੋਊਗਾ। z ਲੈਣਾ z ਵੀ ਇੰਟੀਜ਼ਰ ਹੋਊਗਾ, ਜਿੰਨੇ ਮਰਜ਼ੀ ਲਈ ਜਾਓ, ਠੀਕ ਹੈ। ਜਿਵੇਂ ਹੁਣ ਇੱਥੇ ਲਿਖਿਆ ਜੀ int a7, b3, ਤਾਂ ਕਹਿੰਦਾ ਮਤਲਬ ਦੋਨਾਂ ਦੇ ਵਿੱਚ ਕੀ ਆ ਰਹੀ ਹੈ, ਇੰਟੀਜ਼ਰ ਵੈਲਿਊ ਆ ਰਹੀ ਹੈ। ਸਮਝ ਗਏ ਮੇਰੀ ਗੱਲ, ਇਹਦੇ ਵਾਸਤੇ ਵਰਤਿਆ ਜਾਂਦਾ ਕੋਮਾ ਆਪਰੇਟਰ। ਹੁਣ ਅੱਜ ਦਾ ਲਾਸਟ ਪਾਰਟ ਹੈ, ਬਹੁਤ ਇੰਪੋਰਟੈਂਟ ਹੈ, ਨਾਟ ਲੀਸਟ, ਲਾਸਟ ਜ਼ਰੂਰ ਹੈ ਪਰ ਲੀਸਟ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਰਾਜੇ, ਮੋਸਟ ਇੰਪੋਰਟੈਂਟ ਹੈ। ਹੁਣ ਬੱਚਿਆਂ ਵਾਸਤੇ ਮੈਂ ਕੁਐਸਚਨ ਪਾਏ, ਉਹਨਾਂ ਨੇ ਮੇਰੇ ਤੋਂ ਨੋਟਸ ਲੈ ਵੀ ਲਏ, ਤੇ ਮੈਂ ਪਹਿਲਾਂ ਹੀ ਕਿਹਾ ਸੀ ਥਿਊਰੀ ਤੋਂ ਬਿਨਾਂ ਸਮਝ ਨਹੀਂ ਆਉਣਗੇ। ਹੁਣ ਬੱਚਿਆਂ ਨੇ ਪੜ੍ਹਿਆ ਨੂੰ ਕਾਫੀ ਦੇਰ ਹੋ ਗਈ, ਉਹ ਮੈਨੂੰ ਚਲੋ ਵੈਸੇ ਚੰਗੀ ਗੱਲ ਹੈ, ਮੈਨੂੰ ਪੁੱਛਦੇ ਆ, ਪੁੱਛਣਾ ਚਾਹੀਦਾ, ਲੇਕਿਨ ਪੁੱਛਣਾ ਢੰਗ ਹੁੰਦਾ ਕਿ ਸਰ ਇਹ ਕੁਐਸਚਨ ਚੈੱਕ ਕਰਿਓ ਵੀ ਇਹ ਠੀਕ ਹੈ, ਆਨਸਰ ਕੀ ਕਰ ਰਹੇ ਨੇ ਸਰ, ਤੁਹਾਡੇ ਸਾਰੇ ਨੋਟਸ ਗਲਤ ਨੇ, ਤੁਸੀਂ ਆ ਗਲਤ ਬਣਾਤਾ। ਉਹ ਭਾਈ ਤੁਸੀਂ ਕਦੇ ਜ਼ਿੰਦਗੀ 'ਚ ਪੜ੍ਹਿਆ ਹੀ ਨਹੀਂਗਾ, ਮੈਨੂੰ ਲੱਗਦਾ ਗਰੰਟੀ ਹੈ। ਤੁਸੀਂ ਕਮੈਂਟ ਕਰਿਓ ਕਿ ਕਿੰਨੇ ਬੱਚਿਆਂ ਨੇ ਇਹ BCA ਜਾਂ ਤੁਸੀਂ BCA ਡਿਗਰੀ ਕੀਤੀ, ਜਾਂ PGDCA ਕੀਤੀ ਹੈ, BTech ਕੀਤੀ ਹੈ, MSc ਕੀਤੀ, MCA ਕੀਤੀ ਹੈ, ਤੁਸੀਂ ਕਿੰਨੇ ਆ ਪੜ੍ਹਿਆ ਆਪਰੇਟਰ, ਪ੍ਰੈਜ਼ੀਡੈਂਸ ਤੇ ਐਸੋਸੀਏਟਿਵਿਟੀ, ਕਿੰਨੇ ਕੁ ਬੱਚਿਆਂ ਨੇ ਪੜ੍ਹਿਆ? ਮੈਨੂੰ ਲੱਗਦਾ ਮੋਸਟਲੀ ਨਹੀਂ ਪੜ੍ਹਿਆ ਹੁੰਦਾ ਆਪਾਂ, ਤੇ ਨਾ ਹੀ ਆਪਾਂ ਨੂੰ ਪਤਾ ਹੁੰਦਾ ਰਾਜੇ ਇਹਦੇ ਬਾਰੇ। ਤੇ ਅੱਜ ਮੈਂ ਸਾਰਾ ਕੁਝ ਕਲੀਅਰ ਕਰੂੰਗਾ। ਹੁਣ ਦੇਖੋ ਆਪਰੇਟਰ ਪ੍ਰੈਜ਼ੀਡੈਂਸ ਕੀ ਹੁੰਦੀ ਹੈ। ਆਪਾਂ ਜਿਵੇਂ ਮੈਥ ਦੇ ਵਿੱਚ ਕੀ ਕਰਦੇ ਹਾਂ ਰਾਜੇ, ਬੋਡੋਮਾਸ ਰੂਲ ਯੂਜ਼ ਕਰਦੇ ਹਾਂ। ਬੋਡੋਮਾਸ ਆਪਾਂ ਕਾਹਦੇ ਵਾਸਤੇ ਕਰਦੇ ਹਾਂ ਵੀ ਕੋਈ ਸਿੰਗਲ ਐਕਸਪ੍ਰੈਸ਼ਨ ਦੇ ਵਿੱਚ ਪਲੱਸ ਵੀ ਆ ਸਕਦਾ ਹੈ, ਮਾਈਨਸ ਵੀ, ਮਲਟੀਪਲਾਈ ਵੀ। ਆਪਾਂ ਨੂੰ ਕੀ ਪਤਾ ਚੱਲੂਗਾ ਵੀ ਆਪਾਂ ਕਿਹਨੂੰ ਪਹਿਲਾਂ ਇਵੈਲੂਏਟ ਕਰਨਾ। ਤਾਂ ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸਦਾ, ਐਗਜ਼ਾਮਪਲ ਕਰਾਉਂਗਾ, ਤੁਹਾਨੂੰ ਸਮਝ ਆ ਜਾਊਗੀ। ਆ ਇਹ ਕਹੇ ਜੀ 2 + 3 ਮਲਟੀਪਲਾਈ ਬਾਈ ਕਿੰਨਾ 5, ਇਹ ਮਲਟੀਪਲਾਈ ਦਾ ਸਿੰਬਲ ਹੈ ਭਾਈ, ਥੋੜੀ ਡਰਾਇੰਗ ਇਦਾਂ ਦੀ ਆ, ਥੋੜੀ ਸੌਰੀ ਮੈਂ ਥੋੜਾ ਪਾਉਜ਼ ਲੈ ਰਿਹਾ, ਮੇਰੇ ਨਾ ਮਾਊਥ ਦੀ ਪ੍ਰੋਬਲਮ ਕਰਕੇ ਮੇਰੇ ਤੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ। ਹੁਣ ਦੇਖੋ, ਹੁਣ ਦੋ ਮੰਨ ਲਓ ਕਿ ਮੈਂ ਕੁਝ ਵੀ ਯੂਜ਼ ਨਹੀਂ ਕਰਦਾ, ਕੋਈ ਰੂਲ ਨਹੀਂ ਯੂਜ਼ ਕਰਦਾ, ਇਹਦੇ ਦੋ ਆਨਸਰ ਆਉਣਗੇ। ਕਿਵੇਂ ਆਉਣਗੇ ਕਿ ਮੰਨ ਲਓ ਇਹਨੂੰ ਮੈਂ ਪਹਿਲਾਂ ਇਵੈਲੂਏਟ ਕਰ ਰਿਹਾ, ਤਾਂ 3 + 2 ਕਿੰਨਾ ਹੋ ਗਿਆ ਜੀ 5, ਤੇ 5 ਨੂੰ ਮਲਟੀਪਲਾਈ ਕਰੋ 5 ਨਾਲ, ਕਿੰਨਾ ਆਨਸਰ ਆ ਗਿਆ 25। ਪਹਿਲਾ ਤਾਂ ਇਹ ਹੋ ਗਿਆ ਕੇਸ। ਹੁਣ ਦੂਜਾ ਇੱਕ ਬੰਦਾ ਹੋਰ ਆਇਆ, ਮਤਲਬ ਦੋ ਸਟੂਡੈਂਟ ਨੇ, ਇੱਕ ਸਟੂਡੈਂਟ ਨੇ ਆਨਸਰ ਕਿੰਨਾ ਕੱਢਿਆ 25 ਕੱਢਿਆ, ਠੀਕ ਹੈ ਜੀ, ਕਲੀਅਰ ਹੈ। ਹੁਣ ਇੱਕ ਬੱਚੇ ਨੇ ਆਨਸਰ ਕੀ ਕੱਢਿਆ 2, ਇਹਨੂੰ ਪਹਿਲਾਂ ਇਵੈਲੂਏਟ ਕਰ ਲਿਆ, 5 30 ਕਿੰਨਾ ਦਾ 15, ਇੱਕ ਨੇ ਆਨਸਰ ਕੱਢਿਆ ਕਿੰਨਾ 17, ਇੱਕ ਨੇ ਆਨਸਰ ਕੱਢਿਆ 17 ਜੀ, ਇੱਕ ਨੇ ਕੱਢਿਆ 25। ਹੁਣ ਕਿਹੜਾ ਠੀਕ ਹੈ ਕਿਹੜਾ ਗਲਤ ਹੈ, ਲੇਕਿਨ ਦੋਨੇ ਠੀਕ ਹੈ। ਦੇਖੋ 5 ਨੂੰ 3 ਨਾਲ ਮਲਟੀਪਲਾਈ ਕਰੀਏ ਤਾਂ 15 ਹੀ ਆਉਂਦਾ ਹੈ, 15 + 2 ਕਰੀਏ 17 ਆਉਂਦਾ ਹੈ, 5 ਨੂੰ 5 ਨਾਲ ਮਲਟੀਪਲਾਈ ਕਰੀਏ ਤਾਂ 25 ਆਉਂਦਾ ਹੈ। ਤਾਂ ਕਹਿਣ ਦਾ ਮਤਲਬ ਹੁਣ ਕੰਪਿਊਟਰ ਨੂੰ ਕਿਵੇਂ ਪਤਾ ਚੱਲੂਗਾ ਵੀ ਕਿਹੜਾ ਠੀਕ ਹੈ? ਤਾਂ ਉਹਦੇ ਵਾਸਤੇ ਕੀ ਹੁੰਦੇ ਰਾਜੇ, ਰੂਲ ਹੁੰਦੇ ਆ, ਉਸ ਰੂਲ ਨੂੰ ਕੀ ਕਹਿ ਦਿੰਦੇ ਆ, ਪ੍ਰੈਜ਼ੀਡੈਂਸ ਕਹਿ ਦਿੰਦੇ ਆ। ਹੁਣ ਪ੍ਰੈਜ਼ੀਡੈਂਸ ਦੇ ਵਿੱਚ ਕੀ ਹੈ ਰਾਜੇ, ਜਿਹੜਾ ਠੀਕ ਕਿਹੜਾ ਹੈਗਾ 25 ਵਾਲਾ ਠੀਕ ਹੈ, ਕਿਉਂਕਿ 25 ਵਾਲਾ ਤਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਰਾਜੇ, ਜਿਹੜਾ ਪਲੱਸ ਆਪਰੇਟਰ ਹੈ ਨਾ, ਪਲੱਸ ਆਪਰੇਟਰ, ਇੱਕ ਮਿੰਟ ਸੌਰੀ ਮੇਰੇ ਦਿਮਾਗ 'ਚ ਨਿਕਲ ਗਿਆ, ਜਿਹੜਾ ਸੌਰੀ ਇਹਦੇ ਵਿੱਚ ਆ 17 ਵਾਲਾ ਠੀਕ ਹੈ। ਇਹਦੇ ਵਿੱਚ ਜਿਹੜਾ ਮਲਟੀਪਲਾਈ ਦਾ ਸਿੰਬਲ ਹੁੰਦਾ ਨਾ ਰਾਜੇ, ਇਹਦੀ ਪ੍ਰੈਜ਼ੀਡੈਂਸ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ ਪਲੱਸ ਦੇ ਨਾਲੋਂ। ਇਹ 25 ਕੀ ਆਨਸਰ ਗਲਤ ਹੈ, 17 ਠੀਕ ਹੈ, ਕਿਉਂਕਿ ਜਿਹੜਾ ਆਪਰੇਟਰ ਹੁੰਦਾ ਨਾ ਮਲਟੀਪਲਾਈ ਆਪਰੇਟਰ, ਉਹਦੀ ਹਾਇਰ ਪ੍ਰੈਜ਼ੀਡੈਂਸ ਹੁੰਦੀ ਹੈ ਕਿਹਦੇ ਨਾਲੋਂ, ਪਲੱਸ ਦੇ ਨਾਲੋਂ। ਇਹਦਾ ਮਤਲਬ ਕੀ ਹੈ ਕਿ ਪਹਿਲਾਂ ਇਹ ਇਵੈਲੂਏਟ ਹੋਊਗਾ, 5 ਨੂੰ 3 ਨਾਲ ਮਲਟੀਪਲਾਈ ਕਰਾਂਗੇ 15, ਫਿਰ ਉਹਦੇ ਵਿੱਚ ਕੀ ਹੋਊਗਾ, ਪਲੱਸ ਆਪਰੇਟਰ ਯੂਜ਼ ਹੋਊਗਾ, ਤਾਂ 17 ਮੇਰਾ ਕੀ ਆਊਗਾ, ਰਾਈਟ ਆਨਸਰ ਆਊਗਾ। ਕਲੀਅਰ ਹੈ ਜੀ, 17 ਕੀ ਆਊਗਾ ਮੇਰਾ, ਰਾਈਟ ਆਨਸਰ ਆਊਗਾ। ਸਮਝ ਗਏ ਮੇਰੀ ਗੱਲ, ਕਲੀਅਰ ਹੈ। ਹੁਣ ਤੁਸੀਂ ਚਲੋ ਤੁਸੀਂ ਮੈਨੂੰ ਦੱਸਿਓ, ਮੈਂ ਤੁਹਾਨੂੰ ਇੱਕ ਕੁਐਸਚਨ ਪਾ ਰਿਹਾ, ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਤੁਹਾਨੂੰ ਇੱਕ ਦੇ ਰਿਹਾ, ਤੁਸੀਂ ਮੈਨੂੰ ਦੱਸਿਓ 7 - 2 ਮਲਟੀਪਲਾਈ ਬਾਈ 1, ਤੁਸੀਂ ਮੈਨੂੰ ਇਹਦਾ ਆਨਸਰ ਦੱਸਿਓ ਕੀ ਆਊਗਾ, ਠੀਕ ਹੈ। ਵੈਸੇ ਤੁਹਾਨੂੰ ਮੈਂ ਸਮਝਾਤਾ। ਹੁਣ ਪ੍ਰੋਬਲਮ ਇੱਕ ਹੋਰ ਆ ਜਾਂਦੀ ਹੈ ਰਾਜੇ, ਪ੍ਰੋਬਲਮ ਕੀ ਆ ਜਾਂਦੀ ਹੈ, ਪ੍ਰੈਜ਼ੀਡੈਂਸ ਦੇ ਬਾਰੇ ਆਪਾਂ ਸਮਝ ਗਏ ਵੀ ਜਿਹੜੇ ਦੋ ਆਪਰੇਟਰ ਆਉਣਗੇ ਉਹਨਾਂ ਵਿੱਚ ਜਿਹਦੀ ਹਾਇਰ ਪ੍ਰੈਜ਼ੀਡੈਂਸ ਹੋਊਗੀ ਆਪਾਂ ਉਹਨੂੰ ਕੀ ਕਰ ਲਾਂਗੇ, ਪਹਿਲਾਂ ਇਵੈਲੂਏਟ ਕਰ ਲਾਂਗੇ। ਪਰ ਹੁਣ ਇਦਾਂ ਦਾ ਕੇਸ ਵੀ ਹੋ ਸਕਦਾ ਕਿ ਦੋ ਆਪਰੇਟਰ ਦੀ ਪ੍ਰੈਜ਼ੀਡੈਂਸ ਕੀ ਹੋਵੇ, ਸੇਮ ਹੋਵੇ। ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ, ਜਿਵੇਂ ਮੰਨ ਲਓ ਮੈਂ ਕਹਿ ਦਵਾਂ 10 / 2 ਮਲਟੀਪਲਾਈ ਬਾਈ 5। ਹੁਣ ਕੀ ਹੈ, ਇਹਦੇ ਵੀ ਦੋ ਆ ਸਕਦੇ ਕਿਉਂਕਿ ਜਿਹੜੇ ਦੋਨੇ ਆਪਰੇਟਰ ਹੈ ਰਾਜੇ, ਇਹਨਾਂ ਦੀ ਕੀ ਹੈ ਪ੍ਰੈਜ਼ੀਡੈਂਸ ਕੀ ਹੈ, ਸੇਮ ਹੈ, ਦੋਵਾਂ ਦੀ ਬਰਾਬਰ ਹੈ। ਹੁਣ ਮੈਂ ਇੱਕ ਬੰਦੇ ਨੇ ਕੀ ਕੀਤਾ ਜੀ, 10 ਨੂੰ 2 ਨਾਲ ਡਿਵਾਈਡ ਕੀਤਾ, ਪਹਿਲਾਂ ਇਹਨੂੰ ਸੋਲਵ ਕੀਤਾ, ਤਾਂ ਇਹ ਕੀ ਆ ਗਿਆ ਜੀ 5
ਇਹ ਕੀ ਆ ਗਿਆ ਜੀ 5, ਤਾਂ ਆਂਸਰ ਕੀ ਆ ਗਿਆ ਮੇਰੇ ਕੋਲ 25 ਆ ਗਿਆ। ਕਿੰਨਾ ਆਂਸਰ ਆ ਗਿਆ ਜੀ 25। ਹੁਣ ਇੱਕ ਬੰਦੇ ਨੇ ਕੀ ਕੀਤਾ ਰਾਜੇ, ਇਹਦਾ ਆਂਸਰ ਕੱਢਿਆ 10 ਡਿਵਾਈਡ ਬਾਈ 2 into 5। ਠੀਕ ਹੈ ਜੀ, ਉਹਨੇ ਕੀ ਕੀਤਾ 2 ਨੂੰ ਪਹਿਲਾਂ 5 ਦੇ ਨਾਲ ਕੀ ਕਰ ਲਿਆ, ਮਲਟੀਪਲਾਈ ਕਰ ਲਿਆ। 2 ਨੂੰ ਕੀ ਕਰ ਲਿਆ, 5 ਦੇ ਨਾਲ ਮਲਟੀਪਲਾਈ ਕਰ ਲਿਆ, ਤਾਂ ਕੀ ਹੋ ਗਿਆ 10 ਡਿਵਾਈਡ ਬਾਈ 10, ਆਂਸਰ ਕੀ ਆ ਗਿਆ ਜੀ ਮੇਰਾ 1 ਆ ਗਿਆ। ਤਾਂ ਹੁਣ ਕਿਹੜਾ ਆਂਸਰ ਠੀਕ ਹੋਊਗਾ, 25 ਵਾਲਾ ਠੀਕ ਹੋਊਗਾ ਕਿ 1 ਵਾਲਾ ਠੀਕ ਹੋਊਗਾ? ਹੁਣ ਇਹਦੇ ਚੱਕਰਾਂ 'ਚ ਪੈ ਗਏ ਆਪਾਂ। ਤਾਂ ਰਾਜੇ ਜਿਹੜਾ 25 ਵਾਲਾ ਆਂਸਰ ਉਹ ਠੀਕ ਹੋਊਗਾ, ਕਿਉਂਕਿ ਦੇਖੋ ਜਦੋਂ ਦੋ ਆਪਰੇਟਰ ਦੀ ਪ੍ਰੈਸੀਡੈਂਸ ਸੇਮ ਹੁੰਦੀ ਹੈ ਤਾਂ ਫਿਰ ਕਿਹੜਾ ਰੂਲ ਆਉਂਦਾ ਆਪਣੇ ਕੋਲੇ, ਐਸੋਸੀਏਟਿਵਿਟੀ ਆਉਂਦਾ ਹੈ। ਐਸੋਸੀਏਟਿਵਿਟੀ ਕੀ ਕਹਿੰਦਾ ਆਪਾਂ ਨੂੰ ਕਿ ਜੇ ਦੋਨਾਂ ਆਪਰੇਟਰ ਦੀ ਪ੍ਰੈਸੀਡੈਂਸ ਸੇਮ ਹੈ ਤਾਂ ਆਪਾਂ ਕੀ ਰੂਲ ਫੋਲੋ ਕਰਦੇ ਹਾਂ, ਕਿਹੜਾ ਰੂਲ ਫੋਲੋ ਕਰਦੇ ਹਾਂ, ਜਾਂ ਤਾਂ ਆਪਾਂ ਲੈਫਟ ਟੂ ਰਾਈਟ ਸੋਲਵ ਕਰਾਂਗੇ ਜਾਂ ਫਿਰ ਆਪਾਂ ਕੀ ਕਰਾਂਗੇ ਰਾਈਟ ਟੂ ਲੈਫਟ ਸੋਲਵ ਕਰਾਂਗੇ। ਸਮਝ ਗਏ ਮੇਰੀ ਗੱਲ? ਰਾਈਟ ਟੂ ਲੈਫਟ ਹੁੰਦਾ ਜਾਂ ਲੈਫਟ ਟੂ ਰਾਈਟ ਹੁੰਦਾ। ਦੇਖੋ ਦੋਨਾਂ ਦੀ ਕੀ ਸੀਗੀ, ਸੇਮ ਸੀਗੀ। ਹੁਣ ਦੇਖੋ 10 ਡਿਵਾਈਡ ਤੇ ਮਲਟੀਪਲਾਈ ਦੀ ਸੇਮ ਸੀਗੀ, ਤਾਂ ਮੈਂ ਕੀ ਕਰੂੰਗਾ ਇੱਥੇ ਲੈਫਟ ਟੂ ਰਾਈਟ ਕਰੂੰਗਾ। ਲੈਫਟ ਟੂ ਰਾਈਟ ਦਾ ਮਤਲਬ ਕੀ ਆ ਕਿ ਪਹਿਲਾਂ ਲੈਫਟ ਵਾਲਾ ਦੇਖਣਾ, ਲੈਫਟ ਦੇ ਵਿੱਚ ਪਹਿਲਾਂ ਕਿਹੜਾ ਆ ਰਿਹਾ, ਡਿਵਾਈਡ ਹੋ ਰਿਹਾ, ਤਾਂ 2 ਡਿਵਾਈਡ ਬਾਈ 10 ਕਰਾਂਗੇ, 10 ਡਿਵਾਈਡ ਬਾਈ 2 ਕਰਾਂਗੇ ਤਾਂ ਆਂਸਰ ਕੀ ਆ ਗਿਆ 5, ਤੇ 5 ਨੂੰ 5 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆਂਸਰ ਆ ਗਿਆ 25। ਤੁਸੀਂ ਗੱਲ ਸਮਝ ਗਏ ਹੋਵੋਗੇ ਵੀ ਪ੍ਰੈਸੀਡੈਂਸ ਕੀ ਹੁੰਦੀ ਹੈ ਤੇ ਐਸੋਸੀਏਟਿਵਿਟੀ ਕੀ ਹੁੰਦੀ ਹੈ। ਠੀਕ ਹੈ, ਥੋੜਾ ਜਿਹਾ ਅੱਜ ਨਾ ਮੇਰੇ ਦਰਦ ਹੋਣ ਕਰਕੇ ਦਿਮਾਗ ਇਹਨਾਂ ਚੱਲ ਨਹੀਂ ਰਿਹਾ, ਕੋਈ ਮਾੜੀ ਮੋਟੀ ਜਿਹੜੀ ਮਿਸਟੇਕ ਹੋ ਰਹੀ ਹੈ ਉਹਨੂੰ ਭਾਈ ਐਕਸੈਪਟ ਕਰ ਲਿਓ। ਵੈਸੇ ਤੁਹਾਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਸਮਝਾਤਾ। ਹੁਣ ਪ੍ਰੈਸੀਡੈਂਸ ਕੀ ਹੁੰਦੀ ਹੈ ਰਾਜੇ, ਕਹਿੰਦਾ ਈਚ ਆਪਰੇਟਰ ਇਨ ਦਾ ਸੀ ਲੈਂਗੁਏਜ ਹੈਜ਼ ਅਸਾਈਨਡ ਏ ਪ੍ਰਾਇੋਰਟੀ ਇਜ਼ ਕਾਲਡ ਪ੍ਰੈਸੀਡੈਂਸ। ਹੁਣ ਕਿਹਨੇ ਪਹਿਲਾਂ ਆਉਣਾ ਕਿਹਨੇ ਬਾਅਦ ਚ ਆਉਣਾ, ਉਹਨੂੰ ਕਹਿ ਦਿੰਦੇ ਪ੍ਰਾਇੋਰਟੀ ਦੇਣਾ। ਕਹਿੰਦਾ ਇਟ ਇਜ਼ ਇੰਪੋਰਟੈਂਟ ਟੂ ਸੋਲਵ ਐਨ ਐਕਸਪ੍ਰੈਸ਼ਨ ਹੈਜ਼ ਮੋਰ ਦੈਨ ਵਨ ਆਪਰੇਟਰ। ਹੁਣ ਇੱਕ ਦੇ ਵਿੱਚ ਇੱਕ ਤੋਂ ਵੱਧ ਆਪਰੇਟਰ ਆ ਸਕਦਾ ਹੈ, ਤਾਂ ਆਪਾਂ ਨੂੰ ਕਿਹੜਾ ਪਤਾ ਲੱਗੂਗਾ ਵੀ ਕਿਹਨੂੰ ਪਹਿਲਾਂ ਸੋਲਵ ਕਰਨਾ ਕਿਹਨੂੰ ਬਾਅਦ ਚ ਸੋਲਵ ਕਰਨਾ। ਜੇ ਦੋਵਾਂ ਦੀ ਸੇਮ ਹੋਊਗੀ ਰਾਜੇ, ਜੇ ਦੋਵਾਂ ਦੀ ਸੇਮ, ਦੇਖੋ ਲਿਖਿਆ ਹੋਇਆ ਨਾ ਕਿ ਜੇ ਦੋਵਾਂ ਦੀ ਸੇਮ ਪ੍ਰੈਸੀਡੈਂਸ ਹੋਊਗੀ ਤਾਂ ਆਪਾਂ ਕੀ ਕਰਾਂਗੇ ਉੱਥੇ ਐਸੋਸੀਏਟਿਵਿਟੀ ਰੂਲ ਫੋਲੋ ਕਰਾਂਗੇ। ਇਹ ਕੀ ਹੁੰਦਾ ਜੀ, ਜਾਂ ਤਾਂ ਲੈਫਟ ਟੂ ਰਾਈਟ ਹੁੰਦਾ ਜਾਂ ਫਿਰ ਰਾਈਟ ਟੂ ਲੈਫਟ ਹੁੰਦਾ। ਆ ਤੁਹਾਨੂੰ ਮੈਂ ਟੇਬਲ ਦੇਖੋ, ਟੇਬਲ ਤੁਸੀਂ ਸਮਝ ਲਿਓ, ਇਹ ਟੇਬਲ ਚਾਹੇ ਤੁਸੀਂ ਯਾਦ ਕਰ ਲਿਓ। ਹੁਣ ਬੱਚਿਆਂ ਨੇ ਕਈਆਂ ਨੇ ਭੁਲੇਖਾ ਪਿਆ। ਹੁਣ ਭੁਲੇਖਾ ਕਿਉਂ ਪੈ ਰਿਹਾ ਰਾਜੇ, ਆ ਦੇਖੋ ਇੱਥੇ ਕੱਲਾ ਨਾਟ ਇਕੁਅਲ ਟੂ ਸਿੰਬਲ ਹੈ, ਇੱਥੇ ਨਾਟ ਇਕੁਅਲ ਟੂ ਹੈ। ਨਾਟ ਇਕੁਅਲ ਟੂ, ਇਹ ਦੋਵਾਂ 'ਚ ਫਰਕ ਹੈ, ਕੱਲਾ ਨਾਟ ਹੈ, ਇਹਨੂੰ ਕੱਲਾ ਆਪਾਂ ਨਾਟ ਬੋਲਾਂਗੇ, ਇਹਨੂੰ ਕੀ ਬੋਲਾਂਗੇ ਨਾਟ ਤੇ ਇਕੁਅਲ ਟੂ। ਨਾਟ ਤੇ ਇਕੁਅਲ ਟੂ, ਦੋਵਾਂ 'ਚ ਫਰਕ ਹੈ, ਦੋਵਾਂ 'ਚ ਕੀ ਹੈ ਫਰਕ ਹੈ। ਹੁਣ ਬੱਚੇ ਇਹ 'ਚ ਭੁਲੇਖਾ ਖਾ ਰਹੇ, ਮੈਂ ਕੁਐਸਚਨ ਪਾਇਆ ਹੋਇਆ ਉਹ ਤੇ ਬੱਚੇ ਕਹਿ ਰਹੇ ਸਾਰੇ ਤੁਸੀਂ ਗਲਤ ਕਰਾਇਆ। ਮੈਂ ਗਲਤ ਨਹੀਂ ਕਰਾਇਆ ਭਾਈ, ਤੁਸੀਂ ਆਪਦਾ ਧਿਆਨ ਦੇਖਿਓ। ਹੁਣ ਦੇਖੋ ਆ ਲੈਵਲ ਹੈ, ਸਭ ਤੋਂ ਪਹਿਲਾਂ ਬ੍ਰੈਕਟ ਕੀ, ਸਭ ਤੋਂ ਪਹਿਲਾਂ ਕੀ ਸੋਲਵ ਹੁੰਦੀ ਹੈ ਰਾਜੇ, ਬ੍ਰੈਕਟ ਸੋਲਵ ਹੁੰਦੀ ਹੈ। ਠੀਕ ਹੈ, ਇਹ ਲੈਵਲ ਹੈ ਕਿ ਜੇ ਕੋਈ ਐਕਸਪ੍ਰੈਸ਼ਨ ਆ ਗਿਆ, ਜਿਵੇਂ ਮੈਂ ਕਹਿ ਦੇਵਾਂ 5 + 2 × 7, ਚਾਹੇ ਮਲਟੀਪਲਾਈ ਦੀ ਕੀ ਸੀਗੀ ਜ਼ਿਆਦਾ ਪ੍ਰੈਸੀਡੈਂਸ ਸੀਗੀ, ਪਲੱਸ ਦੇ ਨਾਲੋਂ ਪਰ ਪਹਿਲਾਂ ਕੀ ਆ ਗਈ ਬ੍ਰੈਕਟ ਆ ਗਈ, ਤਾਂ ਆਪਾਂ ਨੂੰ ਪਹਿਲਾਂ ਸੋਲਵ ਕੀ ਕਰਨੀ ਪਊਗੀ, ਬ੍ਰੈਕਟ ਸੋਲਵ ਕਰਨੀ ਪਊਗੀ। ਦੂਸਰਾ ਕੀ ਹੈ ਰਾਜੇ, ਸਿੰਗਲ ਆਪਰੇਟਰ ਨੇ ਜਿਵੇਂ ਪਲੱਸ ਮਾਈਨਸ ਡਬਲ ਪਲੱਸ, ਠੀਕ ਹੈ, ਹਾਈਫਨ ਨੋਟ ਕੰਪਲੀਮੈਂਟ ਸਿੰਬਲ ਐਂਪਰਸੈਂਡ ਮਲਟੀਪਲਾਈ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਜੇ ਇੱਕੋ ਐਕਸਪ੍ਰੈਸ਼ਨ ਦੇ ਵਿੱਚ ਪਲੱਸ ਵੀ ਆ ਜਾਂਦਾ ਤੇ ਮਲਟੀਪਲਾਈ ਵੀ ਆ ਜਾਂਦਾ, ਦੋਵਾਂ ਦਾ ਲੈਵਲ ਸਾਈਜ਼ ਸੇਮ ਹੈ ਪਰ ਇੱਕੋ ਦੇ ਵਿੱਚ ਆ ਜਾਂਦਾ, ਆਪਾਂ ਨੂੰ ਕੀ ਕਰਨਾ ਪਊਗਾ ਫਿਰ ਐਸੋਸੀਏਟਿਵਿਟੀ ਵੇਖਣਾ ਪਊਗਾ। ਤਾਂ ਆਪਾਂ ਨੂੰ ਕੀ ਕਰਨਾ ਪਊਗਾ ਰਾਈਟ ਟੂ ਲੈਫਟ, ਕਹਿੰਦਾ ਮਤਲਬ ਕਿ ਇਹਦੀ ਆਪਰੇਟਰ ਦੀ ਕੀ ਹੈ ਸਭ ਤੋਂ ਉੱਪਰ ਹਾਇਰ ਪ੍ਰੈਸੀਡੈਂਸ ਆ ਜੂਗੀ, ਕਿਉਂਕਿ ਆਪਾਂ ਰਾਈਟ ਟੂ ਲੈਫਟ ਸੋਲਵ ਕਰਾਂਗੇ। ਠੀਕ ਹੈ ਜੀ, ਇਹ ਸਾਰੇ ਤੁਸੀਂ ਲੈਵਲ ਪੜ੍ਹ ਲਿਓ ਰਾਜੇ, ਇਹ ਤੁਹਾਡੇ ਯਾਦ ਕਰਨ ਵਾਲਾ ਕੰਮ ਹੈ। ਇਹਦੀ ਸਕਰੀਨਸ਼ਾਟ ਲੈ ਲਿਓ, ਸਕਰੀਨਸ਼ਾਟ ਮੈਂ ਥੋੜਾ ਜਿਹਾ ਰੇਜ਼ ਕਰਕੇ ਸਾਫ਼ ਕਰ ਦਿੰਦਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ, ਇਹਨੂੰ ਯਾਦ ਰੱਖ ਲਿਓ। ਯਾਦ ਰੱਖਣ ਦਾ ਵੈਸੇ ਤੁਹਾਨੂੰ ਦੱਸ ਦੇਣਾ ਤਰੀਕਾ ਕੀ ਹੈ, ਸਾਰੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪਲੱਸ ਮਾਈਨਸ ਮਲਟੀਪਲਾਈ ਬਾਈ ਡਿਵਾਈਡ ਮੋਡੂਲਸ ਐਂਪਰਸੈਂਡ ਬ੍ਰੈਕਟਸ ਤੇ ਲੈਫਟ ਸ਼ਿਫਟ ਤੇ ਰਾਈਟ ਸ਼ਿਫਟ, ਇਹਨਾਂ ਦੀ ਪ੍ਰੈਸੀਡੈਂਸ ਯਾਦ ਕਰ ਲਿਓ ਤੇ ਬਸ, ਬਾਕੀ ਕੋਈ ਜ਼ਿਆਦਾ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਹਾਨੂੰ ਪ੍ਰੋਗਰਾਮਿੰਗ ਦੇ ਵਿੱਚ ਪੁੱਛ ਸਕਦਾ ਹੈ। ਠੀਕ ਹੈ, ਅੱਗੇ ਵੀ ਹੈਗੇ ਆ, ਇਹ ਸਾਰਿਆਂ ਦੇ ਤੁਸੀਂ ਲੈਵਲ ਯਾਦ ਰੱਖ ਲਿਓ ਕਿ ਸਭ ਤੋਂ ਪਹਿਲਾਂ ਕਿਹੜਾ ਸੋਲਵ ਹੁੰਦਾ ਹੈ। ਠੀਕ ਹੈ ਜੀ, ਕਲੀਅਰ ਹੈ। ਇਹ ਸੀਗਾ ਆਪਣਾ ਅੱਜ ਦਾ ਟੌਪਿਕ, ਆਈ ਹੋਪ ਤੁਹਾਨੂੰ ਬਹੁਤ ਵਧੀਆ ਸਮਝ ਆਇਆ ਹੋਊਗਾ। ਲਾਸਟ ਦੇ ਵਿੱਚ ਤੁਹਾਨੂੰ ਮੈਂ ਇੱਕ ਦੱਸ ਦਿੰਦਾ, ਐਕਸਪ੍ਰੈਸ਼ਨ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਮੰਨ ਲਓ ਮੈਂ a + b ਲਿਖਤਾ, ਇਹ ਵੀ ਐਕਸਪ੍ਰੈਸ਼ਨ ਹੈ। ਜੇ ਮੈਂ x > y ਲਿਖਤਾ, ਜੇ ਮੈਂ ਲਿਖਦਾ ਵਾ z = a + b - c, ਇਹ ਵੀ ਐਕਸਪ੍ਰੈਸ਼ਨ ਹੈ। ਤਾਂ ਸਾਰੇ ਕੀ ਹੁੰਦੇ ਨੇ ਰਾਜੇ, ਐਕਸਪ੍ਰੈਸ਼ਨ ਹੁੰਦੇ ਨੇ। ਲੌਜੀਕਲ ਵੀ ਹੋ ਸਕਦਾ, ਜਿਵੇਂ ਮੈਂ ਕਹਿੰਦਾ ਵਾ a not equal to b, ਇਹ ਲੌਜੀਕਲ ਹੋ ਗਿਆ, ਇਹ ਰਿਲੇਸ਼ਨਲ ਸਿੰਬਲ ਹੋ ਗਿਆ, ਇਹ ਮੈਥਮੈਟੀਕਲ ਹੋ ਗਿਆ, ਅਰਥਮੈਟਿਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਸਾਰੇ ਕੀ ਹੁੰਦੇ ਨੇ ਰਾਜੇ, ਐਕਸਪ੍ਰੈਸ਼ਨ ਹੁੰਦੇ ਨੇ। ਤਾਂ ਆਈ ਹੋਪ ਤੁਹਾਨੂੰ ਰਾਜੇ ਬਹੁਤ ਵਧੀਆ ਲੱਗੀ ਹੋਊਗੀ ਵੀਡੀਓ। ਬਾਕੀ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਜਲਦੀ ਆਪਾਂ ਸਾਰੀ ਥਿਊਰੀ ਕਵਰ ਕਰ ਲਈਏ। ਥੋੜਾ ਜਿਹਾ ਐਡਜਸਟ ਕਰ ਲਿਓ, ਥੋੜੀ ਜੀ ਪਰਮਾਤਮਾ ਨੂੰ ਹੀ ਪ੍ਰੋਬਲਮ ਆ ਗਈ ਹੈ। ਤਾਂ ਮੇਰਾ ਤਾਂ ਸੀਗਾ ਵੀ 2-3 ਵੀਡੀਓ ਆਉਣਗੀਆਂ ਦਿਨ ਦੇ ਵਿੱਚ, ਪਰ 2 ਵੀਡੀਓ ਜ਼ਰੂਰ ਆਇਆ ਕਰਨਗੀਆਂ, ਕਿਉਂਕਿ ਬੇਟਾ ਬੋਲਿਆ ਬਹੁਤ ਔਖਾ ਜਾ ਰਿਹਾ ਤੇ ਇੱਕ ਬੱਚੇ ਮੈਸੇਜ ਇੰਨਾ ਕਰ ਰਹੇ ਆ, ਕਿਉਂਕਿ ਮੈਸੇਜ ਰਿਪਲਾਈ ਕਰਨ ਤੇ ਬਹੁਤ ਟਾਈਮ ਵੇਸਟ ਹੁੰਦਾ। ਇਸ ਕਰਕੇ ਮੈਂ ਕਹਿੰਦਾ ਹੁੰਦਾ ਕੰਮ ਦੀ ਗੱਲ ਹੋਵੇ ਉਹੀ ਪੁੱਛਿਆ ਕਰੋ ਤੇ ਮੈਸੇਜ ਕਰ ਦਿਆ ਕਰੋ। ਬਾਕੀ ਰਾਜੇ ਥੋੜੀ ਜਾਣਕਾਰੀ ਸ਼ੇਅਰ ਕਰ ਦਿਆ ਕਰੋ, ਮੇਰੀ ਵੀ ਹੈਲਪ ਹੋ ਜੂਗੀ। ਜੇ ਕਿਸੇ ਦੇ ਦੋਸਤ ਨੇ ਮਿੱਤਰ ਨੇ ਨੋਟਸ ਲੈਣੇ ਹੋਣ ਤਾਂ ਕਲਰਕ ਤੇ ਕਲਰਕ ਅਕਾਊਂਟ ਵਾਸਤੇ, ਸਿੰਪਲ ਕਲਰਕ ਵਾਸਤੇ ਉਹ ਇੰਗਲਿਸ਼ ਤੇ ਪੰਜਾਬੀ ਚ ਮਿਲ ਜਾਣਗੇ। ਉਹਦੀ ਕਾਸਟ ਹੈਗੀ 300 ਰੁਪਇਆ। ਲੈਣ ਵਾਸਤੇ ਇਸ ਨੰਬਰ ਤੇ ਕੀ ਕਰ ਦਿਓ, WhatsApp ਕਰ ਦਿਓ, ਤੁਹਾਨੂੰ ਕੀ ਆ ਨੋਟਸ ਮਿਲ ਜਾਣਗੇ PDF ਫਾਰਮ ਦੇ ਵਿੱਚ। ਪਰ ਜੇ ਤੁਸੀਂ ਕਲਰਕ IT ਵਾਸਤੇ ਲੈਣੇ ਰਾਜੇ, ਇਹ ਸਿਰਫ ਇੰਗਲਿਸ਼ ਦੇ ਵਿੱਚ ਪੜ੍ਹਨਾ ਪਊਗਾ, ਕਿਉਂਕਿ ਕਲਰਕ IT ਦਾ ਪੇਪਰ ਹੋਣਾ ਟੈਕਨੀਕਲੀ, ਤੇ ਟੈਕਨੀਕਲੀ ਇੰਗਲਿਸ਼ ਦੇ ਵਿੱਚ ਪੜ੍ਹਨ ਦਾ ਫਾਇਦਾ ਹੈਗਾ। ਇਹਦੀ ਕਾਸਟ ਹੈਗੀ 500 ਰੁਪਇਆ। ਇਹ ਤੁਹਾਨੂੰ ਕੀ ਮਿਲੂਗਾ, ਲਿੰਕ ਮਿਲੂਗਾ, ਆਨਲਾਈਨ ਤੁਸੀਂ ਪੜ੍ਹ ਸਕਦੇ ਹੋ।
ਤੇ ਇਹ ਹੈਗਾ ਜੀ ਨੰਬਰ। ਹੁਣ ਦੇਖੋ ਜੀ ਆਨਲਾਈਨ ਇਸ ਵਾਰੀ ਕੀ ਹੁੰਦਾ ਸੀ, ਹਰ ਵਾਰੀ ਮੇਰੇ ਨੋਟਸ ਲੀਕ ਕਰਦੇ ਸੀ ਬੱਚੇ, ਪਰ ਇਸ ਵਾਰੀ ਮੈਂ ਪੀਡੀਐਫ ਨਹੀਂ ਦਿੱਤੀ ਗਈ। तो बच्चे मैंने ना बेवकूफ बनाने वास्ते, मैं वैसे काफी बारी मैं मेरा थोड़ा जिहा की है, मैं नरम दिल है, बच्चे जे एक दो बारी मैंने कह देंगे ना सर जी साडे तो पढ़िया नहीं जा रहा प्लीज सानू पीडीएफ दे दो, मैं दे दिंदा सीगा। पर ਉਹਦੇ ਵਿੱਚ ਕੀ ਆ कि कई गलत बच्चे ਜਾਂ कई गलत ਚੈਨਲਾਂ ਵਾਲੇ ਬੱਚੇ ਬਣ ਕੇ ਮੇਰੇ ਤੋਂ ਪੀਡੀਐਫ ਲੈ ਕੇ ਨਾ ਬਾਅਦ ਚੋਂ ਪੀਡੀਐਫ ਉਹ ਸਸਤੇ 'ਚ ਵੇਚ ਦਿੰਦੇ ਸੀਗੇ, ਜਾਂ ਫਿਰ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਦੇ ਸੀ ਕਿ ਵੀ ਇਹਦੀ ਪੀਡੀਐਫ ਫ੍ਰੀ ਦੇ ਵਿੱਚ ਵੰਡ ਦਈਏ, ਅੱਗੇ ਤੋਂ ਇਹ ਨੋਟਸ ਨਹੀਂ ਬਣਾਊਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਭਾਈ ਅਸੀਂ ਜੱਟ ਬੰਦੇ ਹੁੰਨੇ ਆ, ਕਿਸਾਨ ਆ ਅਸੀਂ ਹਰ ਵਾਰੀ ਕਣਕ ਬੀਜਣੀ ਹੁੰਦੀ, ਚਾਹੇ ਕੋਈ ਕਣਕ ਦਾ ਸਾਨੂੰ ਮੁੱਲ ਮਿਲੇ ਜਾਂ ਨਾ ਮਿਲੇ, ਤਾਂ ਅਸੀਂ ਭਾਈ ਨੋਟਸ ਬਣਾਉਣੇ ਹੀ ਬਣਾਉਣੇ ਆ। ਤੇ ਇਸ ਕਰਕੇ ਅਸੀਂ ਹੱਲ ਲੱਭ ਲਿਆ, ਅਸੀਂ ਸਿਰਫ ਲਿੰਕ ਦਿੰਨੇ ਆ। ਇਸ ਵਾਰੀ ਉਹ ਹੁਣ ਮੈਨੂੰ ਮੈਸੇਜ ਕਰ ਰਹੇ ਆ ਸਾਡੀਆਂ ਅੱਖਾਂ ਦਰਦ ਹੋ ਰਹੀਆਂ, ਮੇਰੇ ਹਿਸਾਬ ਨਾਲ ਅੱਖਾਂ ਨਹੀਂ ਢਿੱਡ ਦਰਦ ਹੋ ਰਿਹਾ ਤੁਹਾਡਾ, ਠੀਕ ਹੈ, ਕਿਉਂਕਿ ਇਹਨਾਂ ਨੇ ਕੀ ਕੀਤਾ ਵੀ ਚੰਗੇ ਬੱਚਿਆਂ ਦਾ ਨੁਕਸਾਨ ਵੀ ਕੀਤਾ। ਹੁਣ ਕਈ ਜੈਨੂਅਨ ਬੱਚੇ ਵੀ ਹੋਣਗੇ ਜਿਨ੍ਹਾਂ ਦੀ ਸਪੈਕਸ ਦੀ ਪ੍ਰੋਬਲਮ ਹੁੰਦੀ ਹੈ, ਉਹ ਵਿਚਾਰਿਆਂ ਨੂੰ ਹੁਣ ਕੀ ਹੈ ਆਨਲਾਈਨ ਪੜ੍ਹਨਾ ਪੈ ਰਿਹਾ। ਪਰ ਬੇਟਾ ਮੇਰੀ ਵੀ ਮਜਬੂਰੀ ਹੈ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੰਨ ਲਓ ਤੁਸੀਂ ਪੇਪਰ ਦੇ ਵਿੱਚ ਕੀ ਆ, ਤੁਸੀਂ 100 ਦੇ ਵਿੱਚੋਂ ਮੰਨ ਲਓ ਤੁਸੀਂ 90 ਨੰਬਰ ਦਾ ਪੇਪਰ ਕਰਕੇ ਆਉਣੇ ਹੋ, ਤੇ ਤੁਹਾਡੀ ਸ਼ੀਟ ਨੂੰ ਕੋਈ ਕਾਪੀ ਕਰ ਲੈਂਦਾ ਹੈ ਜਾਂ ਤੁਹਾਡੀ ਕੋਈ ਸ਼ੀਟ ਫਾੜ ਦਿੰਦਾ, ਤੁਹਾਨੂੰ ਕਿੰਨਾ ਦੁੱਖ ਹੋਊਗਾ। ਸੇਮ ਰਾਜੇ ਮੇਰੇ ਨਾਲ ਆ ਕਿ ਮੈਂ ਇੰਨੀ ਮਿਹਨਤ ਨਾਲ ਨੋਟਸ ਬਣਾਉਣਾ ਕਿ 10 ਮਿੰਟ ਬਾਅਦ ਮੈਨੂੰ ਪਤਾ ਲੱਗਦਾ ਕਿ ਉਹ ਨੋਟਸ ਤੁਹਾਡੇ 50 ਰੁਪਏ ਦੇ ਵਿਕ ਰਹੇ ਆ, ਗਰੁੱਪ ਦੇ ਵਿੱਚ ਫ੍ਰੀ ਪਏ ਆ, ਤਾਂ ਬਹੁਤ ਦੁੱਖ ਹੁੰਦਾ ਹੈ। ਤਾਂ ਇਸ ਕਰਕੇ ਮੈਨੂੰ ਮਜਬੂਰੀ ਕਾਰਨ ਕਰਕੇ ਇਹ ਲਿੰਕ ਦੇਣਾ ਪੈ ਰਿਹਾ, ਪੀਡੀਐਫ ਨਾਲ ਨਹੀਂ ਦੇ ਰਿਹਾ। ਤਾਂ ਮੈਂ ਉਹਨਾਂ ਜੈਨੂਅਨ ਬੱਚਿਆਂ ਤੋਂ ਮਾਫੀ ਮੰਗਦਾ, ਪਰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਮੈਨੂੰ ਨਸੀਹਤ ਦੇ ਰਿਹਾ ਕਿ ਜੇ ਤੁਸੀਂ ਇਦਾਂ ਦੇ ਕੰਮ ਕਰਕੇ ਪ੍ਰਮਾਤਮਾ ਤੋਂ ਮੰਗਦੇ ਆ ਕਿ ਤੁਹਾਡੀ ਜੌਬ ਲੱਗ ਜੇ, ਤਾਂ ਰਾਜੇ ਇਹ ਕਦੇ ਨਹੀਂ ਹੋਊਗਾ। ਕਿਸੇ ਦੀ ਮਿਹਨਤ ਨੂੰ ਅਗਰ ਤੁਸੀਂ ਐਂ ਖਰਾਬ ਕਰੋਗੇ, ਕਦੇ ਵੀ ਤੁਹਾਡੀ ਮਿਹਨਤ ਸਿਰੇ ਨਹੀਂ ਚੜੂਗੀ। ਇਸ ਕਰਕੇ ਜ਼ਿੰਦਗੀ 'ਚ ਚੰਗੇ ਕੰਮ ਕਰੋ, ਪਹਿਲਾਂ ਆਪਣਾ ਕਰੈਕਟਰ ਚੰਗਾ ਕਰੋ, ਜੌਬ ਲੱਗਣਾ ਜਾਂ ਨਾ ਲੱਗਣਾ ਬਾਅਦ ਦੀ ਗੱਲ ਹੈ। ਤਾਂ ਸ਼ੁਕਰੀਆ ਜੀ, ਕਿਸੇ ਨੂੰ ਜੇ ਕੋਈ ਮੇਰੀ ਗੱਲ ਮਾੜੀ ਲੱਗੀ ਹੋਵੇ ਉਹਦੇ ਵਾਸਤੇ ਮਾਫੀ ਹੈ। ਪੜ੍ਹਦੇ ਰਹੋ, ਮਿਹਨਤਾਂ ਕਰਦੇ ਰਹੋ, ਪਰਮਾਤਮਾ ਤੁਹਾਡੀ ਕੀ ਕਰੇ, ਮਿਹਨਤ ਨੂੰ ਸਫਲਤਾ ਬਖਸ਼ੇ ਤੇ ਤੁਸੀਂ ਜਲਦੀ ਜੌਬ ਲੱਗੋ। ਤਾਂ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਕਰ ਦਿਓ। ਬਾਕੀ ਜੀਕੇ ਦੇ ਵੀ ਐਮਸੀਕਿਊ ਚੱਲ ਰਹੇ ਰਾਜੇ, ਉਹ ਵੀ ਜਰੂਰ ਦੇਖਿਆ ਕਰੋ। ਜੀਕੇ ਦੇ ਐਮਸੀਕਿਊ ਕਰਾ ਰਹੇ ਆਪਾਂ ਤੁਹਾਡੇ PSSS ਬੋਰਡ ਕਲਰਕ ਤੇ ਕਲਰਕ ਆਈਟੀ ਵਾਸਤੇ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।